संत जनो प्यारा मैं मिलया। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद जप। आद सच जुगाद सच है भी सच। नानक होसी भी सच। चक्र चिहन अर बरन जात अर पात नभिन जे। रूप रंग अर रेख पेख को कह ना सकत के। सचल मूरत अनभव प्रकाश अमितोज कहिजै। कोट इंद्र इंद्राण साहे साहान गणिजै। त्रिभुवन महीप सुर नर असुर नेत नेत बन तृण कह। त्वै सर्वनाम कथै कवन कर्म नाम वर्णत सुमत। प्रभ दाता दातार परयो जाचक एक शरणा। मिलै दान संत रैन जह लग पहुँ जल तरना। बिनत करो अरदास सुनो जय ठाकुर पावै। देहो दरस मन चाओ भगत एहु मन ठहरावै। बलियो चराग अंधियार मह सब कालियो दरी एक नाम धरम। बलियो चराग अंधियार मह सब कालियो दरी एक नाम धरम। प्रगट सगल हर भवन मह जन नानक गुर पार ब्रह्म। तान सुकागत कलम तान तान भांडा तान मस। तान लिखारी नानका जिन नाम लिखाया सच। आपे पट्टी कलम आप ऊपर लेख पे तू। एको कहिए नानका दूजा काहे को। मूक उचरै शास्त्र खट बिंग गिरन चढ़ जाय। आंद लखै बदरो सुनै जो काल कृपा कर। कहाँ बुद्ध प्रभ तुच्छ हमारी बरन सकै महिमा जो तिहारी। हम ना सकत कर सिफत तुम्हारी आप लिहो तुम कथा सुधारी। हम ना सकत कर सिफत तुम्हारी आप लिहो तुम कथा सुधारी।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਜੁਗ ਹੋ ਜੁਗ ਅਟਲ, ਚਵਰ ਛਤਰ ਤਖਤ ਕੇ ਮਾਲਕ, ਵਾਲੀਏ ਕੁਲ ਆਲਮ ਸਾਹਿਬੇ ਕਮਾਲ। ਦੀਨ ਦੁਨੀਆ ਦੇ ਵਾਲੀ, ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਪਾਤਸ਼ਾਹਾਂ ਦੇ ਪਾਤਸ਼ਾਹ, ਸ਼ਬਦ ਗੁਰੂ, ਪ੍ਰਤੱਖ ਗੁਰੂ, ਸਮਰੱਥ ਗੁਰੂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਸੀਂ ਸਾਰੇ ਬੜ ਭਾਗੇ ਹਾਂ ਜਿਨ੍ਹਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਹੈ। ਪਰਿਵਾਰ ਦੇ ਨਾਲ, ਸੰਸਾਰ ਦੇ ਨਾਲ, ਮਿੱਤਰਾਂ ਨਾਲ ਬੈਠਣ ਦਾ ਸੁਭਾਗ ਹਰ ਕਿਸੇ ਨੂੰ ਪ੍ਰਾਪਤ ਹੁੰਦਾ ਹੈ, ਪਰ ਗੁਰੂ ਦੇ ਨਾਲ ਬੈਠਣ ਦਾ ਸੁਭਾਗ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ। ਜਿਹੜੇ ਸਤਿਗੁਰਾਂ ਦੇ ਨਾਲ ਬੈਠਦੇ ਨੇ, ਗੁਰੂ ਦੀ ਗੋਦ ਦਾ ਆਨੰਦ ਮਾਣਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਵਡਭਾਗੀ ਕਿਹਾ ਹੈ। ਕਿਸੇ ਨੇ ਪਰਿਵਾਰ ਨਾਲ ਬੈਠਣ ਵਾਲੇ ਮਨੁੱਖ ਨੂੰ ਵਡਭਾਗੀ ਨਹੀਂ ਆਖਿਆ। ਰਾਜਨੀਤਿਕ ਮਨੁੱਖ ਦੇ ਨਾਲ ਬੈਠਣ ਵਾਲੇ ਨੂੰ ਕੋਈ ਵਡਭਾਗੀ ਨਹੀਂ ਕਹਿੰਦਾ। ਪਰ ਖਾਲਸਾ ਜੀ, ਜਿਹੜੇ ਗੁਰਮੁਖ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੀ ਗੋਦ ਵਿੱਚ ਬਹਿੰਦੇ ਨੇ, ਉਹਨਾਂ ਨੂੰ ਸਾਰਾ ਸੰਸਾਰ ਵਡਭਾਗੀ ਕਹਿੰਦਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਅੱਜ ਅਸੀਂ ਸਾਰੇ ਹੀ ਮਿਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾ ਰਹੇ ਹਾਂ। ਅੱਜ ਦੇ ਦਿਨ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਦਰੋਂ ਸੁਦੀ ਏਕਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਸਰਬੱਤ ਪੰਥ ਨੂੰ, ਗੁਰਸਿੱਖ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾਇਆ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸੰਸਾਰ ਨਾਲੋਂ ਬਿਲਕੁਲ ਵੱਖਰੀ, ਨਿਰਾਲੀ ਤੇ ਨਿਵੇਕਲੀ ਹੈ। ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਹੋਏ ਨੇ। ਕੁਝ ਸਾਲ ਪਹਿਲਾਂ ਉਹਨਾਂ ਨੇ ਇੱਕ ਛੋਟੀ ਜਿਹੀ ਕਿਤਾਬ ਲਿਖੀ, ਸਰਵੋਤਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ, ਸਰਵੋਤਮ ਪੰਥ ਖਾਲਸਾ ਪੰਥ। ਆਪ ਉਹ ਸੰਨਿਆਸੀ ਸਨ। ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜ੍ਹੀ, ਮਨ ਵਿੱਚ ਬੜਾ ਵਿਰਾਗ ਪੈਦਾ ਹੋਇਆ ਉਹਨਾਂ ਤੇ। ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਦੋਂ ਬਾਣੀ ਪੜ੍ਹੀ, ਬਾਣੀ ਪੜ੍ਹ ਕੇ ਜੋ ਕੁਝ ਉਹਨਾਂ ਨੂੰ ਅਨੁਭਵ ਹੋਇਆ, ਉਹਨਾਂ ਨੇ ਇੱਕ ਛੋਟੀ ਜਿਹੀ ਪੁਸਤਕ ਲਿਖੀ, ਜਿਹਨੂੰ ਸ਼੍ਰੋਮਣੀ ਕਮੇਟੀ ਨੇ ਬਾਅਦ ਵਿੱਚ ਛਾਪਿਆ। ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਭਾਵੇਂ ਸੰਸਾਰ ਦੇ ਅੰਦਰ ਬਹੁਤ ਸਾਰੇ ਗ੍ਰੰਥ ਨੇ, ਪ੍ਰਥਮੇ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਪ੍ਰਾਪਤ ਹੋਇਆ। ਸੰਸਾਰ ਦੇ ਅੰਦਰ ਬੇਅੰਤ ਐਸੇ ਗ੍ਰੰਥ ਨੇ ਜਿਨ੍ਹਾਂ ਵਿੱਚ ਧਰਮ ਦਾ ਤੇ ਕਰਮਾਂ ਦਾ ਜ਼ਿਕਰ ਕੀਤਾ ਗਿਆ, ਪਰ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਗੁਰੂ ਨੇ
ਜਿਨ੍ਹਾਂ ਵਿੱਚ ਕਲਿਆਣਕਾਰੀ ਮਾਰਗ ਸਾਨੂੰ ਦੱਸਿਆ ਗਿਆ ਵੀ ਸਾਡੀ ਕਲਿਆਣ ਕਿਵੇਂ ਹੋਣੀ ਹੈ। ਕਿਸੇ ਗ੍ਰੰਥ ਵਿੱਚ ਦਾਨ ਬਾਰੇ ਦੱਸਿਆ, ਕਿਸੇ ਵਿੱਚ ਜਗ ਬਾਰੇ ਦੱਸਿਆ, ਕਿਸੇ ਵਿੱਚ ਕਰਮ ਕਾਂਡਾਂ ਬਾਰੇ ਦੱਸਿਆ ਗਿਆ। ਪਰ ਜਦੋਂ ਗੱਲ ਕਲਿਆਣਤਾ ਦੀ ਹੈ, ਕਲਿਆਣਤਾ ਬਾਰੇ ਕੌਣ ਦੱਸੇਗਾ? ਇੱਕ ਛੋਟੀ ਜਿਹੀ ਉਦਾਹਰਣ ਹੀ ਹੈ। ਸਵਾਮੀ ਰਾਮ ਤੀਰਥ ਜੀ ਕਹਿੰਦੇ ਨੇ ਕਿ ਮੈਂ ਸੁਣਿਆ ਹੈ ਵੀ ਜਦੋਂ ਕੋਈ ਪ੍ਰਾਣੀ ਮਾਤਰ ਚੜ੍ਹਾਈ ਕਰ ਜਾਏ ਤੇ ਲੋਕ ਪਿੱਛੋਂ ਸ਼ਰਾਧ ਕਰਦੇ ਨੇ, ਤੇ ਸ਼ਰਾਧ ਛਕਣ ਵਾਲੇ ਬ੍ਰਾਹਮਣ ਲੋਕ ਹੁੰਦੇ ਨੇ। ਸੰਕਲਪ ਕੀ ਹੈ? ਬੜੀ ਗੌਰ ਨਾਲ ਇਹਨੂੰ ਸੁਣਨਾ। ਸੰਕਲਪ ਇਹ ਹੈ ਕਿ ਭੋਜਨ ਇਹ ਛਕਣਗੇ ਤੇ ਤ੍ਰਿਪਤ ਪਿਤਰ ਹੋਵਣਗੇ। ਫਿਰ ਕਹਿੰਦੇ ਜੀ ਮੰਜਾ ਦਾਨ ਕਰੋ। ਮੰਜਾ ਦਾਨ ਕਰੋਗੇ ਜੇ ਤੁਹਾਡੇ ਪਿਤਰ ਲੋਕ ਵਿੱਚ ਹੋਵਣਗੇ ਤੇ ਉਹ ਮੰਜੇ ਤੇ ਬਹਿਣਗੇ, ਉਹਨਾਂ ਨੂੰ ਬੈਠਣ ਲਈ ਮੰਜਾ ਮਿਲੇਗਾ। ਤਾਂ ਉਹ ਤਰਕ ਕਰਦੇ ਨੇ ਵੀ ਦੁਨੀਆ ਵਿੱਚ ਇਹੋ ਜਿਹਾ ਕਿਹੜਾ ਪਾਰਸਲ ਬਣਿਆ ਹੈ ਜਿਹੜਾ ਪਾਰਸਲ ਇਸ ਧਰਤੀ ਤੋਂ ਮੰਜੇ ਤੇ ਭੋਜਨ ਅੱਗੇ ਪਿਤਰ ਲੋਕ ਵਿੱਚ ਭੇਜਦਾ। ਉਹ ਉਦਾਹਰਣ ਦੇ ਕੇ ਕਹਿੰਦੇ ਵੀ ਐਸੇ ਐਸੇ ਬਚਨ ਧਰਮ ਸ਼ਾਸਤਰਾਂ ਵਿੱਚ ਕੀਤੇ ਗਏ ਨੇ। ਕੀ ਕੋਈ ਧਰਮ ਸ਼ਾਸਤਰ ਮੁਕਤੀ ਦਾ ਮਾਰਗ ਵੀ ਦੱਸਦਾ? ਕੀ ਕੋਈ ਧਰਮ ਸ਼ਾਸਤਰ ਮਨੁੱਖ ਨੂੰ ਬੰਧਨਾਂ ਤੋਂ ਨਿਵਰਤ ਹੋਣ ਦਾ ਮਾਰਗ ਵੀ ਦੱਸਦਾ? ਬਹੁਤਾਤ ਅੰਦਰੋਂ ਕਹਿੰਦੇ ਧਰਮ ਸ਼ਾਸਤਰ ਮਨੁੱਖ ਨੂੰ ਜਾਤੀ ਵੰਡ ਦੇ ਵਿੱਚ ਵੰਡਦੇ ਨੇ, ਜਾਤੀ ਵਰਨ ਦੀ ਵੰਡ ਵਿੱਚ ਵੰਡਦੇ ਨੇ। ਕੋਈ ਐਸਾ ਵੀ ਸ਼ਾਸਤਰ ਧਰਮ ਗ੍ਰੰਥ ਹੈ ਜਿਹੜਾ ਕਹਿੰਦਾ ਵੀ ਸਾਰੇ ਨਾਮ ਜਪਣ, ਸਾਰੇ ਬੰਦਗੀ ਕਰਨ, ਸਾਰੇ ਹੀ ਮੁਕਤ ਹੋ ਸਕਦੇ, ਸਭ ਦਾ ਭਲਾ ਹੋ ਸਕਦਾ, ਸਾਰੇ ਹੀ ਇੱਕੋ ਨੇ? ਉਹ ਕਹਿੰਦੇ ਮੈਂ ਧਰਮ ਗ੍ਰੰਥਾਂ ਨੂੰ ਕੋਖ ਕੇ ਅੰਤ ਇਸ ਨਤੀਜੇ ਤੇ ਪਹੁੰਚਿਆ, ਇਸ ਦੁਨੀਆ ਵਿੱਚ ਅਗਰ ਕੋਈ ਕਲਿਆਣਕਾਰੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪਾਂ ਰੋਜ਼ ਸੁਖਮਣੀ ਸਾਹਿਬ ਦਾ ਬਚਨ ਪੜ੍ਹਦੇ ਹਾਂ, ਬੀਜ ਮੰਤਰ ਸਰਬ ਕੋ ਗਿਆਨ, ਚਾਹੋ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ। ਜਿਹੜਾ ਬੀਜ ਮੰਤਰ ਹੈ ਇਹਦੀ ਵਿਆਖਿਆ ਵੀ ਆਪਾਂ ਕਰਾਂਗੇ। ਜਿਹੜਾ ਬੀਜ ਮੰਤਰ ਹੈ, ਜਦੋਂ ਕੋਈ ਉਸ ਨੂੰ ਜਪਣਾ ਸ਼ੁਰੂ ਕਰ ਦਿੰਦਾ ਹੈ, ਜਪਦਿਆਂ ਜਪਦਿਆਂ ਹਿਰਦੇ ਦੇ ਵਿੱਚ ਚਾਨਣਾ ਹੁੰਦਾ, ਪ੍ਰਕਾਸ਼ ਹੁੰਦਾ ਹੈ, ਹਿਰਦੇ ਦੀ ਸ਼ੁੱਧੀ ਹੁੰਦੀ ਹੈ। ਹਿਰਦੇ ਦੀ ਸ਼ੁੱਧੀ ਨਾਲ ਜਦੋਂ ਗਿਆਨ ਦਾ ਚਾਨਣਾ ਹੁੰਦਾ, ਮਨੁੱਖ ਨੂੰ ਸੋਝੀ ਆਉਂਦੀ, ਉਹਦੀ ਅਗਿਆਨਤਾ ਮਿਟਦੀ ਹੈ। ਬੀਜ ਮੰਤਰ ਸਰਬ ਕੋ ਗਿਆਨ, ਇਹ ਗਿਆਨ ਇੱਕ ਵਾਸਤੇ ਨਹੀਂ, ਇਹ ਗਿਆਨ ਸਾਰਿਆਂ ਵਾਸਤੇ ਹੈ। ਜੋ ਜੋ ਜਪੈ ਤਿਸ ਕੀ ਗਤ ਹੋਏ, ਜਿਹੜਾ ਜਿਹੜਾ ਨਾਮ ਜਪਦਾ ਉਹਦੀ ਮੁਕਤੀ ਹੋ ਜਾਂਦੀ ਹੈ। ਕੋਈ ਵੀ ਜਪ ਸਕਦਾ, ਕੋਈ ਵੀ ਅਰਾਧ ਸਕਦਾ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਹੜਾ ਗੋਬਿੰਦ ਨੂੰ, ਪਰਮੇਸ਼ਰ ਜੀ ਨੂੰ ਧਿਆਵੇਗਾ, ਚਾਹੇ ਉਹ ਪੜ੍ਹਿਆ ਚਾਹੇ ਉਹ ਅਨਪੜ੍ਹ ਹੈ, ਉਹ ਮੁਕਤੀ ਦੀ ਪ੍ਰਾਪਤੀ ਕਰ ਲਏਗਾ। ਸਤਿਗੁਰ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ। ਸਤਿਗੁਰੂ ਕੀ ਹੈ? ਸਤਿਗੁਰੂ ਬਚਨ ਹੈ। ਬਚਨ ਤੋਂ ਭਾਵ ਹੈ ਗੁਰੂ ਸ਼ਬਦ ਹੈ। ਸ਼ਬਦ ਕੀ ਹੈ? ਕਹਿੰਦੇ ਜੀ ਸ਼ਬਦ ਸਤਿਗੁਰੂ ਹੈ। ਤਾਂ ਸ਼ਬਦ ਦਾ ਸਿਧਾਂਤ ਕੀ ਹੈ? ਪਾਦਰ ਮੁਕਤ ਜਨਾਵੈ ਗੋ। ਸ਼ਬਦ ਸਾਨੂੰ ਮੁਕਤੀ ਦਾ ਰਾਹ ਦਸਾਉਂਦਾ ਹੈ, ਮੁਕਤੀ ਦਾ ਰਾਹ ਦੱਸਦਾ ਹੈ ਕਿ ਕਿਸ ਰਾਹ 'ਤੇ ਚੱਲ ਕੇ ਸਾਡੀ ਮੁਕਤੀ ਹੋਣੀ ਹੈ। ਦਾਸ ਨੇ ਦਿਨ ਵੇਲੇ ਵੀ ਦੀਵਾਨ ਵਿੱਚ ਇੱਕ ਜਗ੍ਹਾ 'ਤੇ ਬੇਨਤੀ ਕੀਤੀ ਹੈ, ਸੰਸਾਰ ਭਰ ਦੇ ਅੰਦਰ ਤੁਹਾਨੂੰ ਸੰਸਾਰ ਦੇ ਪਦਾਰਥਾਂ ਨਾਲ ਜੋੜਨ ਵਾਲੇ ਬੜੇ ਮਿਲ ਜਾਣਗੇ। ਸੰਸਾਰ ਦੇ ਪਦਾਰਥਾਂ ਦਾ ਲਾਲਚ ਸਾਨੂੰ ਦੇਣ ਵਾਲੇ ਬੜੇ ਧਰਮ ਆਗੂ ਮਿਲ ਜਾਣਗੇ। ਸਾਡੇ ਅੰਦਰ ਵੀ ਇਹ ਰੀਤ ਹੌਲੀ ਹੌਲੀ ਪ੍ਰਚਲਿਤ ਹੋ ਗਈ ਹੈ। ਬਹੁਤਾਤ ਵਿੱਚ ਸਾਡੇ ਪ੍ਰਚਾਰਕ ਦੁਨਿਆਵੀ ਗੱਲਾਂ ਸੁਣਾ ਕੇ ਸਾਨੂੰ ਲੋਭਿਤ ਕਰਦੇ ਨੇ, ਪ੍ਰੇਰਿਤ ਕਰਦੇ ਨੇ। ਪਦਾਰਥ ਦੇ ਨਾਲ ਜੋੜ ਕੇ ਧਰਮ ਨਾਲ ਜੋੜਨ ਦਾ ਯਤਨ ਕਰਦੇ ਨੇ। ਜਦੋਂ ਗੱਲ ਪਦਾਰਥ ਦੇ ਆਸਰੇ ਧਰਮ ਨਾਲ ਜੁੜਨ ਦੀ ਹੁੰਦੀ ਹੈ
ਤੇ ਉਹ ਧਰਮ ਕੇਵਲ ਲਾਲਚ ਤਾਈਂ ਸੀਮਤ ਹੁੰਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ, ਗੁਰਬਾਣੀ ਦੀ ਵਿਆਖਿਆ ਪਦਾਰਥ ਨੂੰ ਲੈ ਕੇ ਮੁੱਖ ਰੱਖ ਕੇ ਕੀਤੀ ਜਾਏ ਤਾਂ ਉਹ ਸਾਰਾ ਕੁਝ ਦਵੈਤ ਵਿੱਚ ਹੁੰਦਾ ਹੈ, ਅਦਵੈਤ ਵਿੱਚ ਨਹੀਂ ਹੁੰਦਾ। ਉਥੇ ਮਨੁੱਖ ਪਦਾਰਥ ਦੀ ਚਾਹਨਾ ਤਾਂ ਰੱਖੇਗਾ ਪਰ ਨਿਰੰਕਾਰ ਦੀ ਚਾਹਨਾ ਨਹੀਂ ਰੱਖੇਗਾ। ਸਾਡੀ ਸ਼ਰਧਾ ਬਣੇਗੀ ਪਰ ਕੇਵਲ ਪਦਾਰਥ ਨੂੰ ਲੈ ਕੇ ਬਣੇਗੀ। ਉਦਾਹਰਨ ਮਾਤਰ ਤੇ ਇੱਕ ਨੇ ਆਖਿਆ ਵੀ ਇੱਕ ਦੀ ਜ਼ਮੀਨ 4 ਕਿੱਲੇ ਸੀ, ਆਖਿਆ ਜੀ ਤੁਸੀਂ ਇੱਦਾਂ ਕਰੋ ਤੁਹਾਡੀ 11 ਕਿੱਲੇ ਬਣ ਜਾਏਗੀ। ਮੈਂ ਇੱਕ ਛੋਟਾ ਜਿਹਾ ਪ੍ਰਸੰਗ ਸੁਣਿਆ ਸੀ, ਉਹ ਨਹੀਂ ਸੁਣਾਉਣਾ, ਬਸ ਉਦਾਹਰਨ ਦਿੱਤੀ ਹੈ। ਇਹ ਜਿਹੜਾ ਲਾਲਚ ਹੈ ਨਾ, ਇਹ ਲਾਲਚ ਮਨੁੱਖ ਨੂੰ ਬੰਧਨ ਵਿੱਚ ਪਾਉਂਦਾ। ਚਾਹੇ ਉਹ ਲਾਲਚ ਸਾਨੂੰ ਕੋਈ ਵੀ ਧਰਮੀ ਮਨੁੱਖ ਦੇਵੇ, ਚਾਹੇ ਉਹ ਲਾਲਚ ਭਾਵੇਂ ਸਾਨੂੰ ਕੋਈ ਸਿੱਖ ਦੇਵੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸਾਨੂੰ ਪਦਾਰਥ ਦਾ ਲਾਲਚ ਨਹੀਂ ਦਿੰਦੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸਾਨੂੰ ਮੁਕਤੀ ਦਾ ਸਾਧਨ ਦੱਸਦੀ ਹੈ ਕਿ ਅਸੀਂ ਛੁੱਟਣਾ ਕਿਵੇਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਯਤਨ ਬਹੁਤ ਸੁਖ ਕੇ ਕੀਏ। ਜਿੰਨੇ ਵੀ ਯਤਨ ਕੀਤੇ ਨੇ ਸੁਖ ਲਈ ਕੀਤੇ ਨੇ। ਸੁਖ ਕੋ ਮੰਗੈ ਸਭ ਕੋ, ਹਰ ਕੋਈ ਚਾਹੁੰਦਾ ਮੈਨੂੰ ਸੁਖ ਮਿਲੇ। ਸਾਡੇ ਜਿਹੜੇ ਸੁਖ ਨੇ ਉਹ ਦੁਨਿਆਵੀ ਪਦਾਰਥਾਂ ਦੇ ਉੱਪਰ ਖੜੇ ਹੋਏ ਨੇ। ਅਸੀਂ ਸਰੀਰ ਨਾਲ ਜੁੜੇ ਹਾਂ, ਸਾਨੂੰ ਹਰ ਇੱਕ ਸੁੱਖ ਪਦਾਰਥ ਵਿੱਚੋਂ ਮਹਿਸੂਸ ਹੋਣਾ ਹੈ, ਤਾਂ ਮੈਂ ਚਾਹੁੰਦਾ ਵੀ ਮੈਨੂੰ ਪਦਾਰਥ ਮਿਲਣਾ। ਤੇ ਪਦਾਰਥ ਦੀ ਸਾਰੀ ਖੇਡ ਮਾਇਆ ਤੇ ਖੜੀ ਹੈ। ਜਿੱਥੇ ਮਾਇਆ ਹੈ ਉਥੇ ਦੁਨੀਆ ਦੇ ਵਿੱਚ ਅਸੀਂ ਸਾਰੇ ਸੁੱਖ ਖਰੀਦ ਸਕਦੇ ਹਾਂ, ਸਾਰੇ ਸੁੱਖ ਮਾਣ ਸਕਦੇ ਹਾਂ। ਇੱਥੋਂ ਤਾਈਂ ਤਾਂ ਗੱਲ ਠੀਕ ਹੈ। ਜੇ ਮਨੁੱਖ ਪਦਾਰਥਾਂ ਦੇ ਸੁੱਖ ਪ੍ਰਾਪਤ ਕਰਕੇ ਵੀ ਮਨ ਕਰਕੇ ਸੁਖੀ ਨਹੀਂ, ਇਹ ਦੱਸੋ ਵੀ ਉਹਦੇ ਉਹ ਪਦਾਰਥ ਕਿਸ ਮਾਇਨੇ ਹੋਏ। ਮੇਰੇ ਘਰ ਵਿੱਚ 36 ਪ੍ਰਕਾਰ ਦੇ ਪਕਵਾਨ ਨੇ ਜਿਨ੍ਹਾਂ ਨਾਲ ਪੇਟ ਦੀ ਤ੍ਰਿਪਤੀ ਤਾਂ ਮੈਂ ਕਰ ਸਕਦਾ, ਪਰ ਮੈਂ ਆਪਣੇ ਮਨ ਦੀ ਤ੍ਰਿਪਤੀ ਨਹੀਂ ਕਰ ਸਕਦਾ। ਅਜੇ ਵੀ ਮੇਰਾ ਮਨ ਭੁੱਖਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮੁੱਢ ਵਿੱਚ ਕਹਿ ਦਿੱਤਾ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਜੇ ਪਦਾਰਥ ਦਾ ਸੁੱਖ ਵੇਖੇਗਾ, ਭਾਵੇਂ ਤਿੰਨਾਂ ਲੋਕਾਂ ਦੇ ਪਦਾਰਥਾਂ ਨੂੰ ਬੰਨ੍ਹ ਕੇ ਤੂੰ ਆਪਣੇ ਪਾਸ ਰੱਖ ਲਵੇਂ, ਤੇਰੀ ਤਾਂ ਵੀ ਭੁੱਖ ਨਹੀਂ ਮਿਟਣੀ। ਜਿੰਨੀਆਂ ਪੁਰੀਆਂ ਨੇ ਉਹਨਾਂ ਦੇ ਪਦਾਰਥਾਂ ਦਾ ਭਾਰ ਬੰਨ੍ਹ ਵੀ ਲਵੇਂ ਤਾਂ ਵੀ ਤੇਰੀ ਤ੍ਰਿਪਤੀ ਨਹੀਂ ਹੋਣੀ, ਤੇਰੀ ਭੁੱਖ ਨਹੀਂ ਮਿਟਣੀ। ਮੈਂ ਗੁਰਮੁਖੋ ਪਦਾਰਥ ਛਕ ਸਕਦਾ, ਮੈਂ ਠੰਡੀ ਹਵਾ ਵਿੱਚ ਬਹਿ ਸਕਦਾ, ਸੋਨੇ ਦੇ ਥਾਲ ਵਿੱਚ ਖਾ ਸਕਦਾ, ਚੰਗੇ ਵੱਡੇ ਮਕਾਨ ਵਿੱਚ ਰਹਿ ਸਕਦਾ, ਪਰ ਜੇ ਮੇਰਾ ਮਨ ਹੀ ਦੁਖੀ ਹੈ ਤੇ ਮੈਨੂੰ ਦੁਨਿਆਵੀ ਸੁੱਖ ਕਦੇ ਵੀ ਭਾਵਣਗੇ ਨਹੀਂ। ਜੇ ਮਨ ਹੀ ਮੇਰਾ ਦੁਖੀ ਹੈ ਤੇ ਦੁਨਿਆਵੀ ਸੁੱਖ ਉਸ ਦੁਖੀ ਮਨ ਦੇ ਸਨਮੁਖ ਕੀ ਮਾਇਨਾ ਰੱਖਦੇ ਨੇ। ਮੈਂ ਆਪਣੇ ਹੱਥ ਦੇ ਵਿੱਚ ਪ੍ਰਸ਼ਾਦਾ ਲਿਆ, ਪ੍ਰਸ਼ਾਦਾ ਛਕ ਰਿਹਾ, ਮੈਂ ਸੁਖੀ ਹਾਂ ਕਿਉਂਕਿ ਮੇਰਾ ਮਨ ਸੁਖੀ ਹੈ। ਮੈਨੂੰ ਭਾਵੇਂ ਉਹ ਪ੍ਰਸ਼ਾਦਾ ਹੱਥ ਦੀਆਂ ਤਲੀਆਂ ਤੇ ਮਿਲ ਗਿਆ। ਜਦੋਂ ਵੀ ਗੁਰੂ ਘਰ ਦੇ ਲੰਗਰਾਂ ਵਿੱਚ ਬੈਠੀਏ, ਉਹ ਪ੍ਰਸ਼ਾਦਾ ਹਮੇਸ਼ਾ ਸਾਨੂੰ ਹੱਥ ਦੀ ਤਲੀ ਤੇ ਮਿਲਦਾ ਹੈ, ਕਿਉਂਕਿ ਉਹ ਪ੍ਰਸ਼ਾਦ ਹੈ ਨਾ। ਕੜਾ ਪ੍ਰਸ਼ਾਦ ਦੀ ਦੇਗ ਲਈਏ, ਉਹ ਵੀ ਹੱਥ ਦੀ ਤਲੀ ਤੇ ਸਾਨੂੰ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਕੰਚਨ ਦੇ ਥਾਲ ਵਿੱਚ ਛਕਣ ਵਾਲਾ ਮਨੁੱਖ ਇੰਨਾ ਸੁਖੀ ਨਹੀਂ ਹੋਵੇਗਾ ਜਿਹੜਾ ਮਨੁੱਖ ਬੰਦਗੀ ਕਰਕੇ ਹੱਥ ਦੇ ਉੱਤੇ ਪ੍ਰਸ਼ਾਦਾ ਲੈ ਕੇ ਛਕ ਕੇ ਤ੍ਰਿਪਤ ਹੋ ਕੇ ਸੁਖੀ ਹੋ ਜਾਂਦਾ ਹੈ। ਦੁਨਿਆਵੀ ਪਦਾਰਥ ਸਰੀਰਕ ਸੁੱਖ ਦੇ ਸਕਦੇ ਨੇ, ਪਦਾਰਥ ਲਈ ਮਾਇਆ ਦੀ ਦੌੜ ਚੱਲਦੀ ਹੈ। ਮਾਇਆ ਕਰਕੇ ਮਨੁੱਖ ਵਿਕਾਰੀ ਹੁੰਦਾ ਹੈ, ਲੋਭੀ ਹੁੰਦਾ ਹੈ, ਤ੍ਰਿਸ਼ਨਾਲੂ ਹੁੰਦਾ ਹੈ। ਮਹਾਰਾਜ ਕਹਿੰਦੇ ਮੇਰੇ ਜਿੰਨੇ ਵੀ ਯਤਨ ਨੇ, ਮੇਰੇ ਯਤਨ ਤਾਂ ਸੁੱਖ ਲਈ ਨੇ ਨਾ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਇਹ ਹੁਣ ਇੱਕ ਰਮਜ ਹੈ ਕਿ ਦੁੱਖ ਦੇ ਲਈ ਵੀ ਕਦੇ ਕੋਈ ਯਤਨ ਕੀਤਾ, ਕੀ ਦੁੱਖ ਪ੍ਰਾਪਤ ਕਰਨਾ ਨਹੀਂ। ਗੁਰਦੇਵ ਕਹਿੰਦੇ ਆਪਣੇ ਦੁੱਖ ਨੂੰ ਮਿਟਾਉਣ ਦਾ ਵੀ ਕਦੇ ਯਤਨ ਕੀਤਾ ਹੈ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਅਸੀਂ ਆਪਣੇ ਦੁੱਖ ਨੂੰ ਮਿਟਾਉਣ ਦਾ ਕਦੇ ਯਤਨ ਨਹੀਂ ਕੀਤਾ। ਵਾਹਿਗੁਰੂ ਮੈਨੂੰ ਪਦਾਰਥ ਦੇ ਦੇ, ਮੈਨੂੰ ਮਾਇਆ ਦੇ ਦੇ, ਮੈਨੂੰ ਸੁੱਖ ਦੇ ਦੇ, ਇਹ ਤਾਂ ਮੈਂ ਮੰਗ ਰਹੇ ਹਾਂ, ਪਰ ਮੈਂ ਕਦੇ ਗੁਰੂ ਸਾਹਿਬ ਨੂੰ ਇਹ ਨਹੀਂ ਆਖਿਆ ਮਹਾਰਾਜ ਮੇਰੇ ਦੁੱਖਾਂ ਦਾ ਇਲਾਜ ਕਰ ਦਿਓ। ਜੇ ਮੇਰੇ ਦੁੱਖਾਂ ਦਾ ਇਲਾਜ ਕਰੋਗੇ ਸੁੱਖ ਤਾਂ ਆਪੇ ਹੀ ਮੇਰੇ ਕੋਲ ਆ ਜਾਣਾ।
ਜਦੋਂ ਦੁੱਖ ਦਾ ਇਲਾਜ ਹੋ ਗਿਆ ਤੇ ਸੁੱਖ ਤਾਂ ਆਪੇ ਆਵੇਗਾ। ਅਸੀਂ ਹਨੇਰਾ ਭਜਾ ਰਹੇ ਹਾਂ, ਹਨੇਰਾ ਦੌੜ ਜਾਏ, ਦੀਵਾ ਨਹੀਂ ਬਾਲ ਰਹੇ। ਮੇਰੇ ਪਾਤਸ਼ਾਹ ਕਹਿੰਦੇ ਹਨੇਰੇ ਵਿੱਚ ਦੀਵਾ ਬਾਲ, ਹਨੇਰੇ ਨੂੰ ਨਾ ਭਜਾ। ਜਿਸ ਦਿਨ ਤੂੰ ਦੀਵਾ ਬਾਲ ਲਿਆ, ਹਨੇਰਾ ਆਪੇ ਭੱਜ ਜਾਣਾ ਆ। ਅਸੀਂ ਦੁੱਖ ਨੂੰ ਨਿਵਰਤ ਕਰਨਾ, ਅਰਦਾਸ ਕਰਨੀ ਮਹਾਰਾਜ ਦੇ ਚਰਨਾਂ ਵਿੱਚ, ਹੇ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਜਦੋਂ ਜਮ ਦੀਆਂ ਫਾਹੀਆਂ ਹੀ ਉਹਨੇ ਕੱਟ ਦਿੱਤੀਆਂ ਤੇ ਦੁੱਖ ਤਾਂ ਕੋਈ ਪਿੱਛੇ ਰਹਿਣਾ ਹੀ ਨਹੀਂ। ਇਹ ਕਲਿਆਣਕਾਰੀ ਜਿਹੜਾ ਸਾਧਨ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਸਾਨੂੰ ਸੰਸਾਰ ਵਿੱਚੋਂ ਕੋਈ ਨਹੀਂ ਦੱਸਦਾ। ਔਰ ਗੁਰੂ ਸਾਹਿਬ ਜੀ ਨੇ ਆ ਕਲਿਆਣਕਾਰੀ ਜਿਹੜੇ ਮਾਰਗ ਤੇ ਕਰਮ ਨੇ, ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਿਖੇਧੀ ਵੀ ਕਰ ਦਿੱਤੀ ਵੀ ਇਹ ਕਰਮ ਕਰਨੇ ਮਨੁੱਖ ਦੇ ਲਈ ਉਚਿਤ ਨਹੀਂ। ਇਹਨਾਂ ਕਰਮਾਂ ਦਾ ਤਿਆਗ ਕਰੋ, ਬੰਦਗੀ ਕਰੋ, ਬਾਣੀ ਪੜ੍ਹੋ, ਤੁਹਾਡਾ ਜੀਵਨ ਸਫਲਾ ਹੋਵੇਗਾ। ਬੀਜ ਮੰਤਰ, ਬੀਜ ਮੰਤਰ ਕੀ ਹੈ? ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਬਾਣੀ ਦਾ ਮੁੱਢ ਹੀ ਇੱਕ ਓੰਕਾਰ ਤੇ ਰੱਖਿਆ। ਯਾਦ ਰੱਖਿਓ, ਸਾਡੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਸਬਕ ਵੀ ਇਹੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀ ਦਾ ਪਹਿਲਾ ਅੱਖਰ ਇੱਕ ਓੰਕਾਰ, ਇਹ ਬੀਜ ਮੰਤਰ ਹੈ ਸਾਡਾ, ਇਹ ਮੁੱਢ ਹੈ ਸਾਡਾ। ਸਾਡਾ ਸਬਕ ਵੀ ਪਹਿਲਾ ਇਹ ਹੈ। ਇੱਕ ਛੋਟੀ ਜਿਹੀ ਮੈਂ ਉਦਾਹਰਣ ਦਿਆਂ, ਹੋ ਸਕਦਾ ਤੁਸੀਂ ਬਚਨ ਪਹਿਲਾਂ ਕਦੇ ਸੁਣਿਆ ਹੋਵੇ। ਬਲਵੰਤ ਗਾਰਗੀ ਦਾ ਨਾਂ ਤਾਂ ਆਪਾਂ ਸਾਰੇ ਜਾਣਦੇ ਹਾਂ। ਬਲਵੰਤ ਗਾਰਗੀ ਗਰੀਬ ਪਰਿਵਾਰ ਵਿੱਚੋਂ ਸੀ। ਇਹ ਦੋ ਭਰਾ ਸਨ। ਦੂਜੇ ਭਰਾ ਦਾ ਨਾਮ ਸੀ ਕੁਲਵੰਤ। ਉਹਨੇ ਆਪਣੀ ਕਲਮ ਦੇ ਨਾਲ ਇਹ ਲੇਖ ਲਿਖਿਆ ਸੀ। ਸ਼੍ਰੋਮਣੀ ਕਮੇਟੀ ਨੇ 50,000 ਪੰਜਾਬੀ ਵਿੱਚ, 50,000 ਅੰਗਰੇਜ਼ੀ ਵਿੱਚ ਛਾਪ ਕੇ ਸੰਗਤਾਂ ਵਿੱਚ ਇਹ ਲੇਖ ਵੰਡਿਆ। ਜਦੋਂ ਛੋਟਾ ਜਿਹਾ ਹੁੰਦਾ ਸੀ, ਕਹਿੰਦੇ ਸਵਖਤੇ ਸਾਡੀ ਮਾਤਾ ਨੇ ਸਾਨੂੰ ਉਠਾਇਆ ਤੇ ਨਗਰ ਤੋਂ ਬਾਹਰ ਟੱਲੇ ਤੇ ਇੱਕ ਸਾਧ ਰਹਿੰਦਾ ਸੀ। ਉਸ ਸਾਧ ਕੋਲ ਸਾਡੀ ਮਾਤਾ ਸਾਨੂੰ ਲੈ ਗਈ। ਜਾ ਕੇ ਮੱਥਾ ਟੇਕਿਆ, ਮਾਂ ਵੱਲ ਵੇਖ ਕੇ ਕਹਿੰਦਾ ਸੀ ਵੀ ਮੱਥਾ ਟੇਕ ਦਿੱਤਾ। ਸਾਡੀ ਮਾਤਾ ਕਹਿਣ ਲੱਗੀ, ਬਾਬਾ ਜੀ ਇੰਨੀ ਕੁ ਸਮਰੱਥਾ ਨਹੀਂ ਵੀ ਮੈਂ ਦੋਨਾਂ ਨੂੰ ਪੜ੍ਹਾ ਸਕਾਂ। ਜਿਹਦੇ ਢਿੱਡ ਵਿੱਚ 4 ਅੱਖਰ ਪੈਣਗੇ ਉਹਦਾ ਨਾਂ ਦੱਸ ਦਿਓ। ਬਲਵੰਤ ਗਾਰਗੀ ਕਹਿੰਦਾ ਵੀ ਉਸ ਸਾਧ ਨੇ ਮੇਰੇ ਵੱਲ ਹੱਥ ਕਰ ਦਿੱਤਾ, ਵੀ ਵੇਖਿਆ ਵੀ ਨਹੀਂ, ਮੇਰੇ ਵੱਲ ਹੱਥ ਕਰ ਦਿੱਤਾ, ਕਹਿੰਦਾ ਇਹਨੂੰ ਪੜ੍ਹਾ ਦੇ। ਮੇਰੀ ਮਾਤਾ ਸਾਨੂੰ ਘਰੇ ਲੈ ਆਈ। ਮੇਰੇ ਦੂਸਰੇ ਭਰਾ ਨੂੰ ਘਰ ਛੱਡਿਆ ਤੇ ਮੈਨੂੰ ਨਾਲ ਲੈ ਕੇ ਤੁਰ ਪਈ। ਉਹ ਪਤਾ ਕੀ ਕਹਿੰਦਾ, ਜੇ ਕਿਤੇ ਸਾਧ ਮੇਰੇ ਭਰਾ ਕੁਲਵੰਤ ਵੱਲ ਹੱਥ ਕਰ ਦਿੰਦਾ, ਮੈਂ ਬੁਢਲਾਡੇ ਮੰਡੀ ਵਿੱਚ ਆੜ੍ਹਤੀ ਹੋਣਾ ਸੀ। ਕਿਉਂਕਿ ਉਹਦਾ ਭਰਾ ਜਿਹੜਾ ਕੁਲਵੰਤ ਸੀ ਉਹ ਆੜ੍ਹਤੀ ਸੀ ਬੁਢਲਾਡੇ ਮੰਡੀ ਵਿੱਚ। ਕਹਿੰਦੇ ਉਹ ਸਾਧ ਨੇ ਮੇਰੇ ਵੱਲ ਹੱਥ ਕੀਤਾ ਤੇ ਮੇਰੀ ਮਾਤਾ ਮੈਨੂੰ ਗੁਰਦੁਆਰਾ ਸਾਹਿਬ ਲੈ ਗਈ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਪੜ੍ਹਾਈ ਕਰਾਈ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਗੁਰੂ ਘਰ ਉਦੋਂ ਹੀ ਬਣਾਇਆ ਜਾਂਦਾ ਸੀ ਜਦੋਂ ਗੁਰੂ ਘਰ ਦੇ ਨਾਲ ਗੁਰਦੁਆਰਾ ਸਾਹਿਬ, ਉਹਦੇ ਨਾਲ ਸਕੂਲ ਹੋਵੇ। ਮਸਜਿਦ ਨੂੰ ਪ੍ਰਵਾਨਗੀ ਉਦੋਂ ਦਿੱਤੀ ਜਾਂਦੀ ਸੀ ਜਦੋਂ ਉਹਦੇ ਨਾਲ ਮਦਰਸਾ ਹੋਵੇ ਪੜ੍ਹਾਉਣ ਵਾਸਤੇ। ਮੰਦਰ ਬਣਾਉਣ ਦੀ ਇਜਾਜ਼ਤ ਉਦੋਂ ਦਿੱਤੀ ਜਾਂਦੀ ਸੀ ਜਦੋਂ ਉਹਦੇ ਨਾਲ ਸਕੂਲ ਹੋਵੇ ਪੜ੍ਹਾਉਣ ਵਾਸਤੇ, ਤਾਂ ਕਿ ਜਿੱਥੇ ਧਰਮ ਦੀ ਵਿੱਦਿਆ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ, ਉੱਥੇ ਨਾਲ ਨਾਲ ਦੁਨਿਆਵੀ ਵਿੱਦਿਆ ਦਾ ਵੀ ਪ੍ਰਚਾਰ ਹੋਵੇ। ਪਰ ਅੰਗਰੇਜ਼ਾਂ ਨੇ ਇਹ ਸਾਰਾ ਕੁਝ ਬਖੇਰ ਕੇ ਰੱਖ ਦਿੱਤਾ। ਖੈਰ ਇਹ ਵੱਖਰਾ ਵਿਸ਼ਾ ਹੈ। ਜਦੋਂ ਕਹਿੰਦੇ ਗੁਰਦੁਆਰਾ ਸਾਹਿਬ ਗਏ, ਮੇਰੀ ਮਾਤਾ ਨੇ ਮੈਨੂੰ ਉੱਥੇ ਛੱਡਿਆ। ਬੱਚੇ ਕਈ ਉੱਥੇ ਖੇਡਦੇ ਪਏ ਸਨ। 1-2 ਦਿਨ ਮੈਂ ਵੀ ਖੇਡਦਾ ਰਿਹਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਪੜ੍ਹਾਈ ਹੁੰਦੀ ਹੈ ਇੱਥੇ? ਬੱਚੇ ਕਹਿੰਦੇ ਇੱਥੇ ਤਾਂ ਪੜ੍ਹਾਈ ਇੱਦਾਂ ਦੀ ਹੁੰਦੀ ਹੈ ਵੀ ਇੱਕ ਨਿਹੰਗ ਸਿੰਘ ਬਾਬਾ ਜੀ ਆਉਂਦੇ ਨੇ, ਹਫ਼ਤੇ ਕੁ ਪਿੱਛੋਂ ਆ ਕੇ ਪੁਰਾਣਾ ਸਬਕ ਸੁਣ ਲੈਂਦੇ ਤੇ ਨਵਾਂ ਦੇ ਜਾਂਦੇ ਨੇ। ਕਹਿੰਦਾ 2-3 ਦਿਨ ਮੈਂ ਖੇਡਦਾ ਰਿਹਾ ਤੇ ਇੱਕ ਦਿਨ ਬੱਚੇ ਕਤਾਰ ਬਣਾ ਕੇ ਖਲੋ ਗਏ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ। ਸਾਰਿਆਂ ਦਾ ਧਿਆਨ ਉਸ ਪਾਸੇ ਲੱਗ ਗਿਆ ਜਿੱਧਰੋਂ ਬਾਬਾ ਜੀ ਆਉਂਦੇ। ਸਰਪਟ ਘੋੜਾ ਦੌੜਾਈ, ਨੀਲੇ ਬਾਣੇ ਵਿੱਚ ਹੱਥ ਵਿੱਚ ਬਰਛਾ ਪਕੜਿਆ,
ਜੋ ਬਾਬਾ ਜੀ ਸਾਡੇ ਕੋਲ ਆਏ, ਬੱਚਿਆਂ ਨੇ ਫਤਿਹ ਬੁਲਾਈ ਤੇ ਬੱਚਿਆਂ ਨੂੰ ਇਸ਼ਾਰਾ ਕੀਤਾ ਵੀ ਪਿਛਾਂ ਹਟ ਜਾਓ, ਤੇ ਮੈਨੂੰ ਪੁੱਛਣ ਲੱਗੇ, ਭਾਈ ਤੂੰ ਕਿਹਨਾਂ ਦਾ ਮੁੰਡਾ ਹੈ? ਕਹਿੰਦਾ ਜੀ ਮੈਂ ਬਾਣੀਏ ਪਰਿਵਾਰ ਵਿੱਚੋਂ ਹੈ। ਸੁਣਾ ਤੂੰ ਕੀ ਸਿੱਖਿਆ? ਮੈਂ ਹੱਥ ਜੋੜ ਕੇ ਆਖਿਆ, ਬਾਬਾ ਜੀ ਅਜੇ ਤਾਂ ਮੈਂ ਕੁਝ ਨਹੀਂ ਸਿੱਖਿਆ, ਅਜੇ ਤਾਂ ਮੈਂ ਪੜ੍ਹਨ ਵਾਸਤੇ ਆਇਆ। ਜਿਹੜਾ ਸਬਕ ਤੁਸੀਂ ਅੱਜ ਮੈਨੂੰ ਦੇ ਕੇ ਜਾਓਗੇ ਨਾ, ਉਹ ਸਬਕ ਮੈਂ ਪਕਾਵਾਂਗਾ ਤੇ ਅਗਲੀ ਵਾਰ ਤੁਹਾਨੂੰ ਸੁਣਾ ਦਿਆਂਗਾ। ਕਹਿੰਦੇ ਉਹਨਾਂ ਨੇ ਘੋੜੇ ਤੇ ਬਹਿ ਕੇ ਬਰਛੇ ਦੀ ਨੋਕ ਦੇ ਨਾਲ ਜ਼ਮੀਨ ਦੇ ਉੱਪਰ ਏਕਾ ਵਾਹਿਆ, ਨਾਲ ਖੁੱਲੇ ਮੂੰਹ ਵਾਲਾ ਊੜਾ ਲਿਖ ਦਿੱਤਾ। ਆਖਣ ਲੱਗੇ, ਬੋਲ ਇੱਕ ਓੰਕਾਰ। ਜਦੋਂ ਉਹਨਾਂ ਨੇ ਬੁਲਾਇਆ, ਮੈਂ ਪਿੱਛੇ ਇੱਕ ਓੰਕਾਰ ਬੋਲਿਆ। ਕਹਿਣ ਲੱਗੇ, ਬੇਟਾ ਤੇਰੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਬੀਜ ਮੰਤਰ ਸਰਬ ਕੋ ਗਿਆਨ। ਇਹ ਸਾਡੀ ਜ਼ਿੰਦਗੀ ਦਾ ਪਹਿਲਾ ਸਬਕ ਹੈ, ਇੱਕ ਓੰਕਾਰ। ਬਲਵੰਤ ਗਾਰਗੀ ਕਹਿੰਦਾ ਕਿ ਉਹ ਸਬਕ ਮੈਂ ਪਕਾਇਆ, ਅੱਜ ਮੈਂ ਮਹਿਸੂਸ ਕਰਦਾ ਹਾਂ ਮੇਰੀ ਜਿੰਨੀ ਵੀ ਪੜ੍ਹਾਈ ਹੈ, ਮੇਰੀ ਜਿੰਨੀ ਵੀ ਵਿਦਿਆ ਹੈ, ਇਸ ਸਬਕ ਦੇ ਵਿੱਚ ਹੈ। ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਵੀ ਇਹੀ ਹੈ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੀ ਹੈ। ਬਾਕੀ ਮੇਰੀ ਸਾਰੀ ਵਿਦਿਆ ਇਹਨਾਂ ਦੋ ਸਬਕਾਂ ਦੇ ਵਿੱਚ ਹੈ। ਗੁਰਮੁਖੋ, ਬਲਵੰਤ ਗਾਰਗੀ ਜੀ ਨੇ ਕਦੇ ਇਹ ਨਹੀਂ ਆਖਿਆ ਵੀ ਮੈਂ ਸਿੱਖ ਹਾਂ ਜਾਂ ਮੇਰਾ ਸਿੱਖੀ ਨਾਲ ਕੋਈ ਸੰਬੰਧ ਹੈ, ਪਰ ਉਹ ਕਹਿੰਦਾ ਵੀ ਅੱਜ ਵੀ ਉਸ ਨਿਹੰਗ ਬਾਬਾ ਜੀ ਦੀ ਮੂਰਤ ਨਾ ਮੇਰੇ ਹਿਰਦੇ ਵਿੱਚ ਉਸੇ ਤਰ੍ਹਾਂ ਇਨ ਬਿਨ ਹੈ। ਮੈਂ ਮਹਿਸੂਸ ਕਰਦਾ ਜਿੱਥੇ ਧਰਤੀ ਤੇ ਆਕਾਸ਼ ਮਿਲਣ, ਉਸ ਪਾਸੇ ਉਹ ਨਿਹੰਗ ਬਾਬਾ ਜੀ ਆਵਣ, ਆਪਣੇ ਬਰਛੇ ਨਾਲ ਧਰਤੀ ਦੇ ਹਿੱਕ ਦੇ ਉੱਪਰ ਇੱਕ ਓੰਕਾਰ ਲਿਖਣ ਤੇ ਸਾਰਾ ਸੰਸਾਰ ਹੱਥ ਜੋੜ ਕੇ ਉਹਨੂੰ ਮੱਥਾ ਟੇਕੇ। ਇਹ ਦੁਨੀਆ ਦਾ ਪਹਿਲਾ ਤੇ ਆਖਰੀ ਸਬਕ ਹੋਵੇਗਾ, ਕਿਉਂਕਿ ਇਹ ਸਬਕ ਸਾਡਾ ਪੁਨਰ ਨਿਰਮਾਣ ਕਰਦਾ ਹੈ। ਇਹ ਸਬਕ ਸਾਡਾ ਕਾਇਆ ਕਲਪ ਕਰਦਾ ਹੈ। ਜ਼ਿੰਦਗੀ ਦੇ ਅੰਦਰ ਜ਼ਿੰਦਗੀ ਨੂੰ ਪੁਨਰ ਨਿਰਮਾਣ ਚਾਹੀਦਾ। ਹਮੇਸ਼ਾ ਯਾਦ ਰੱਖੀਏ, ਬਹੁਤ ਕੁਝ ਪੁਰਾਣਾ ਹੋ ਜਾਂਦਾ ਹੈ, ਪਰ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਿਤ ਨਵੀਂ ਹੈ। ਜੁਗਾਂ ਜੁਗਾਂਤਰਾਂ ਤਾਈਂ ਪੜ੍ਹੀ ਜਾਏਗੀ। ਲੋਕ ਪੜ੍ਹਨਗੇ, ਪੜ੍ਹਦੇ ਸਨ ਤੇ ਹੁਣ ਵੀ ਪੜ੍ਹ ਰਹੇ ਨੇ। ਇਹ ਸਾਡੇ ਜੀਵਨ ਦਾ ਨਿਰਮਾਣ ਕਰਦੀ ਜਾਏਗੀ, ਕਿਉਂਕਿ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ। ਮੇਰਾ ਮਾਲਕ ਨਿਤ ਨਵਾ, ਉਸ ਦੀ ਰਸਨਾ ਵਿੱਚੋਂ ਨਿਕਲਿਆ ਹੋਇਆ ਇੱਕ ਇੱਕ ਬੋਲ ਜਿਹੜਾ ਉਹ ਨਿਤ ਨਵਾ ਹੈ। ਇਹ ਬੀਜ ਮੰਤਰ ਜਿਹੜਾ ਹੈ, ਇਹ ਗੁਰੂ ਸਾਹਿਬ ਜੀ ਨੇ ਸਾਡੀ ਝੋਲੀ ਵਿੱਚ ਪਾਇਆ। ਤਾਂ ਸਤਿਗੁਰੂ ਕਹਿੰਦੇ, ਜਿਹਨੇ ਇਹਨੂੰ ਕਮਾ ਲਿਆ ਉਹਨੇ ਜ਼ਿੰਦਗੀ ਵਿੱਚ ਸਾਰਾ ਕੁਝ ਕਮਾ ਲੈਣਾ ਹੈ। ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕਉ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ। ਜਿਹੜਾ ਜਿਹੜਾ ਜਪੇਗਾ ਉਹਦੀ ਮੁਕਤੀ ਹੋ ਜਾਏਗੀ, ਉਹਦਾ ਭਲਾ ਹੋ ਜਾਏਗਾ। ਤੇ ਭਾਈ ਗੁਰਦਾਸ ਸਾਹਿਬ ਜੀ ਫਿਰ ਸਤਿਗੁਰਾਂ ਦੀ ਬਾਣੀ ਦੇ ਪ੍ਰਤੀ ਇੱਕ ਬੜਾ ਸੁੰਦਰ ਬਚਨ ਉਚਾਰਦੇ ਨੇ। ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ, ਮਿਟੈ ਅੰਧਿਆਰਾ। ਜਦੋਂ ਰਸਨਾ ਦੇ ਦੁਆਰਾ ਬਾਣੀ ਉਚਾਰਨ ਕਰੀ ਜੀ, ਹਿਰਦੇ ਵਿੱਚ ਰੁਸ਼ਨਾਈ ਹੋ ਜਾਂਦੀ ਹੈ। ਇੱਕ ਸੋਹਣੀ ਜੀ ਉਦਾਹਰਣ ਹੈ। ਇਹ ਉਦਾਹਰਣ ਕਿਹਨੇ ਦਿੱਤੀ? ਮੈਂ ਸੋਹਣੀ ਸ਼ਬਦ ਤਾਂ ਵਰਤਿਆ ਕਿ ਜਿਹੜੀ ਗੱਲ ਗੁਰੂ ਕਰੇ ਉਹ ਵਜ਼ਨਦਾਰ ਹੁੰਦੀ ਹੈ। ਲੋਕ ਗੱਲ ਕਰਨ ਤੇ ਗੱਲ ਵੱਖਰੀ ਹੈ, ਪਰ ਜਿਹੜੀ ਗੱਲ ਗੁਰੂ ਕਰੇ ਉਹ ਗੱਲ ਵੱਖਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕ ਦਿਨ ਗੁਰਸਿੱਖਾਂ ਨੂੰ ਕਹਿੰਦੇ ਕਿ ਜਿਹਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੋਵੇ ਤੇ ਉਹਨੂੰ ਰਾਹ ਨਾ ਪਤਾ ਹੋਵੇ ਤੇ ਉਹ ਕੀ ਕਰੇਗਾ? ਕਹਿੰਦੇ ਪਾਤਸ਼ਾਹ ਪੁੱਛਣਾ ਪਏਗਾ ਦੂਸਰੇ ਨੂੰ ਜਿਹਨੂੰ ਪਤਾ ਹੈ। ਮਹਾਰਾਜ ਕਹਿੰਦੇ ਕਿਹਨੂੰ ਪੁੱਛੋਗੇ? ਸਿੱਖ ਕਹਿੰਦੇ ਮਹਾਰਾਜ ਜੀ ਜਿਹੜਾ ਜਾਣਦਾ ਹੋਵੇ। ਗੁਰੂ ਸਾਹਿਬ ਕਹਿੰਦੇ ਨਹੀਂ, ਰਾਹ ਉਹਨੂੰ ਪੁੱਛਣ ਦਾ ਫਾਇਦਾ ਹੈ ਜਿਹੜਾ ਉਸ ਰਾਹ ਤੇ ਚੱਲ ਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰ ਆਇਆ। ਉਹਨੂੰ ਰਸਤਾ ਪੁੱਛਣ ਦਾ ਫਾਇਦਾ ਹੈ, ਕਿਉਂਕਿ ਉਹਦਾ ਤਜਰਬਾ ਹੈ। ਉਹਦੀ ਰਸਨਾ ਵਿੱਚੋਂ ਜਦੋਂ ਬੋਲ ਸੁਣਾਂਗੇ ਨਾ ਵੀ ਇਹ ਰਸਤਾ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈ, ਤੇ ਉਹਦੀ ਰਸਨਾ ਦਾ ਬੋਲ ਸਾਡਾ ਭਰਮ ਕੱਟ ਕੇ ਸਾਨੂੰ ਗਿਆਨ ਕਰਾ ਦੇਗਾ। ਹੁਣ ਸ਼ਬਦ ਦੀ ਮਹਿਮਾ ਸੁਣਿਓ। ਜਿਸ ਰਾਹ ਦਾ ਮੈਨੂੰ ਪਤਾ ਨਹੀਂ, ਦੂਜਾ ਆਪਣੀ ਜ਼ਬਾਨ ਦੇ ਨਾਲ ਮੈਨੂੰ ਬੋਲ ਕੇ ਦੱਸਦਾ ਵੀ ਮੈਂ ਇਸ ਰਾਹ ਗਿਆ ਸੀ, ਤੂੰ ਇਸ ਰਾਹ ਚਲਾ ਜਾ ਤੇ ਤੈਨੂੰ ਅੱਗੇ ਜਾ ਕੇ ਇਸ ਜਗ੍ਹਾ ਦੇ ਦਰਸ਼ਨ ਹੋਣਗੇ। ਇੱਥੇ ਟੋਆ ਹੋਏਗਾ, ਇੱਥੇ ਟਿੱਬਾ ਹੋਵੇਗਾ,
ਤੇ ਵੇਖੋ ਉਹਦੇ ਬੋਲ ਸਾਨੂੰ ਗਿਆਨ ਕਰਾਉਂਦੇ ਨੇ। ਸ਼ਬਦ ਜਿਹੜਾ ਹੈ ਨਾ, ਸ਼ਬਦ ਗਿਆਨ ਕਰਾਉਂਦਾ। ਇੱਕ ਬੋਲਦਾ ਦੂਜੇ ਨੂੰ ਝਟ ਪਤਾ ਲੱਗ ਜਾਂਦਾ ਹੈ। ਇਹ ਸ਼ਬਦ ਦੀ ਤਾਕਤ ਹੈ, ਉਹਦੀ ਸਮਰੱਥਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਅੰਦਰ ਰੁਸ਼ਨਾਈ ਹੋ ਜਾਂਦੀ ਹੈ। ਮੈਨੂੰ ਰਸਤਾ ਨਹੀਂ ਪਤਾ, ਪਰ ਦੂਜੇ ਨੇ ਕਹਿ ਦਿੱਤਾ ਵੀ ਇਸ ਰਸਤੇ ਮੈਂ ਗਿਆ, ਇਹ ਰਸਤਾ ਠੀਕ ਹੈ, ਇਸ ਰਸਤੇ ਚਲਾ ਜਾ, ਤੂੰ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ। ਤੇ ਸਾਨੂੰ ਝਟ ਪਤਾ ਲੱਗ ਜਾਂਦਾ। ਉਹਦੇ ਬੋਲ ਸਾਨੂੰ ਗਿਆਨ ਕਰਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਇੱਕ ਅਨੁਭਵ ਦੇ ਵਿੱਚੋਂ ਪ੍ਰਗਟ ਹੋਏ ਨੇ, ਜਿਹਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਸੱਚੀ ਬਾਣੀ ਆਖਿਆ। ਆਵੋ ਸਿੱਖ ਸਤਿ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਗਾਇਨ ਕਰਨ ਦਾ ਹੁਕਮ ਹੈ ਜੀ। ਸੱਚੀ ਬਾਣੀ ਕਿਉਂ ਆਖਿਆ? ਕਿਉਂਕਿ ਉਹਨਾਂ ਦਾ ਅਨੁਭਵ ਹੈ। ਇਹ ਬਾਣੀ ਉਹਨਾਂ ਦੇ ਹਿਰਦੇ ਦੇ ਘਰ ਦੇ ਵਿੱਚੋਂ ਪ੍ਰਗਟ ਹੋਈ ਹੈ। ਉਹਨਾਂ ਨੇ ਆਪ ਪਰਮੇਸ਼ਰ ਦੀ ਬੰਦਗੀ ਕੀਤੀ, ਨਾਮ ਜਪਿਆ। ਜੈਸੇ ਭੱਟਾਂ ਦੇ ਸਵਈਆਂ ਵਿੱਚ ਬਚਨ ਆਉਂਦੇ, ਨਾਨਕ ਨਾਮ ਨਿਰੰਜਨ ਜਾਣਿਓ। ਪਹਿਲਾਂ ਆਪ ਜਾਣਿਆ ਸਤਿਗੁਰਾਂ ਨੇ, ਪਹਿਲਾਂ ਜਾਣਿਆ, ਫਿਰ ਸਿੱਖਾਂ ਨੂੰ ਜਣਾਇਆ। ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਇਹ ਬਾਣੀ ਕੇਵਲ ਰਸਨਾ ਵਿੱਚੋਂ ਨਹੀਂ ਨਿਕਲੀ, ਇਸ ਬਾਣੀ ਨੂੰ ਮਹਾਰਾਜ ਨੇ ਰਸਨਾ ਨਾਲ ਉਚਾਰਿਆ। ਪਹਿਲਾਂ ਉਸ ਬਾਣੀ ਨੂੰ ਆਪਣੇ ਜੀਵਨ ਵਿੱਚ ਕਮਾਇਆ ਤੇ ਅਨੁਭਵ ਕੀਤਾ, ਤੇ ਉਹ ਬਾਣੀ ਸਾਨੂੰ ਸਾਡੀ ਝੋਲੀ ਵਿੱਚ ਪਾ ਕੇ ਜਿਹੜੀਆਂ ਰੱਬੀ ਰਮਜ਼ਾਂ ਤੇ ਅੰਦਰ ਦਾ ਰਹੱਸ ਸੀ, ਮਹਾਰਾਜ ਨੇ ਉਸ ਨੂੰ ਬਾਣੀ ਦੇ ਰਾਹੀਂ ਪ੍ਰਗਟ ਕਰ ਦਿੱਤਾ ਹੈ। ਉਹ ਸਾਰਾ ਅਨੁਭਵ ਗੁਰੂ ਸਾਹਿਬ ਜੀ ਦਾ ਬਾਣੀ ਦੇ ਅੰਦਰ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਜਿਹੜਾ ਉਸ ਰਾਹ ਤੇ ਤੁਰ ਕੇ ਗਿਆ, ਉਹਨੂੰ ਪੁੱਛੋਗੇ ਤੇ ਤੁਹਾਨੂੰ ਉਹ ਸ੍ਰੀ ਹਰਿਮੰਦਰ ਸਾਹਿਬ ਲੈ ਜਾਏਗਾ। ਤੇ ਜਦੋਂ ਤੁਸੀਂ ਗੁਰੂ ਕੀ ਬਾਣੀ ਪੜ੍ਹੋਗੇ ਤੇ ਗੁਰੂ ਦੀ ਬਾਣੀ ਤੁਹਾਨੂੰ ਉਸ ਘਰ ਦੇ ਵਿੱਚ ਲੈ ਜਾਏਗੀ ਜਿਸ ਘਰ ਦੇ ਵਿੱਚੋਂ ਇਹ ਬਾਣੀ ਪ੍ਰਗਟ ਹੋਈ ਹੈ। ਕਿਉਂਕਿ ਇਹ ਬਾਣੀ ਗੁਰੂ ਦੇ ਹਿਰਦੇ ਦਾ ਅਨੁਭਵ, ਹਿਰਦੇ ਦਾ ਚਾਨਣਾ ਹੈ। ਤੇ ਨਾਲ ਹੀ ਸਤਿਗੁਰਾਂ ਨੇ ਵੀ ਕਹਿ ਦਿੱਤਾ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਗੁਰੂ ਤੋਂ ਬਿਨਾ ਬਾਕੀ ਬਾਣੀ ਕੱਚੀ ਹੈ। ਇਹਦੀ ਵਿਆਖਿਆ ਕਰਦਿਆਂ ਹੋਇਆ ਡਾਕਟਰ ਪਿਆਰਾ ਸਿੰਘ ਪਦਮ ਨੇ ਇੱਕ ਬਚਨ ਲਿਖਿਆ ਵੀ ਕੱਚੀ ਬਾਣੀ ਦਾ ਕੀ ਭਾਵ ਹੈ। ਉਹ ਕਹਿੰਦੇ ਹੋ ਸਕਦੇ ਨੇ ਬੋਲ ਚੰਗੇ ਹੋਵਣ, ਬੋਲ ਗੁਣਕਾਰੀ ਹੋਵਣ, ਪਰ ਜ਼ਿੰਦਗੀ ਦਾ ਤਜਰਬਾ ਕੋਈ ਨਹੀਂ, ਉਹਦੇ ਪਿੱਛੇ ਅਨੁਭਵ ਕੋਈ ਨਹੀਂ, ਅੰਦਰ ਦੀ ਰਮਜ ਨੂੰ ਆਪ ਨਹੀਂ ਸਮਝ ਸਕਿਆ। ਜਿਹਨੂੰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਜੀ, ਮਨ ਨਹੀਂ ਪ੍ਰੀਤ ਮੁਖ ਹੋ ਗੰਢ ਲਾਵਤ। ਮਨ ਵਿੱਚ ਪ੍ਰੀਤ ਨਹੀਂ, ਮੁਖ ਰਾਹੀਂ ਗੰਢ ਲਾਉਂਦਾ। ਗੱਲਾਂ ਤਾਂ ਬੜੀਆਂ ਚੰਗੀਆਂ ਕਰਦਾ, ਪਰ ਉਹਨਾਂ ਚੰਗੀਆਂ ਗੱਲਾਂ ਪਿੱਛੇ ਆਪਣਾ ਅਨੁਭਵ ਕੋਈ ਨਹੀਂ। ਪਿਆਰਾ ਸਿੰਘ ਪਦਮ ਕਹਿੰਦੇ, ਮੈਨੂੰ ਜਾਪਦਾ ਕਿ ਸ਼ਾਇਦ ਇਹ ਬਾਣੀ ਕੱਚੀ ਹੈ, ਜਿਹਦੇ ਪਿੱਛੇ ਅਨੁਭਵ ਹੀ ਕੋਈ ਨਹੀਂ। ਜਿਸ ਬਾਣੀ ਦੇ ਪਿੱਛੇ ਅਨੁਭਵ ਕੋਈ ਨਹੀਂ, ਜਿਸ ਬਾਣੀ ਦੇ ਪਿੱਛੇ, ਜਿਨ੍ਹਾਂ ਬੋਲਾਂ ਦੇ ਪਿੱਛੇ ਕਮਾਈ ਕੋਈ ਨਹੀਂ, ਉਹ ਬੋਲ ਤੁਹਾਡੇ ਹਿਰਦੇ ਦੇ ਅਗਿਆਨ ਨੂੰ ਕਿਵੇਂ ਮਿਟਾਵਣਗੇ? ਉਹ ਬੋਲ ਤੁਸੀਂ ਸੁਣੋਗੇ, ਤੁਹਾਨੂੰ ਚੰਗੇ ਲੱਗਣਗੇ, ਤੁਸੀਂ ਮਹਿਸੂਸ ਕਰੋਗੇ ਵੀ ਇਹ ਬੋਲ ਚੰਗੇ ਨੇ, ਪਰ ਉਹ ਕਦੇ ਤੁਹਾਡੇ ਹਿਰਦੇ ਦੇ ਘਰ ਵਿੱਚ ਘਰ ਨਹੀਂ ਕਰਨਗੇ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਤੁਸੀਂ ਪੜ੍ਹੋਗੇ, ਸੁਣੋਗੇ, ਉਹ ਬਾਣੀ ਤੁਹਾਡੇ ਹਿਰਦੇ ਨੂੰ ਵਿੰਨ ਜਾਏਗੀ, ਜਿਵੇਂ ਕਹਿੰਦੇ ਪੱਥਰ ਵਿੰਨਿਆ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਇਹ ਗੁਰਬਾਣੀ ਦੇ ਤੀਰ ਜਦੋਂ ਹਿਰਦੇ ਵਿੱਚ ਆ ਕੇ ਵੱਜਦੇ ਨੇ ਤੇ ਹਿਰਦੇ ਨੂੰ ਅੰਦਰੋਂ ਚੀਰ ਜਾਂਦੇ ਨੇ। ਚੀਰਦੇ ਕੀ ਨੇ? ਭਰਮ ਦੇ ਪਰਦੇ ਪਾੜ ਦਿੰਦੇ ਨੇ, ਸਿੱਖ ਦੇ ਹਿਰਦੇ ਨੂੰ ਗਿਆਨ ਕਰਾ ਦਿੰਦੇ ਨੇ। ਬਾਣੀ ਮੁਖੋਂ ਉਚਾਰੀਐ ਹੋਏ ਰੋਸ਼ਨਾਈ। ਤੁਸੀਂ ਇਸ ਚੀਜ਼ ਦਾ ਚਿੰਤਨ ਕਰਨਾ ਜੋ ਭਾਈ ਗੁਰਦਾਸ ਜੀ ਕਹਿ ਰਹੇ ਨੇ, ਰੋਸ਼ਨਾਈ ਹੋਵੇਗੀ ਤੁਹਾਡੇ ਅੰਦਰ, ਚਾਨਣ ਹੋਵੇਗਾ, ਮਿਟੇ ਅੰਧਿਆਰਾ, ਅੰਦਰੋਂ ਹਨੇਰਾ ਮਿਟੇਗਾ। ਕਦੋਂ? ਜਦੋਂ ਰਸਨਾ ਨਾਲ ਅਸੀਂ ਬਾਣੀ ਉਚਾਰਾਂਗੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੱਚੀ ਬਾਣੀ ਗਾਓ, ਪਰ ਨਾਲ ਯਾਦ ਰੱਖਿਓ ਕੱਚੀ ਬਾਣੀ ਦੇ ਲੜ ਨਹੀਂ ਲੱਗਣਾ। ਤੁਸੀਂ ਉਹ ਬਾਣੀ ਗਾਵਣੀ ਹੈ ਜਿਹੜੀ ਬਾਣੀ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਉਚਾਰ ਕੇ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ ਹੈ। ਔਰ ਉਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਿਸ ਬਾਣੀ ਨੂੰ ਗੁਰੂ ਨਾਨਕ ਸਾਹਿਬ ਨੇ ਉਚਾਰਿਆ, ਉਸ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ।
थोड़ा समा गुरु ग्रंथ साहिब जी के इतिहासक पक्ष दे विच चलीए आपां। ये तो गुरबाणी की वडियाई जितनी करी जाओ उतनी थोड़ी है। सतगुर वड्डा कर सालाही है जिस विच वड्डियां वडियाईयां। गुरु नूं वड्डा करके सलाहीए, जदों असीं गुरु नूं वड्डा करके सलाउने आ तो साडा कद उच्चा हुंदा है। डॉक्टर हरपाल सिंह पन्नू उन्हां दी रसना दे बोल बड़े मिठे ने। वो कहते भी जदों असीं अपने बजुर्गां नूं सलाउने आ ना, असीं कहने भी साडे बजुर्ग बड़े चंगे सन, कहते साडा कद उच्चा हुंदा है। जदों असीं कहने भी साडे बजुर्ग चंगे नहीं सी, उन्हां नूं आपां माड़ा कहने आ, कद तां साडा ही नीवा होना ना। कहते जदों असीं अपने गुरु नूं वड्डा करके सलावांगे, इत्थे भी साडा कद उच्चा होएगा, दरगाह विच भी साडा कद उच्चा होएगा जदों गुरु नूं वड्डा करके सलावांगे। और आपां जुड़दे भी इसे वास्ते आ, अपने गुरु की वडियाई करने वास्ते। धन गुरु ग्रंथ साहिब महाराज जी का जिहड़ा इतिहासक पक्ष है कि ये बाणी जो गुरु अर्जन देव साहिब जी ने दर्ज की, गुरु ग्रंथ साहिब अंदर संपादना की, ये बाणी के स्रोत की सीगे। गुरु नानक साहिब जी महाराज सच्चे पातशाह जी खुद बाणी लिखते सन और कुछ महाराज गुरु नानक साहिब जी के लिखारी भी सन। जिहड़ी सब तो पुरातन जन्म साखी है उहदे विच जिक्र आउंदा है, भाई झाड़ू कलाल नाम का गुरसिख सतगुरु महाराज गुरु नानक साहिब बाणी उचारते हैं तो वह बाणी लिखदा भी है। ज़्यादातर बाणी आप ही लिखते हैं महाराज। जदों इस सिख के इलाके में महाराज जी जाते हैं उदों ये गुरसिख भी बाणी लिखदा है। दूजा सिख होया जी भाई सैदा केहो। जदों महाराज माझ दी वार उचारदे गुरु नानक साहिब जी तो उदों वो गुरसिख भाई सैदो केहो बाणी लिखदा जे। सिद्धा नाल गोष्ठी हुंदी है उदों भी बाणी यही गुरसिख लिखदा है। तो फिर जन्म साखी दे बचन आउंदे ने। एक गुरु साहिब दा सिख है भाई मनसुख। जदों संगला दीप गए राजे शिवनाभ नूं उन्होंने गुरु साहिब नाल जोड़िया, भाई मनसुख भी बाणी लिखते रहे। जदों सिद्धा नाल चर्चा हुई आप भी बाणी लिखते साहिब जी। जदों सतगुरु करतारपुर साहिब विराजदे उत्थे भाई मनसुख वर्गे गुरसिख बाणी लिखते। तो जन्म साखी का करता कहता भी गुरु नानक साहिब जी बाणी लिखते भी तो सिखां कोलों लिखाउंदे भी ने। और जिस इलाके में जाते ने उथे बाणी उचारते तो गुरसिख बाणी अपने भले लई लिख लेंदे ने कि असीं बाणी नूं पढ़ांगे विचारांगे। और भाई गुरदास साहिब जी ने बड़ी वड्डी गवाही दिती है। सतगुरु गुरु नानक साहिब जी महाराज जी जदों मक्के जाते ने पुछण खोल किताब नूं, बुलाने कहंदे महाराज किताब खोल के दसो। पुछण पुछदे ने खोल किताब नूं, आ तुहाडे कोल जिहड़ी किताब है ना इनू खोल के दसो। हिंदू वड्डा के मुसलमानोई, बाबा आखे हाजियां शुभ अमला बाजो दोनों रोई। गुरु नानक साहिब जी महाराज उन्होंने कहते चंगे अमलों तो बिना दोनों ही रोंदे ने। आसा हथ किताब कछ, भाई साहब कहते एक हथ विच आसा, आसा सोटे नूं कहंदे ते कछ दे विच किताब है गुरु नानक साहिब जी दे। वो किताब किहड़ी, वो बाणी दी पोथी है। प्रिथी चंद दे परिवार विचों प्रिथी चंद दा पोतरा हर सहाय होया। गुरु हरगोबिंद साहिब महाराज जी दे समय उन्हें सिੱਖੀ ਦਾ ਮੁੱਢਲਾ इतिहास लिखिया। ਉਹਦੇ ਵਿੱਚ ਉਹ ਲਿਖਦਾ है कि गुरु नानक साहिब जी महाराज सच्चे पातशाह ने जदों अपनी गद्दी गुरु अंगद देव जी नूं दित्ती ते नाल बाणी दी पोथी भी दित्ती। जदों गुरु अंगद देव साहिब जी महाराज ने गुरता गद्दी गुरु अमरदास साहिब जी नूं दित्ती, उन्हां बाणी दी पोथी भी दित्ती। इदां फिर वो लिखदे गुरु अमरदास साहिब जी गुरु रामदास साहिब जी उन्होंने जदों गद्दी ते बिठाउंदे बाणी दी पोथी देंदे, फिर वो भी लिखदा है भावां कि वो विरोधी सन पर उन्हें एक शब्द लिखिया जदों गुरु रामदास साहिब जी महाराज सचखंड समाए उन्होंने बाणी दी पोथी गुरु अर्जन देव जी नूं दित्ती। ये पोथी बाणी दी सीने बसीने चली आउंदी सी। गुरु अंगद देव जी महाराज ने अपने समय दे अंदर गुरबाणी नूं लिख के संगतां विच प्रचारिया।
ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਅੰਦਰ ਵੇਖੋ ਕੇਵਲ ਸ਼ਲੋਕ ਹੀ ਨੇ, ਬਹੁਤੀ ਬਾਣੀ ਪਾਤਸ਼ਾਹ ਜੀ ਦੀ ਦਰਜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ। ਕਰੀਬਨ 62 ਕੁ ਸ਼ਲੋਕ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਜ ਨੇ ਬਾਣੀ ਦੇ ਅੰਦਰ। ਸਤਿਗੁਰੂ ਜੀ ਨੇ ਬਾਣੀ ਉਚਾਰਨ ਦੀ ਬਜਾਏ ਬਾਣੀ ਨੂੰ ਪ੍ਰਚਾਰਨ ਦਾ ਜ਼ੋਰ ਕੀਤਾ। ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਜਪਜੀ ਸਾਹਿਬ ਜੀ ਦੀ ਜਿੰਨੀ ਵੀ ਤਰਤੀਬ ਹੈ, ਇਹ ਸਾਰੀ ਤਰਤੀਬ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੰਨ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਤਿਆਰ ਕੀਤੀ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਬਾਣੀ ਨੂੰ ਹਾਜ਼ਰ ਕੀਤਾ। ਇਸੇ ਕਰਕੇ ਆਪਾਂ ਲਿਪੀ ਨੂੰ ਗੁਰਮੁਖੀ ਲਿਪੀ ਕਹਿਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਦੀ ਜਿਹੜੀ ਲੋਕ ਬੋਲੀ ਆਮ ਭਾਖਾ ਉਹਨੂੰ ਗੁਰਮੁਖੀ ਕਹਿੰਦੇ ਆ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਿਤਨੀ ਵੀ ਉਹ ਬਾਣੀ ਸੀ ਉਹ ਗੁਰਮੁਖੀ ਲਿਪੀ ਨੂੰ ਪ੍ਰਚਲਿਤ ਕਰਕੇ ਸੰਗਤਾਂ ਦੇ ਵਿੱਚੋਂ ਬਾਣੀ ਨੂੰ ਪੜ੍ਹਾਇਆ, ਉਸ ਬਾਣੀ ਨੂੰ ਪ੍ਰਚਾਰਿਆ, ਅੱਖਰਾਂ ਨੂੰ ਪ੍ਰਚਾਰਿਆ। ਤੇ ਇਹ ਅੱਖਰ ਕਿੱਥੋਂ ਲਏ ਜੀ? ਉਹਨਾਂ ਨੇ ਪੱਟੀ ਲਿਖੀ ਬਾਣੀ ਦੇ ਵਿੱਚੋਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਹੜੀ ਬਾਣੀ ਪੱਟੀ ਲਿਖੀ ਉਚਾਰਨ ਕੀਤੀ ਹੈ, ਉਥੋਂ ਸੇਧ ਲੈਂਦਿਆਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਾਰੀ ਬਾਣੀ ਜਿਹੜੀ ਗੁਰਮੁਖੀ ਵਿੱਚ ਲਿਖੀ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਸਾਰਾ ਹੀ ਜਿਹੜਾ ਪਰਿਵਾਰ ਹੈ ਉਹ ਬਾਣੀ ਲਿਖਦਾ ਰਿਹਾ। ਜਿਹੜੀਆਂ ਗੋਇੰਦਵਾਲ ਵਾਲੀਆਂ ਪੋਥੀਆਂ ਨੇ ਇਸ ਗੱਲ ਦਾ ਉਹ ਸਬੂਤ ਨੇ। ਇਤਿਹਾਸਕਾਰ ਲਿਖਦੇ ਵੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਆਪ, ਉਹਨਾਂ ਦੇ ਸੁਪੁੱਤਰ ਬਾਬਾ ਮੋਹਨ ਜੀ, ਬਾਬਾ ਮੋਰੀ ਜੀ ਔਰ ਬਾਬਾ ਮੋਹਨ ਜੀ ਦੇ ਅੱਗੋਂ ਪੁੱਤਰ ਭਾਈ ਸੰਸਾ ਰਾਮ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ, ਉਹ ਵੀ ਆਪਣੀ ਕਲਮ ਨਾਲ ਸਤਿਗੁਰਾਂ ਦੀ ਬਾਣੀ ਦਾ ਉਤਾਰਾ ਕਰਦੇ ਗਏ। ਇਸ ਗੱਲ ਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਭਰਦੇ ਨੇ। ਕਹਿੰਦੇ ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ, ਮਿਲ ਗੁਰ ਸਿੱਖ ਪੜ੍ਹ ਸੁਣ ਲਿਵ ਲਾਈਐ। ਗੁਰਸਿੱਖ ਬਾਣੀ ਦੀਆਂ ਪੋਥੀਆਂ ਬੰਨ੍ਹ ਕੇ ਘਰਾਂ 'ਚ ਰੱਖ ਲੈਂਦੇ ਨੇ। ਕਿਉਂ ਰੱਖਦੇ ਨੇ? ਕਿ ਜਦੋਂ ਗੁਰਸਿੱਖ ਆਵਣਗੇ ਮਿਲ ਕੇ ਬਾਣੀ ਪੜ੍ਹਾਂਗੇ, ਪਰਮੇਸ਼ਰ ਨਾਲ ਲਿਵ ਲਾਵਾਂਗੇ। ਭਾਈ ਸਾਹਿਬ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ। ਕਹਿੰਦੇ ਵੇਖੋ ਸਾਡੇ ਘਰ ਦੇ ਵਿੱਚ ਘਿਓ ਵੀ ਹੁੰਦਾ ਹੈ, ਆਟਾ ਵੀ ਹੁੰਦਾ ਹੈ, ਆਪਾਂ ਰੋਜ਼ ਕਹਿੰਦੇ ਕੜਾਹ ਬਣਾ ਕੇ ਨਹੀਂ ਛਕਦੇ, ਪਰ ਕਹਿੰਦੇ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਫਿਰ ਆਪਾਂ ਕੜਾਹ ਬਣਾ ਕੇ ਉਹਨੂੰ ਛਕਦੇ ਹਾਂ ਤੇ ਛਕਾਉਂਦੇ ਹਾਂ। ਸਾਡੇ ਘਰ ਵਿੱਚ ਗਹਿਣੇ ਹੁੰਦੇ ਨੇ, ਆਪਾਂ ਰੋਜ਼ ਗਹਿਣੇ ਨਹੀਂ ਪਾਉਂਦੇ, ਪਰ ਜਦੋਂ ਕੋਈ ਦੁਨਿਆਵੀ ਕਾਰਜ ਹੁੰਦਾ ਹੈ, ਵਿਆਹ ਦਾ ਸਮਾਗਮ ਹੋਵੇ, ਇੱਦਾਂ ਦੇ ਕਾਰਜ ਹੋਵਣ, ਆਪਾਂ ਗਹਿਣੇ ਪਾ ਕੇ ਲੋਕਾਂ ਨੂੰ ਵਿਖਾਉਂਦੇ ਹਾਂ। ਤੀਜੀ ਉਦਾਹਰਣ ਦਿੰਦੇ ਕਿ ਜੌਹਰੀ ਦੇ ਕੋਲ ਹੀਰੇ ਹੁੰਦੇ ਨੇ, ਪਰ ਉਹ ਕਦੇ ਵੀ ਹੀਰੇ ਸਾਰਿਆਂ ਦੇ ਸਾਹਮਣੇ ਕੱਢ ਕੇ ਸਭ ਨੂੰ ਵਿਖਾਉਂਦਾ ਨਹੀਂ, ਪਰ ਜਦੋਂ ਉਹਦੇ ਕੋਲ ਹੀਰੇ ਦਾ ਗਾਹਕ ਆਵੇ ਤੇ ਉਹ ਹੀਰੇ ਦਾ ਗਾਹਕ ਹੀਰੇ ਨੂੰ ਵੇਖਦਾ, ਪਰਖਦਾ ਤੇ ਬਹੁਤ ਸਾਰੀ ਮਾਇਆ ਦੇ ਦਿੰਦਾ ਤੇ ਹੀਰਾ ਲੈ ਜਾਂਦਾ ਆ। ਜੌਹਰੀ ਹੀਰਾ ਗਾਹਕ ਨੂੰ ਵਿਖਾਉਂਦਾ ਹੈ। ਤੈਸੇ ਗੁਰਸਿੱਖ ਬਾਣੀ ਲਿਖ ਕੇ ਪੋਥੀਆਂ ਬੰਨ੍ਹ ਕੇ ਰੱਖ ਲੈਂਦੇ। ਤੈਸੇ ਗੁਰਸਿੱਖ ਬਾਣੀ ਲਿਖ ਪੋਥੀ ਬਾਂਧ ਰਾਖੀਅਤ, ਪੋਥੀਆਂ ਬੰਨ੍ਹ ਕੇ ਰੱਖ ਦਿੰਦੇ ਨੇ। ਕਿਉਂ? ਕਿ ਜਦੋਂ ਗੁਰੂ ਕੇ ਸਿੱਖ ਆਵਣਗੇ ਅਸੀਂ ਬਹਿ ਕੇ ਬਾਣੀ ਮਿਲ ਕੇ ਪੜ੍ਹਾਂਗੇ, ਬਾਣੀ ਨੂੰ ਵਿਚਾਰਾਂਗੇ। ਤੇ ਗੁਰੂ ਅਮਰਦਾਸ ਸਾਹਿਬ ਜੀ ਹਾਮੀ ਭਰਦੇ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਕਿ ਆਓ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਪਰਮੇਸ਼ਰ ਦੀ ਸੱਚੀ ਬਾਣੀ ਨੂੰ ਗਾਇਨ ਕਰੋ, ਇੱਕ ਤੁਹਾਡਾ ਭਲਾ ਕਰੇਗੀ। ਗੁਰਬਾਣੀ ਦੀਆਂ ਪੋਥੀਆਂ ਉਸ ਵਕਤ ਵੀ ਗੁਰੂ ਕੇ ਸਿੱਖ ਲਿਖਦੇ ਸਨ। ਜਦੋਂ ਮਹਾਰਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਕਤ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਰਬਾਰ ਵਿੱਚ ਸਜੇ ਤੇ ਕੀਰਤਨ ਹੋ ਰਿਹਾ ਸੀ। ਬੰਸਾਵਲੀ ਨਾਮੇ ਅੰਦਰ ਸਰਦਾਰ ਕੇਸਰ ਸਿੰਘ ਛਿੱਬਰ ਲਿਖਦੇ, ਅਚਾਨਕ ਸਿੱਖ ਨੇ ਇੱਕ ਸ਼ਬਦ ਪੜ੍ਹਿਆ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਇਹ ਤਾਂ ਬਾਣੀ ਕੱਚੀ ਹੈ, ਮੀਣਿਆਂ ਨੇ ਰਲਾ ਪਾ ਦਿੱਤਾ ਹੈ। ਇਹ ਸ਼ਬਦ ਮਹਾਰਾਜ ਨੇ ਉਚਾਰਿਆ, ਜਿਹੜਾ ਬੰਸਾਵਲੀ ਨਾਮੇ ਵਿੱਚ ਸ਼ਬਦ ਲਿਖਿਆ ਹੈ। ਮੀਣੇ ਕਿਹਨਾਂ ਨੂੰ ਆਖਿਆ? ਪ੍ਰਿਥੀ ਚੰਦ ਦੇ ਪਰਿਵਾਰ ਨੂੰ, ਕਿਉਂਕਿ ਮਿਹਰਬਾਨ ਜਿਹੜਾ ਸੀ ਜੀ ਉਹਨੇ ਮਹਾਭਾਰਤ ਕੀ, ਰਮਾਇਣ ਕੀ, ਮੁਹੰਮਦ, ਉਹਨਾਂ ਦੇ ਪ੍ਰਤੀ ਸ਼ਬਦ ਲਿਖ ਲਿਖ ਕੇ ਨਾ ਤੇ ਨਾਨਕ ਸ਼ਬਦ ਦੀ ਮੋਹਰ ਲਾ ਦਿੱਤੀ। ਇੱਕ ਤੁਹਾਨੂੰ ਛੋਟੀ ਜੀ ਮੈਂ ਉਦਾਹਰਣ ਦੇ ਦਿੰਦਾ, ਗੱਲ ਬੜੀ ਸਪਸ਼ਟ ਜੀ ਹੋ ਜਾਏਗੀ। ਆਪਾਂ ਇਹ ਸ਼ਬਦ ਪੜ੍ਹੀ ਤਾਂ ਜਾਂਦੇ ਹਾਂ, ਨਾਮ ਖੁਮਾਰੀ ਨਾਨਕਾ, ਇਹਦਾ ਸਰੋਤ ਪਤਾ ਕੀ ਹੈ? ਇਹ ਮਿਹਰਬਾਨ ਦੇ ਲਿਖੇ ਹੋਏ ਬੋਲ ਨੇ, ਮਿਹਰਬਾਨ ਦੇ। ਅਸੀਂ ਉਹ ਪੜ੍ਹ ਰਹੇ ਹਾਂ, ਕੁਝ ਸ਼ਬਦ ਪ੍ਰਚਲਿਤ ਹੋ ਗਏ ਤੇ ਆਪਾਂ ਪੜ੍ਹਦੇ ਗਏ। ਇੱਕ ਹੋਰ ਛੋਟੀ ਜਿਹੀ ਪੰਕਤੀ ਆਉਂਦੀ ਹੈ,
ਵੀ ਜਿਹੜਾ ਮਨੁੱਖ ਨੀਵਾਂ ਹੋ ਕੇ ਚੱਲਦਾ ਨਾ, ਲੱਗਿਆ ਨਾ ਤੱਤੀ ਬਾਓ, ਨਾਨਕ ਨੀਵਾਂ ਜੋ ਚਲੇ। ਇਹ ਸ਼ਬਦ ਮਿਹਰਬਾਨ ਵਰਗਿਆਂ ਨੇ ਉਚਾਰਨ ਕੀਤੇ ਸਨ। ਅਗਿਆਨਤਾ ਕਰਕੇ ਅੱਜ ਵੀ ਅਸੀਂ ਪੜ੍ਹ ਰਹੇ ਹਾਂ। ਉਹਨਾਂ ਨੇ ਨਾਨਕ ਸ਼ਬਦ ਦੀ ਛਾਪ ਲਾ ਕੇ ਇੱਦਾਂ ਦੀ ਬਾਣੀ ਰਚ ਦਿੱਤੀ ਸੀ। ਜਦੋਂ ਉਸ ਬਾਣੀ ਨੂੰ ਸਿੱਖਾਂ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਪੜ੍ਹਿਆ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਭਾਈ ਗੁਰਦਾਸ ਜੀ, ਮੀਣਿਆਂ ਨੇ ਰਲਾ ਪਾ ਦਿੱਤਾ, ਇਸ ਬਾਣੀ ਨੂੰ ਜੁਦਾ ਜੁਦਾ ਕਰੀਏ, ਕਿਉਂਕਿ ਹੁਣ ਤਾਂ ਸਿੱਖ ਸਿਆਣੇ ਨੇ, ਪਛਾਣ ਲੈਂਦੇ ਨੇ, ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਲੱਗਣਾ। ਕਿਉਂਕਿ ਆਉਣ ਵਾਲਾ ਵਰਤਾਰਾ ਮੇਰੇ ਸਾਹਿਬ ਜੀ ਜਾਣਦੇ ਸਨ। ਤਾਂ ਫਿਰ ਪਾਤਸ਼ਾਹ ਨੇ ਉਦਮ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ ਜਾਏ। ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ, ਗਰੋਥ ਆਫ ਰਿਸਪੌਂਸਿਬਿਲਟੀ ਇਨ ਸਿੱਖਿਜ਼ਮ। ਇਹ ਉਹਨਾਂ ਦੀ ਪੁਸਤਕ ਦਾ ਨਾਮ ਹੈ। ਉਹਦੇ ਵਿੱਚ ਉਹ ਲਿਖਦੇ ਨੇ ਕਿ ਜਦੋਂ ਕੋਈ ਕੌਮ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਲਾਇਕ ਹੋ ਜਾਂਦੀ ਹੈ, ਉਹ ਕੌਮ ਆਪਣਾ ਵਿਧਾਨ ਉਦੋਂ ਲਿਖਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਨੂੰ ਸਾਜਿਆ, ਉਹਨੂੰ ਉਹਦੀਆਂ ਜ਼ਿੰਮੇਵਾਰੀਆਂ ਸਿਖਾਈਆਂ ਮਹਾਰਾਜ ਨੇ। ਜ਼ਿੰਮੇਵਾਰੀ ਸਿੱਖ ਜਦੋਂ ਵੇਖਿਆ ਵੀ ਸਿੱਖ ਜ਼ਿੰਮੇਦਾਰ ਬਣ ਗਿਆ, ਤਾਂ ਫਿਰ ਮੇਰੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਵਿਧਾਨ ਹੈ। ਇਹ ਵਿਧਾਨ ਕੇਵਲ ਸਿੱਖਾਂ ਦਾ ਨਹੀਂ, ਇਹ ਵਿਧਾਨ ਕਰੋੜਾਂ ਬ੍ਰਹਮੰਡਾਂ ਦਾ ਹੈ। ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਹੈ, ਇਹੀ ਸਾਰੇ ਸੰਸਾਰ ਦੇ ਵਿੱਚ ਹੋ ਰਹੇ ਆ। ਜੋ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਹੈ, ਉਹੀ ਹੁਕਮ ਸਾਰੇ ਸੰਸਾਰ ਵਿੱਚ ਵਰਤ ਰਹੇ ਹੈ। ਜੋ ਕੁਝ ਮਨੁੱਖੀ ਜੀਵਨ ਵਿੱਚ ਹੁੰਦਾ ਹੈ, ਜੋ ਕੁਝ ਪ੍ਰਕਿਰਤੀ ਅੰਦਰ ਹੋ ਰਿਹਾ ਹੈ, ਜੋ ਕੁਝ ਸੂਖਮ ਦੁਨੀਆ ਵਿੱਚ ਹੋ ਰਿਹਾ ਹੈ, ਉਹ ਸਾਰਾ ਵਿਧਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲਿਖਿਆ ਹੈ। ਔਰ ਜਿਹੜੀਆਂ ਕੌਮਾਂ ਆਪਣੇ ਵਿਧਾਨ ਨੂੰ ਨਹੀਂ ਲਿਖ ਸਕਦੀਆਂ, ਉੱਥੇ ਇੱਕ ਬੰਦੇ ਦਾ ਰਾਜ ਹੁੰਦਾ ਹੈ। ਪਰ ਮਹਾਰਾਜ ਨੇ ਪੰਥ ਦਾ ਰਾਜ ਪੰਥ ਨੂੰ ਦੇ ਦਿੱਤਾ। ਸਿੱਖ ਨੂੰ ਤਿਆਰ ਕੀਤਾ ਦਸਵੇਂ ਪਾਤਸ਼ਾਹ ਨੇ, ਬਾਣੀ ਦੇ ਲੜ ਲਾਇਆ, ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਤੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਕਰਕੇ ਹੁਕਮ ਕੀਤਾ, ਅੱਜ ਤੋਂ ਬਾਅਦ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਹੈ, ਵਿਚਰਨਾ ਪੰਥ ਦੇ ਵਿੱਚ, ਤੇ ਪੰਥ ਦਾ ਹੁਕਮ ਅਟਲ ਹੋਵੇਗਾ। ਕਿਉਂਕਿ ਜਾਣ ਗਏ ਵੀ ਸਿੱਖ ਜ਼ਿੰਮੇਦਾਰ ਹੈ। ਇਤਿਹਾਸ ਵਿੱਚ ਇੱਕ ਛੋਟੀ ਜਿਹੀ ਉਦਾਹਰਣ ਹੈ ਜੀ। ਜਦੋਂ ਦਾਦੂ ਦੀ ਸਮਾਧ ਤੇ ਮਹਾਰਾਜ ਜੀ ਗਏ ਨਾ ਜੀ, ਤਾਂ ਬਾਣੀ ਪੜ੍ਹਦੇ ਆ, ਜਦੋਂ ਤੀਰ ਨੂੰ ਝੁਕਾਇਆ ਮਹਾਰਾਜ ਨੇ ਦਾਦੂ ਦੀ ਸਮਾਧ ਵੱਲ ਕਰਕੇ, ਤੇ ਸਿੱਖ ਮਹਾਰਾਜ ਨੂੰ ਕਹਿੰਦੇ, ਪਾਤਸ਼ਾਹ ਤੁਸੀਂ ਤਾਂ ਕਹਿੰਦੇ ਹੋ ਵੀ ਕਿਸੇ ਬੜੀ ਮੱਠ ਤੇ ਮੱਥਾ ਨਹੀਂ ਟੇਕਣਾ, ਤੇ ਤੁਸੀਂ ਤੀਰ ਦੀ ਮੁਖੀ ਝੁਕਾ ਦਿੱਤੀ ਹੈ। ਮਹਾਰਾਜ ਕਹਿੰਦੇ, ਅਸੀਂ ਦਾਦੂ ਨੂੰ ਨਮਸਕਾਰ ਤਾਂ ਨਹੀਂ ਕੀਤੀ, ਅਸੀਂ ਤਾਂ ਬਾਣੀ ਪੜ੍ਹਦੇ ਸੀ, ਅਸੀਂ ਤਾਂ ਨਿਰੰਕਾਰ ਨੂੰ ਨਮਸਕਾਰ ਕੀਤੀ। ਪਰ ਸਤਿਗੁਰੂ ਜੀ ਕਹਿੰਦੇ, ਅੱਜ ਮੈਨੂੰ ਪਤਾ ਲੱਗ ਗਿਆ ਵੀ ਮੇਰਾ ਖਾਲਸਾ ਜ਼ਿੰਮੇਦਾਰ ਬਣ ਗਿਆ। ਉਹ ਜ਼ਿੰਮੇਵਾਰੀ ਚੁੱਕ ਸਕਦਾ ਹੈ। ਦੁਨੀਆ ਵਿੱਚ ਕੋਈ ਇਹੋ ਜਿਹਾ ਪੈਗੰਬਰ ਅਵਤਾਰੀ ਪੁਰਖ ਨਹੀਂ ਹੋਇਆ ਜਿਹਨੇ ਆਪਣੇ ਸਿੱਖਾਂ ਨੂੰ ਇਹਨਾਂ ਮਾਣ ਦਿੱਤਾ ਹੋਵੇ। ਮੇਰੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਏਡਾ ਮਾਣ ਦਿੱਤਾ ਤੇ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰਾ ਖਾਸ ਰੂਪ ਹੈ। ਜੇ ਮੈਂ ਜ਼ਿੰਮੇਵਾਰੀ ਚੁੱਕ ਸਕਦਾ ਤੇ ਮੇਰਾ ਪੰਥ ਵੀ ਉਨੀ ਜ਼ਿੰਮੇਵਾਰੀ ਚੁੱਕ ਸਕਦਾ। ਔਰ ਉਹ ਜ਼ਿੰਮੇਵਾਰੀਆਂ ਜੋ ਗੁਰੂ ਕਲਗੀਧਰ ਜੀ ਪੰਥ ਨੂੰ ਦੇ ਕੇ ਗਏ, ਪੰਥ ਨੇ ਨਿਭਾਈਆਂ ਨੇ। ਭਾਵੇਂ ਅਸੀਂ ਅਵੇਸਲੇ ਹੋ ਗਏ ਆ, ਬਾਣੀ ਨਾਲੋਂ ਟੁੱਟਣਾ ਇਹ ਸਾਡੀ ਅਵੇਸਲੇਪੁਣੇ ਦਾ ਕਾਰਨ ਹੈ। ਬਾਣੀ ਨਾਲੋਂ ਟੁੱਟਣਾ, ਉਹ ਸਿੰਘ ਬਾਣੀ ਨਾਲ ਜੁੜੇ ਸਨ, ਗੁਰੂ ਦੇ ਬਚਨਾਂ ਤੇ ਭਰੋਸਾ ਸੀ ਉਹਨਾਂ ਨੂੰ। ਅਸੀਂ ਪਦਾਰਥਵਾਦੀ ਦੁਨੀਆ ਵਿੱਚ ਵਿਚਰਦੇ ਹਾਂ, ਸਾਡੀ ਸੁਰਤ ਪਦਾਰਥਵਾਦੀ ਹੋ ਗਈ, ਪਦਾਰਥਾਂ ਤਾਈਂ ਅਸੀਂ ਸੀਮਤ ਰਹਿ ਗਏ ਹਾਂ। ਅਸੀਂ ਆਪਣੇ ਅਧਿਆਤਮਿਕ ਜੀਵਨ ਦੇ ਅੰਦਰ ਦਾ ਰੰਗ ਨਹੀਂ ਮਾਣਨਾ ਚਾਹੁੰਦੇ, ਪਦਾਰਥ ਦਾ ਰੰਗ ਅਸੀਂ ਸਾਰੇ ਮਾਣਨਾ ਚਾਹੁੰਦੇ ਹਾਂ। ਪੁਰਾਤਨ ਗੁਰਸਿੱਖ ਭਾਵੇਂ ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਸਨ, ਉਹਨਾਂ ਨੇ ਆਪਣੇ ਅੰਦਰੋਂ ਅਧਿਆਤਮਿਕ ਰੰਗ ਨੂੰ ਮਾਣਿਆ, ਉਹਨਾਂ ਨੇ ਵਿਸਮਾਦੀ ਰੰਗ ਮਾਣਿਆ। ਡਾਕਟਰ ਭਾਈ ਵੀਰ ਸਿੰਘ ਕਹਿੰਦੇ ਨੇ, ਗੁਰੂ ਕੇ ਸਿੱਖਾ ਬਾਣੀ ਪੜ੍ਹਿਆ ਕਰ, ਇੰਨੇ ਪਿਆਰ ਨਾਲ ਪੜ੍ਹਿਆ ਕਰ, ਇਹ ਸੋਚ ਕੇ ਤੇਰਾ ਗੁਰੂ ਤੇਰੇ ਸਾਹਮਣੇ ਬਹਿ ਕੇ ਤੇਰੇ ਕੋਲੋਂ ਬਾਣੀ ਸੁਣਦਾ ਪਿਆ। ਜਦੋਂ ਕੋਈ ਬਾਣੀ ਸੁਣਦਾ ਹੋਵੇ ਤੇ ਆਪਾਂ ਸੁਣਾਉਂਦੇ ਹਨ, ਜਦੋਂ ਕੋਈ ਸੁਣਦਾ ਹੋਵੇ, ਜਦੋਂ ਕੋਈ ਨਹੀਂ ਸੁਣਦਾ ਹੁੰਦਾ ਤੇ ਆਪਾਂ ਫਿਰ ਆਪਣੇ ਮੁਖ ਵਿੱਚ ਜੰਤਰ ਆਤਮੇ ਸੁਰਤ ਦੇ ਨਾਲ ਫਟਾਫਟ ਬਾਣੀ ਪੜ੍ਹੀ ਜਾਂਦੇ ਆ। ਪਰ ਜਦੋਂ ਕੋਈ ਸੁਣਦਾ ਹੋਵੇ ਫਿਰ ਆਪਾਂ ਪਿਆਰ ਨਾਲ ਸੁਣਾਉਂਦੇ ਆ ਵੀ ਦੂਜਾ ਕਹੇ ਵੀ ਬੜੀ ਸੋਹਣੀ ਬਾਣੀ ਪੜ੍ਹਦਾ ਹੈ। ਅਕਾਲੀ ਕੌਰ ਸਿੰਘ ਬਾਰੇ ਜੀ ਆਪ ਜੀ ਨੇ ਸੁਣਿਆ ਹੋਵੇਗਾ, ਨਿਹੰਗ ਸਿੰਘ ਹੋਏ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਤਤਕਰਾ ਲਿਖਿਆ। ਅਕਾਲੀ ਕੌਰ ਸਿੰਘ ਜੀ ਬੜੇ ਮਹਾਂਪੁਰਖ ਹੋਏ ਨੇ।
कश्मीर दे विच वो रहिंदे सन। ते एक दिन मींह पैण लग गया ते रागी सिंह कीर्तन करते पे ते उन्होंने आख्या भी मींह पैंदा, संगत तां आई नहीं, भी चलो छड्डो की कीर्तन करना है। जिवें पाठी सिंह कह देंदे ने कोई सुनदा तां है नहीं, किहनूं सुणाईए। चलो नहीं कोई सुनदा, आपां तां गुरु दे सिख ही आ ना, आपां सुन लईए। मैं किंतु नहीं कर रहा जी, एक भाव है मेरे हिरदे दा, वो साझा कर रहा। गुरु साहब तां सुन ही रहे ने ना। भाई वीर सिंह जी कहते नहीं कोई सुनदा, गुरु तां सुनदा पे, वो तां प्रतख है कि जाहर जहूर है कि हाजिर हजूर है। आपां कहने आ कि सतगुरु मेरे व्यापक ने, गुर का बचन बसै जी नाले, वो साडे नाल दुकालंग परनासी दयालंग स्वरूपे सदा अंग संगे अभंगंग विभूते। साडे अंग संग ने ना, तो फिर मैं किवें कह दियां भी इत्थे तां कोई सुनन वाला नहीं। जिथे गुरु सुनन वाला होवे ते उत्थे किसे दी लोड़ थोड़ा हुंदी है। रागी सिंह कहण लगे भी चलो छड्डो अज की कीर्तन करना, भी संगत आई नहीं। उन्हां नूं पता नहीं सी भी अकाली जी पिछे बैठे हुए ने खुंजे विच। जदों उन्होंने वेख्या भी इन्होंने कीर्तन नहीं शुरू किया अजे ताईं, संगत नूं उड़ीकदे ते अकाली जी ने आवाज़ मारी, सिंघो अज गुरु नूं कीर्तन सुना दिओ। अगे संगत नूं सुणाउंदे हो, अज गुरु नूं सुना दिओ। गुरु नूं हाज़र नाज़र जाणो ना, जिहदी गोद विच आपां बैठे हैं। बस जिस दिन आ भाव साडा बन गया ना, उस दिन चढ़दी कला साडी अपने आप होनी शुरू हो जाएगी। ये भाव सिख दा जरूर बनना चाहिए। तां भाई वीर सिंह जी कहते गुरसिखो बाणी जदों भी आपां पढ़ीए इदां पढ़ीए कि मेरा गुरु मेरे कोलों बाणी सुनदा पिया। तो जदों ये भाव होएगा तो असीं किन्ने प्यार नाल पढ़ांगे भी कोई तो है जो सुन रहे हैं। जदों गुरु ग्रंथ साहिब जी अगे अरदास करते हैं, इस भाव नाल करते हैं कि साडा गुरु अरदास सुन रहे हैं, तो फिर वो बाणी भी तो सुन रहे हैं ना। जे अरदास सुनदा ते बाणी भी सतगुरु सुनदा जे। खैर महाराज धन श्री गुरु अर्जन देव साहब सच्चे पातशाह महाराज ने बाणी दीयां पोथियां एकत्र कीतियां, जिहड़ी इतिहासक गवाही है। जिहड़े सोढी हर राय वर्गे जिन्हां ने वो बचन लिखे ने, वो कहते भी गुरु साहब जी बाणी दीयां जिहड़ियां पोथियां ने गुरता गद्दी नालों सौंपदे गए। पर जदों रला पैना शुरू हो गया तो धन गुरु अर्जन देव साहब जी ने फिर उद्यम किया, गुरसिखां नूं हुक्मनामे लिख के भेजे कि जिन्हां जिन्हां कोल गुरु साहब जी की बाणी मौजूद है वो बाणी लैके आवन। तो फिर सतगुरु महाराज ने गुरसिख भाई साहब भाई गुरदास जी नूं भेजिया भी बाबा मोहन जी के पास बाणी दीयां पोथियां ने, तुसीं वो बाणी दीयां पोथियां लैके आओ। वो पोथियां अज भी मौजूद ने जी। वैसे गिणती विच 4 पोथियां सन, दोहां दा पता नहीं लग्या। 2 पोथियां अज भी मौजूद ने। एक पोथी तां जलंधर दे विच पई है, पहलां कहंदे वो पटियाले सी। एक पोथी जिहड़ी है आहियापुर फिरोजपुर के इलाके विच, उहनूं दस्सिया जांदा है भी वो पंजोर के इलाके विच। इन्हां दे 524 अंग ने दोहां पोथियां दे। जिहड़ी पहली पोथी है ਉਹਦੇ 300 अंग ने, दूजी पोथी दे 224 अंग ने। पहली पोथी दे विच 8 राग ने ते गुरु नानक साहब जी महाराज ते गुरु अमरदास साहब जी की बाणी ते 9 भगतां की बाणी है। 2 राग होर ने जिन्हां विच केवल एक शब्द दर्ज है। जिहड़ी दूजी पोथी है ਉਹਦੇ विच भी गुरु नानक साहब ते गुरु अमरदास साहब जी की थोड़ी जी बाणी दर्ज है, और नाल 5 भगतां की बाणी ते 5 राग दर्ज ने। पहली जिहड़ी पोथी है राग सूही तो आरंभ होंदी है, दूजी पोथी राग रामकली तो आरंभ होंदी है। ਗਿਆਨੀ ਗਿਆਨ ਸਿੰਘ ਹੋਰਾਂ ने तवारीख गुरु खालसा विच लिखिया है कि उन्होंने एक पोथी होर मिली, ਉਹਦੇ दर्शन किए। वो भी पोथी कहते उस पोथी के नाल दी पोथी है, लिखाई बिल्कुल इन बिन है। ਜਿਹੜੀਆਂ 2 पोथियां अज मौजूद ने, गुरु अर्जन देव साहब जी गोइंदवाल साहब तो अमृतसर साहब लैके गए। वो एक पोथी सी जिहड़ी श्री राग तो आरंभ होंदी सी। वो कहते भी मैं ਉਹਦੇ दर्शन किए ने। ये पोथियां अज भी मौजूद ने जी, 2 पोथियां मौजूद ने, पर इन्हां दे विच लिखाई इक्को कलम दी है, कोई फर्क नहीं, इक्को लिखारी ने लिखियां ने।
पर फर्क इन्ना है भी थोड़ी जी कांट छांट की गई है। कोई शब्द पूरा लिखे है, कोई अधूरा लिखे है। भगतां दे शब्द कुछ अधूरे लिखे ने। जिहड़ी कांट छांट वो इस करके की गई है भी जिथों कोई शब्द मिलिया, जदों वेख्या भी लिखाई विच मात्रा विच कोई फर्क है, कोई गलती है, उन्होंने कट के शुद्ध किया गया। ये जिहड़ियां दो पोथियां बाबा मोहन जी दे कोल सन, इन्हां विच संपूर्ण बाणी नहीं सी। गुरु अर्जन देव साहब जी ने पहला भाई गुरदास जी नूं भेजिया, बाबा मोहन जी ने पोथियां नहीं दित्तियां। बाबा बुढ़ा साहब जी चल के गए, बाबा मोहन जी ने पोथियां फिर नहीं दित्तियां। फिर गुरु अर्जन देव जी महाराज सच्चे पातशाह जी आप चल के गए। जाके सतगुरां ने बाबा मोहन जी चबारे विच बहिंदे सन, जिहड़ा गुरु अमरदास साहब जी का चबारा, उहदे हेठले पासे एक गली सी, उहदे विच बह के गुरु साहब जी ने कीर्तन किया, मोहन तेरे मंदिर ऊँचे महल अपारा। ये शब्द महाराज ने उच्चारण किया ते गुरबाणी गुरु साहब जी की हिरदे नूं पिंगला गई। बाबा मोहन जी दे सतगुरां दी रसना चों निकले हुए बचन सुन के बाबा मोहन जी चबारे तो हेठां आ गए, दोने हथ जोड़े। रिश्तेदारी विच मामा जी लगते सन। गुरु अर्जन देव जी ने नमस्कार की ते हाथ जोड़ के बाबा मोहन जी कहते, यही जिहड़ा गुण है ना तुहाडा निमरता दा, ये तुहानूं पंजवें जामे विच लिजा के गद्दी ते बिठा गया। जिहड़ी चीज़ सानू नहीं मिली वो तुसीं खो लई है। क्यों खोई है? क्योंकि साडे विच वो गुण नहीं सी जिहड़ा तुहाडे विच निमरता दा गुण है। ताई तां पातशाह कहते निवै सो गौरा होए। भारा तो उही है ना जिहड़ा निभ गया। जिहदे अंदर अभिमान है वो हौला ही है। जिन्ना मर्जी हंकार जताई जाए, दुनिया में हंकार चल जाएगा पर गुर परमेश्वर अगे नहीं चलेगा। इत्थे वो प्रवान नहीं। महाराज कहते इत्थे तां प्रवान वो है जिहड़ा निभ गया है। ते बाबा मोहन जी कहते तुहाडी ये निमरता सारा खजाना लै गई है। दसो मैं की सेवा करा? साहब कहते सानू पोथियां दे दिओ, असी बाणी नूं एक जगह ते एकत्र करना। वो पोथियां सन भाई संसा राम कोल, गुरु अमरदास साहब जी के पोतरे, बाबा मोहन जी के पुत्र। उन्होंने पोथियां दित्तियां ते सतगुरु पालकी दे विच पोथियां सजा के। वेखो गुरु ग्रंथ साहब जी की अदों अजे संपादना नहीं सी होई, किन्ना सत्कार सी बाणी दा। वो अज भी पालकी मौजूद है, जिस पालकी विच बाणी दियां पोथियां रख के गुरु अर्जन देव साहब जी महाराज श्री गोविंदवाल साहब तो अमृतसर साहब लैके आए। दुख भंजनी बेरी दे नाल 68 थड़ा है, उत्थे बह के सेवा कराउंदे सन महाराज जी सरोवर दी। उस जगह ते वो पोथियां नूं सुशोभित किया गया। फिर महाराज कोल एक हसन अबदाल दा रहण वाला सिख आया, उहदा नाम सी भाई बख्ता। उस सिख दे कोल भी बाणी लिखी हुई सी। उन्हें महाराज जी नूं भेंट की और इतिहास विच बचन आउंदे ने कि उस पोथी दे उपर 10 पातशाहियां दे दस्खत ने भाई बख्ता वाली पोथी ते। जदों वो बाणी सतगुरु चारदे सन, वो लिख लैंदे सन बाणी महाराज जी की, ते सतगुरां कोलों दस्खत करा लैंदे सन। ते भाई बख्ता जी उन्हां दे शरीर छड्डण तो बाद उन्हां दे पुत पोतरे सतगुरां कोल लैके आउंदे ने, दस्खत करा जाते। 10 पातशाहियां दे दस्खत इस पोथी दे उपर मौजूद ने। ते गुरु साहब जी के चरणों विच होर भी कई सिख जिहदे कोल एक शब्द, किसी कोल 2 शब्द, किसी कोल पोथियां सन बाणी दियां, वो लैके श्री अमृतसर साहब हाज़र होए। मैं जदों इतिहास पढ़दा सी मन इन्ना क हैरान ते विस्माद होया भी एडा वड्डा बाणी दा संग्रह, उस बाणी दे विचों चुन चुन के बाणी नूं तरतीबवार लिखना, इन्ने सुंदर ढंग नाल उहदी बयानी करनी, ये कारज अकाल पुरख तो बिना कोई नहीं कर सकता। उहदे तो बिना ये कारज कोई नहीं कर सकता। जे गुरु अर्जन देव जी महाराज अमृतसर साहब जी दे पावन सरोवर की सेवा विच बचन कहते ने, जिसका कारज तिन ही किया, मानस क्या विचारा राम। ते यह भी कारज गुरु अर्जन देव साहब जी तो बिना कोई नहीं सी कर सकता, मनुख दे बस की गल नहीं सी। सतगुरां ने रामसर साहब के कंढे छोटा जिहा एक तलाव सी, उहदे कंढे ते एकांत दे विच महाराज ने उत्थे आसन लाया। जदों अमृत वेला हुंदा है, सतगुरु इशनान करते ने। अमृत वेले भाई गुरदास साहब जी गुरु साहब जी दे कोल आउंदे। पातशाह पहला बाणी उचारदे ते भाई गुरदास जी लिखदे।
ਔਰ ਤੁਹਾਨੂੰ ਇੱਕ ਹੋਰ ਵਿਸਮਾਦੀ ਬਚਨ ਸਾਂਝਾ ਕਰਾਂ ਆਪ ਜੀ ਨਾਲ। ਜਦੋਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਸਮਾਂ ਸੀ ਤੇ ਗੋਇੰਦਵਾਲ ਸਾਹਿਬ ਦੀਆਂ ਪੋਥੀਆਂ ਵਿੱਚ 2 ਸ਼ਬਦ ਨੇ, ਉਹ ਦੋਨੇ ਸ਼ਬਦ ਚੌਥੇ ਪਾਤਸ਼ਾਹ ਨੇ ਲਿਖੇ ਤੇ ਉੱਪਰ ਮੂਲ ਮੰਤਰ ਲਿਖਿਆ ਹੋਇਆ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਹੇਠਾਂ ਦਸਖਤ ਨੇ। ਦਸਖਤ ਕੀ ਨੇ? ਕਿਉਂਕਿ ਜਦੋਂ ਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮੌਜੂਦ ਸਨ, ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਵੀ ਬਾਣੀ ਲਿਖਦੇ ਸਨ। ਇਹ ਇਤਿਹਾਸਕ ਜਿਹੜੀਆਂ ਗੁੰਝਲਾਂ ਨੇ ਅਜੇ ਵੀ ਸਾਡੇ ਤੋਂ ਛਪੀਆਂ ਹੋਈਆਂ ਨੇ। ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਮਹਾਰਾਜ ਨੇ ਦਸਖਤ ਕੀ ਕੀਤੇ ਉਸ ਪੋਥੀ ਦੇ ਵਿੱਚ? ਕਹਿੰਦੇ ਮਸਤਾਨ ਗੁਲਾਮ ਜੇਠ ਚੰਦ, ਕਿਉਂਕਿ ਉਹਦਾ ਨਾਮ ਸੀ ਭਾਈ ਜੇਠਾ ਮਹਾਰਾਜ ਜੀ ਦਾ। ਤਾਂ ਦਸਖਤ ਕੀਤੇ ਨੇ, ਮੂਲ ਮੰਤਰ ਲਿਖਿਆ, ਦਸਖਤ ਕੀਤੇ ਤੇ 2 ਸ਼ਬਦ, ਜਿਹੜੇ 2 ਸ਼ਬਦ ਨੇ ਉਸੇ ਹੀ ਕਲਮ ਦੀ ਉਹ ਲਿਖਾਈ ਹੈ ਜਿਸ ਕਲਮ ਦੇ ਨਾਲ ਮੂਲ ਮੰਤਰ ਲਿਖਿਆ ਗਿਆ। ਤਾਂ ਜਦੋਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਬੀੜ ਦੀ ਆਰੰਭਤਾ ਕਰਦੇ ਨੇ ਨਾ, ਤੇ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਕਲਮ ਲੈ ਲਈ। ਮੂਲ ਮੰਤਰ ਭਾਈ ਗੁਰਦਾਸ ਜੀ ਨੇ ਨਹੀਂ ਲਿਖਿਆ, ਜਪਜੀ ਸਾਹਿਬ ਤੋਂ ਪਹਿਲਾਂ ਉਹ ਮੂਲ ਮੰਤਰ ਲਿਖਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ। ਇਹ ਮੂਲ ਮੰਤਰ ਉਸੇ ਹੀ ਮੂਲ ਮੰਤਰ ਦਾ ਉਤਾਰ ਹੈ ਜਿਹੜਾ ਮੂਲ ਮੰਤਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਦੀ ਪੋਥੀ ਦੇ ਵਿੱਚ ਲਿਖਿਆ ਸੀਗਾ। ਉਸੇ ਮੂਲ ਮੰਤਰ ਦਾ ਉਤਾਰ ਹੈ। ਔਰ ਪੁਰਾਤਨ ਬੀੜਾਂ ਦੇ ਵਿੱਚ ਸਤਿਗੁਰਾਂ ਨੇ ਇੱਕ ਸ਼ਬਦ ਲਿਖਿਆ ਸੀ, ਕਈ ਪੁਰਾਣੀਆਂ ਬੀੜਾਂ ਵਿੱਚ ਜੀ ਉਹ ਅੱਜ ਵੀ ਸੁਸ਼ੋਭਤ ਹੈ। ਬਚਨ ਹੈ, ਕਹਿੰਦੇ ਜਪ ਸ਼ਬਦ ਸਤਿਗੁਰੂ ਰਾਮਦਾਸ ਜੀਓ ਕਾ ਦਸਖਤਾਂ ਕੀ ਨਕਲ। ਇਹ ਸ਼ਬਦ ਆਉਂਦਾ ਹੈ ਕਿ ਜਿਹੜਾ ਇਹ ਮੂਲ ਮੰਤਰ ਕਰਤਾਰਪੁਰ ਸਾਹਿਬ ਦੀ ਬੀੜ ਦਾ ਹੈ, ਇਹ ਮੂਲ ਮੰਤਰ ਉਸ ਦਸਖਤ ਦੀ ਨਕਲ ਹੈ ਜਿਹੜਾ ਦਸਖਤ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤਾ ਹੈ। ਇਹ ਉਹਦੀ ਨਕਲ ਇਨ ਬਿਨ ਉਸੇ ਤਰ੍ਹਾਂ ਹੀ ਉਤਾਰਾ ਕੀਤਾ ਜਿਵੇਂ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਮੂਲ ਮੰਤਰ ਲਿਖਿਆ। ਸਤਿਗੁਰੂ ਮਹਾਰਾਜ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਰਜ ਕੀਤੀ, ਫਿਰ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ। ਕੇਵਲ 4 ਸ਼ਬਦ ਲਿਖੇ ਜੀ, ਕਾਹੇ ਰੇ ਮਨ ਚਿਤ ਵਹਿ ਉਦਮ ਜਾ ਕਾ ਆਹਰ ਹਰ ਜੀਓ ਭਰਿਆ। ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਭਾਈ ਗੁਰਦਾਸ ਜੀ ਕੋਲੋਂ ਸਤਿਗੁਰਾਂ ਨੇ ਲਿਖਾਈ ਹੈ, ਇਸ ਬੀੜ ਦੇ ਅੰਦਰ ਕੇਵਲ ਰਹਿਰਾਜ ਸਾਹਿਬ ਜੀ ਦੇ 4 ਸ਼ਬਦ ਹੀ ਨੇ। ਇਸ ਤੋਂ ਬਾਅਦ ਕੀਰਤਨ ਸੋਹਲੇ ਦੀ ਬਾਣੀ ਆਰੰਭ ਹੁੰਦੀ ਹੈ। ਫਿਰ ਮਹਾਰਾਜ ਨੇ ਸ੍ਰੀ ਰਾਗ ਲਿਖਿਆ। ਤਾਂ ਸ੍ਰੀ ਰਾਗ ਪਹਿਲਾਂ ਕਿਉਂ ਲਿਖਿਆ ਜੀ? ਰਾਗੀ ਸਿੰਘ ਇਸ ਗੱਲ ਨੂੰ ਭਲੀ ਪ੍ਰਕਾਰ ਜਾਣਦੇ ਵੀ ਸ੍ਰੀ ਰਾਗ ਤਾਂ ਸ਼ਾਮ ਦਾ ਰਾਗ ਹੈ, ਸੰਧਿਆ ਵਕਤ ਪੜ੍ਹਿਆ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗਾਂ ਦੀ ਤਰਤੀਬ ਤੇ ਬੰਦਸ਼ ਨੂੰ ਵੇਖੀਏ, ਸ੍ਰੀ ਰਾਗ ਪਹਿਲਾਂ ਲਿਖਿਆ। ਪ੍ਰਭਾਤੀ ਰਾਗ ਅੰਮ੍ਰਿਤ ਵੇਲੇ ਦਾ ਸਵੇਰ ਦਾ ਰਾਗ ਹੈ, ਉਹ ਸਭ ਤੋਂ ਅਖੀਰਲਾ ਰਾਗ ਲਿਖਿਆ ਹੋਇਆ। ਅਸੀਂ ਸਵੇਰੇ ਨਵੀਂ ਸਵੇਰ ਨੂੰ ਵੇਖਦੇ ਹਾਂ, ਦਿਨ ਲੰਘ ਜਾਂਦਾ, ਰਾਤ ਹੋ ਜਾਂਦੀ, ਹਨੇਰਾ ਹੋ ਜਾਂਦਾ। ਪਰ ਸਾਧ ਸੰਗਤ ਜੀ, ਜਿਸ ਦਿਨ ਸਾਡਾ ਜਨਮ ਹੁੰਦਾ ਹੈ, ਜਨਮ ਤੋਂ ਪਹਿਲਾਂ ਅਸੀਂ ਗਿਆਨੀ ਹੁੰਦੇ ਹਾਂ। ਕਿਉਂ ਗਿਆਨੀ ਹੁੰਦੇ ਆ? ਕਿਉਂਕਿ ਮਾਤਾ ਦੇ ਉਦਰ ਦੇ ਵਿੱਚ ਅਸੀਂ ਕਰਤੇ ਪੁਰਖ ਨੂੰ ਚੇਤੇ ਕਰਦੇ ਹੁੰਦੇ ਹਾਂ। ਮਹਾਰਾਜ ਜੀ ਕਹਿੰਦੇ ਨਾ, ਸਵਾਸ ਸਵਾਸ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸਨ। ਉੱਥੇ ਸਵਾਸ ਸਵਾਸ ਰੱਬ ਨੂੰ ਚੇਤੇ ਕਰਦਾ ਹੁੰਦਾ, ਉੱਥੇ ਸਭ ਕੁਝ ਪਤਾ ਹੁੰਦਾ। ਇਹਨੂੰ ਅਰਦਾਸਾਂ ਵੀ ਕਰਦਾ ਵੀ ਜੱਗ ਵਿੱਚ ਜਾਵਾਂਗਾ, ਮਹਾਰਾਜ ਅੱਠੇ ਪੈਰ ਤੁਹਾਡਾ ਨਾਮ ਜਪਾਂਗਾ। ਪਰ ਜਦੋਂ ਜਨਮ ਹੁੰਦਾ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਦੋਂ ਅਗਿਆਨੀ ਬਣ ਗਿਆ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਹੋ ਵਿਛੜਿਆ ਵਣਜਾਰਾ, ਵਣਜਾਰਾ ਰੱਬ ਨਾਲੋਂ ਵਿਛੜ ਗਿਆ, ਸ਼ਾਹੂਕਾਰ ਨਾਲੋਂ ਵਿਛੜ ਗਿਆ। ਕਿਉਂਕਿ ਜੋ ਵਿਹਾਜਣ ਆਇਆ ਸੀ ਹੁਣ ਉਹ ਭੁੱਲ ਗਿਆ। ਸਾਡੇ ਜੀਵਨ ਦੀ ਆਰੰਭਤਾ ਅਗਿਆਨ ਤੋਂ ਹੁੰਦੀ ਹੈ, ਜੀਵਨ ਦੀ ਆਰੰਭਤਾ ਅਗਿਆਨ ਤੋਂ ਹੁੰਦੀ ਹੈ। ਤਾਂ ਮੇਰੇ ਪਾਤਸ਼ਾਹ ਨੇ ਪਹਿਲਾਂ ਸ੍ਰੀ ਰਾਗ ਦਰਜ ਕੀਤਾ, ਕਹਿੰਦੇ ਬਾਣੀ ਪੜ੍ਹ, ਇਸ ਬਾਣੀ ਨੂੰ ਕਮਾ, ਅਖੀਰ ਤੇਰੇ ਜੀਵਨ ਵਿੱਚ ਪ੍ਰਭਾਤ ਹੋ ਜਾਏਗੀ, ਤੇਰੇ ਜੀਵਨ ਵਿੱਚ ਸਵੇਰਾ ਹੋਵੇਗਾ। ਜਿਵੇਂ ਪ੍ਰਭਾਤੀ ਰਾਗ ਸਮਾਪਤੀ ਦਾ ਰਾਗ ਹੈ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ, ਮੇਰੇ ਪਾਤਸ਼ਾਹ ਕਹਿੰਦੇ ਤੇਰੇ ਜੀਵਨ ਵਿੱਚ ਜ਼ਰੂਰ ਚਾਨਣਾ ਹੋਵੇਗਾ ਜੇ ਤੂੰ ਗੁਰਸ਼ਬਦ ਦੀ ਕਮਾਈ ਕਰੇਗਾ। ਇਸ ਵਿਚਾਰ ਨੂੰ ਲੈ ਕੇ ਮਹਾਰਾਜ ਨੇ ਰਾਗਾਂ ਦੀ ਬੰਦਸ਼ ਇਉਂ ਰੱਖੀ। ਤੇ ਕਿਸੇ ਸਵਾਲ ਕੀਤਾ, ਕਹਿੰਦੇ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ, ਫਿਰ ਰਾਗ ਜੈ ਜੈਵੰਤੀ ਕਿਉਂ ਲਿਖ ਦਿੱਤਾ? ਰਾਗ ਜੈ ਜੈਵੰਤੀ ਦਾ ਭਾਵ ਜਿੱਤ ਦਾ ਰਾਗ। ਜਦੋਂ ਕਿਸੇ ਅੰਦਰ ਗਿਆਨ ਦੀ ਪ੍ਰਭਾਤ ਹੁੰਦੀ ਹੈ, ਗਿਆਨ ਦਾ ਸਵੇਰਾ ਹੁੰਦਾ ਹੈ,
फिर महाराज जी कहते लोक ते परलोक विच ओदी जय जयकार होंदी है। हर मन तन वसिया सोई जय जयकार करे सब कोई। सोचीदा है कि गुरु ग्रंथ साहिब जी विच लिखिया होया एक एक अखर, गुरु ग्रंथ साहिब जी की बनाई हुई तरतीब, साध संगत जी कोई भी इदां दी तरतीब, कोई भी इदां दा अखर इदां दा नहीं जिहड़ा किसी काम दा ना होवे। एक एक अखर भी काम दा है गुरु ग्रंथ साहिब महाराज जी का। तो जे जय जयवंती राग अखीर विच लिखिया तो वह भाव है महाराज ने, इस करके जय जयवंती राग गुरु कलगीधर जी ने अखीर विच दर्ज किया। ते साहब कहते चलिया पद स्यों जन्म सवार, वाजा वाए सी मानस क्या विचारा, तेहो लोग सुनाए सी। जिन्हें बंदगी की वो पद इज्जत के सहित जस का वाजा बजा के जाता है। मनुखी दुनिया की की गल है, तिन्ना लोगों में वाहिगुरू दे जस का वाजा बजा देता है, उहदी जय जयकार तिन्ना लोगों के विच हुंदी है जिहड़े बंदगी करते हैं। श्री राग की आरंभता की, राग माझ मेरे पातशाह ने लिखिया। बाणी की तरतीब तुहानूं पता ही है, तुसीं बाणी पढ़ते हो। गुरु नानक साहिब जी की बाणी, गुरु अंगद देव साहिब के श्लोक ने, फिर गुरु अमरदास साहिब जी की बाणी दूजे नंबर पर, गुरु रामदास साहिब जी की फिर पंजवें पातशाह जी की अपनी बाणी है। फिर महाराज ने वारां दर्ज कीतियां, वारां तो बाद फिर भगतां की बाणी दर्ज की। सब तो पहला भगत कबीर साहिब जी की बाणी सुशोभित की, फिर भगत नामदेव जी की, बाकी भगतां की बाणी फिर बाद विच महाराज ने दर्ज की। तो जिस दिन राग गौड़ी पातशाह जी लिख रहे तो कवि संतोख सिंह जी ने बड़े भाव विच आके एक वचन लिखिया, जिहड़े सतगुरु सारियां सोचां नूं निवृत्त करते ने। कहते सोची पए होए ने कि इदां दा किहड़ा साधन होवे जिस साधन दे नाल मनुख दे 24,000 सवाद सफल हो जावण। भाई साहब कहते महाराज सोच ही रहे ने, इन्ने नूं प्रभात होई। अगे भाई गुरदास जी महाराज कोल आउंदे, महाराज जी इशनान का वक्त होया है। अज आप उठ के महाराज भाई गुरदास जी के तंबू कोल गए, आवाज़ मारी, भाई गुरदास साहब जी नूं नाल लैके जिहड़ा रामसर साहब का अज सरोवर है उत्थे इशनान करके नाल ही बेरी सी उहदे थल्ले बह गए महाराज। भाई गुरदास जी कलयुग का बड़ा भयंकर समा आ गया, इदां दी बाणी होनी चाहिदी है जो मनुखता की कल्याणता करे। बाणी सारी कल्याणकारी जी है, पर कुछ इदां दे शब्द ने जिहड़े सुखैन समझ पै जाते हैं, जिन्हों हर कोई पढ़ सकता है। धन गुरु अर्जन देव साहब जी के चरणों में भाई गुरदास जी अरदास करते, पातशाह इस गल नूं तुहाडे तो ज़्यादा होर कौन समझ सकता है महाराज, तुहाडियां तुसीं ही जाणदे हो। तो मेरे पातशाह ने फिर उत्थे बह के श्लोक उचारिया, आद गुर ए नमः, जुगाद गुर ए नमः, सतगुर ए नमः, श्री गुरदेव ए नमः। ये पहले श्लोक में 4 पातशाहियों नमस्कार की। आद, आद का अर्थ है पहले, पहले पातशाह गुरु नानक साहब नूं नमस्कार। जुगाद, जुगाद का अर्थ है दूजे पातशाह। धन गुरु अंगद देव साहब नूं नमस्कार। सतगुरु, सतगुरु गुरु अमरदास साहब नूं नमस्कार। श्री गुरदेव ए नमः, श्री गुरदेव शब्द वरत्या पिता जी भी सन, तो श्री गुरदेव धन गुरु रामदास साहब जी महाराज नूं नमस्कार है। तो मेरे पातशाह ने फिर सुखमणी साहब जी की बाणी उचारी, 24 अष्टपदियाँ, 24 श्लोक। श्लोक की व्याख्या अष्टपदी विच महाराज सच्चे पातशाह ने की। ये जिहड़ी बाणी की दात साहब सानू बख्शिश करके गए ने, ये बड़ी अमोलक दात गुरु अर्जन देव साहब ने बख्शी है। हाँ, नितनेम करन तो बाद सिख बाणी जरूर पढ़े, नितनेम ना जी छड्डिओ अपना कदे भी। कई प्यारे सुखमणी साहब का पाठ कर लेंदे ने, 2 भी कर लेंदे ने, बाणी जिन्नी मर्जी पढ़ो, पर नितनेम का लड़ सिख ने कदे नहीं छड्डना। नितनेम का लड़ नहीं आपां छड्डना। गुरु कलगीधर जी महाराज ने जिहड़ा विधान बनाया ना सिੱਖੀ का, खालसे का, उस विधान विच पहले बचने ने कि गुरु का सिख 5 ककारां की रहत रखे ते नाल 5 बाणियां का नितनेम अमृत वेले करे ते 2 बाणियां का नितनेम संध्या वक्त करे, रहराज साहब ते सौण वेले सोले का जाप करे। नितनेम नहीं छड्डना आपां। नितनेम साडे जीवन की वाड़ है, ये साडे जीवन का मूल है। उस तो बाद तुसी जिन्नी मर्जी बाणी पढ़ी जाओ, वो बाणी जीवन विच लाभदायक है।
एक शब्द असीं कई बार दूजे नूं कह दिंदे आ भी तेरी बाणी पढ़े दा लाभ की। आम करके तुसीं ये शब्द साडे जे प्रचारकां दे मूँहों सुने होवणगे, पर मैनूं कई वारी अपने आप ते इस गल दे उपर शर्म भी महसूस हुंदी है जदों असीं ये कह दिंदे आ भी बाणी पढ़े दा लाभ की है। कहने आ ना जी कोई लाभ नहीं, इत्थे लाभ ही लाभ है, घाटे की तां गल ही कोई नहीं। साडे विद्या गुरदेव एक दिन बचन करदे भी जे पाठी सिंह 2 घंटे की रौल बैठा होया ना, बाणी पढ़दा पिया, ये ना आखो भी वह बाणी पढ़ रहा उसका ध्यान नहीं जुड़िया, वो किते होर वेख रहा, कुछ होर सोच रहा है। कहंदे घट्टो घट्ट 2 घंटे विच 2 मिनट लई तां सुरत उहदी किते ना किते तां जुड़ी होवेगी ना, 2 मिनट लई तां सुरत जुड़ी होवेगी। अगर 2 मिनट लई सुरत जुड़ गई है तो कहंदे बड़ी वड्डी गल है। गुरु कलगीधर साहब जी तां कह गए एक छित एक छिन जे एक चित जे एक छिन ध्यायो, काल फास के बीच न आयो। एक चित इहदा भाव जदों बाणी पढ़दियां एक चित हो गए, खिंडिया मन इकट्ठा हो गया। फिर महाराज ने तां गाली छिन दी कीती है, इत्थे तां मैं 2 मिनट आखे ने। महाराज सच्चे पातशाह गुरु कलगीधर जी कहते जिन्हें एक छिन एक चित हो के परमेश्वर का नाम ध्या लिया, वो काल दियां भाइयां दे विच नहीं आउंदा। जिन हर नाम तिहारो कहा, दार्द दुष्ट दोख ते रहा। गुरु कलगीधर जी कहते वाहिगुरु जिन्हां ने तुहाडा नाम जपिया उन्हां दे सारे दुख कलेश दलिद्र सब कुछ उन्हां दा नष्ट हो गया, वो तर गए ने भाव सागर तो। जे जे तुमरे ध्यान को नित उठ ध्याए हैं संत, अंत लहेंगे मुक्त फल पावहेंगे भगवंत। कदे ये ना कहिए जी भी बाणी पढ़न का लाभ कोई नहीं, जेड़ा पढ़ता है वो लाहा ही लाहा है। गुरु हरराय साहब कहते सिखा तेरा मन टिके ना टिके पर बाणी का लड़ नहीं तू छड्डना। भावें हांडी विचों घिओ तां निकल गया, पर अज भी वो ठीकरां चमक रहीआं ने। जदों मींह पैंदा मिट्टी उतरती है, अज भी उहदे विच थंदा है, अज भी वो ठीकरां चमक रहीआं ने। सी घिओ उहदे विच, पर अज तां चमक रहे है ना, क्योंकि थंदा है। बस ये बाणी की थंधाई तेरे अंदर फैल जानी, तू पढ़ी चल, बाणी नूं पढ़ी चल। ते बाबा फरीद साहब जी कहते ना, मेरा मन करता भी मैं अपने सज्जन नूं जा मिला, पर की करा भी मींह बड़ा पैंदा। ये शब्द आपां अक्सर सुनते रहने हैं। बड़ा मींह पै रहा है, भै भी सता रहा भी किते कंबली ना भिज जाए मेरी। गली दे विच चिक्कड़ भी बहुत है, फरीदा गलीए चिक्कड़ दूर घर नाल प्यारे ने हो। चलना तां भिजै कंबली, राह तां टुटै ने हो। चलना ते कंबली भिजदी है, नहीं जाता तो प्यारे नालों ने टुट जाता। फिर आपे ही नाल कहंदे भिजो सिजो कंबली, अल्लाह वरसै मेहो। जाए मिला तिना सजना, टुटै नाही नेहो। आखिरी अर्थ तो सारिਆਂ ਨੂੰ समझ आ गए होवणगे, पर अंतरीव भाव पता की है। महाराज जी कहते जदों सुरत दे राह ते तुरी दा ना, उत्थे पदार्थां दा चिक्कड़ बड़ा गहरा, किते मोह दा चिक्कड़, किते तृष्णा दा चिक्कड़। जदों तुरदा आ ते सुरत उहदे विच लिबड़ जांदी है। तित सरवरड़ है भई दे निवासा, पानी पावक तन है किया, पंक जो मोह पग नहीं चालै, हम देखा तह डूबी अले। महाराज जी कहते इत्थे तां मोह दा चिक्कड़ 4 चुफेरे फैलिया होया, उत्थे सारा संसार डुबदा पिया। जदों भी बाणी पढ़न बहने आउंदे आ ना फुरने सानू, बाबा फरीद जी कहते बस आही चिक्कड़ है, जिस चिक्कड़ विच साडी सुरत जाके फस जाती है। बाबा जी कहते फिर रुकी ना, हुण चलदा ही चल, चलदा चल। भिजो सिजो कमले, अल्लाह वरसै मेहो, जाए मिला तिना सजना, टुटै नाही नेओ। जे गुरसिख भी बाणी का लड़ नहीं छड्डेगा, एक दिन जरूर पहुँचेगा, एक दिन जरूर अपनी मंजिल ते तू पहुँच जाएगा। कदे नहीं कहना चाहिए बाणी पढ़न का लाभ कोई नहीं। बस इन्नी क बेनती है, मन विच खोट रख के जदों मनुख इस राह तुरदा है ना, फिर नहीं फलदा कुछ भी। नीयत साफ होवे, अंदर खोट ना होवे, ईरखा ना होवे, फिर बाणी की कला जिहड़ी वो जरूर वरतदी है। भावें मन टिके ना टिके, वो पढ़ी बाणी साडा भला कर जाती है। धन गुरु अर्जन देव जी महाराज सच्चे पातशाह ने गुरु ग्रंथ साहिब सच्चे पातशाह महाराज जी की जिहड़ी पावन बाणी दर्ज की, राग प्रभाती ताईं
ਫਿਰ ਸਹਿਸਕ੍ਰਿਤੀ ਸ਼ਲੋਕ ਆਉਂਦੇ ਨੇ। ਇਤਿਹਾਸਕਾਰਾਂ ਨੇ ਬਚਨ ਲਿਖਿਆ ਜੀ, 2 ਭਰਾ ਆਏ ਮਹਾਰਾਜ ਕੋਲ ਕਾਂਸੀ ਤੋਂ। ਜਿਹੜਾ ਨਾਨੂ ਪੰਡਤ ਹੋਇਆ ਨਾ ਜੀ, ਇਹਨੂੰ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ, ਉਹਦੇ ਪੋਤੇ ਸਨ। ਤੇ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ। ਇਹਨਾਂ ਨੇ ਆ ਕੇ ਮਹਾਰਾਜ ਨੂੰ ਸਹਿਸਕ੍ਰਿਤੀ ਸ਼ਲੋਕ ਭੇਟ ਕੀਤੇ ਸਨ। ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ ਸਾਡੇ ਦਾਦਾ ਜੀ ਨੂੰ ਉਪਦੇਸ਼ ਦੇ ਕੇ ਗਏ। ਉਹਨਾਂ ਨੇ ਸਾਡੇ ਦਾਦੇ ਪ੍ਰਤੀ ਸਹਿਸਕ੍ਰਿਤੀ ਸ਼ਲੋਕ ਉਚਾਰਨ ਕੀਤੇ ਸਨ। ਆ ਸਾਡੇ ਕੋਲ ਸ਼ਬਦ ਨੇ, ਤੇ ਕਿਰਪਾ ਕਰੋ ਸਾਨੂੰ ਵੀ ਉਪਦੇਸ਼ ਦਿਓ। ਮਹਾਰਾਜ ਨੇ ਉਹ ਸਹਿਸਕ੍ਰਿਤੀ ਸ਼ਲੋਕ ਦਰਜ ਕੀਤੇ। ਫਿਰ ਆਪ ਉਹਨਾਂ ਦੋਹਾਂ ਭਰਾਵਾਂ ਨੂੰ ਸਹਿਸਕ੍ਰਿਤੀ ਸ਼ਲੋਕ ਉਚਾਰਨ ਕਰਕੇ ਮਹਾਰਾਜ ਨੇ ਉਪਦੇਸ਼ ਦੀ ਦਾਤ ਬਖਸ਼ੀ। ਤਾਂ ਉਹ ਸਹਿਸਕ੍ਰਿਤੀ ਸ਼ਲੋਕ ਰਾਗ ਰਹਿਤ ਬਾਣੀ ਹੈ। ਫੁਨਹੇ, ਚੌਬੋਲੇ, ਭਗਤ ਫਰੀਦ ਜੀ ਦੇ, ਭਗਤ ਕਬੀਰ ਜੀ ਦੇ ਸ਼ਲੋਕ, ਫਿਰ ਮਹਾਰਾਜ ਜੀ ਦੇ ਆਪਣੇ ਮੁੱਖ ਵਾਕ ਸਵਈਏ ਨੇ, ਫਿਰ ਭੱਟਾਂ ਦੇ ਸਵਈਏ ਦਰਜ ਕੀਤੇ ਪਾਤਸ਼ਾਹ ਨੇ। ਤੇ ਅੰਤ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੰਦਾਵਣੀ ਲਿਖੀ। ਇੱਕ ਛੋਟਾ ਜਿਹਾ ਭੁਲੇਖਾ ਜਿਹੜਾ ਅਸੀਂ ਪਾਲਿਆ ਵੀ ਬੀੜ ਦੇ ਵਿੱਚ ਕੁਝ ਖਾਲੀ ਪੱਤਰੇ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਲਈ ਛੱਡੇ ਗਏ ਨੇ। ਇਹ ਬਿਲਕੁਲ ਗੱਲ ਅਸੱਤ ਹੈ, ਇਹ ਸਹੀ ਨਹੀਂ। ਬਹੁਤ ਸਾਰੇ ਪੱਤਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ ਉਹਦੇ ਵਿੱਚ ਖਾਲੀ ਛੱਡੇ ਗਏ ਨੇ ਕਈ ਥਾਵਾਂ 'ਤੇ। ਤਾਂ ਇਹਦਾ ਮਤਲਬ ਇਹ ਨਹੀਂ ਵੀ ਉੱਥੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਨੀ ਸੀ, ਕਿਉਂਕਿ ਜਿੱਥੇ ਉਹ ਪੱਤਰੇ ਖਾਲੀ ਨੇ ਉਸ ਜਗ੍ਹਾ 'ਤੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਹੋ ਹੀ ਨਹੀਂ ਸੀ ਸਕਦੀ, ਜਿਸ ਹਿਸਾਬ ਨਾਲ 10ਵੇਂ ਪਾਤਸ਼ਾਹ ਨੇ ਦਰਜ ਕੀਤੀ ਹੈ। ਵੀ ਇਹ ਗੱਲ ਦਾ ਕੋਈ ਪੁਖਤਾ ਪ੍ਰਮਾਣ ਨਹੀਂ। ਕਰਤਾਰਪੁਰ ਸਾਹਿਬ ਵਾਲੀ ਬੀੜ ਜਿਹੜੀ ਹੈ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮੰਦਾਵਣੀ ਤੇ ਫਿਰ ਇੱਕ ਬਚਨ ਲਿਖਿਆ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਏ। ਵਾਹਿਗੁਰੂ, ਮੈਂ ਤੇਰਾ ਕੀਤਾ ਨਹੀਂ ਜਾਣਿਆ। ਤੂੰ ਬੜੇ ਉਪਕਾਰ ਮੇਰੇ ਤੇ ਕੀਤੇ, ਪਰ ਮੈਂ ਤੇਰੇ ਉਪਕਾਰਾਂ ਨੂੰ ਨਹੀਂ ਜਾਣਿਆ। ਪਰ ਫਿਰ ਵੀ ਮੇਰੇ ਵਾਹਿਗੁਰੂ, ਤੂੰ ਮੈਨੂੰ ਇਸ ਯੋਗ ਕਰ ਦਿੱਤਾ ਹੈ। ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਕਿੰਨੀ ਨਿਮਰਤਾ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਦਰ। ਵੇਖੋ, ਆਪਣੇ ਹੱਥੀਂ ਸੰਗਤ ਦੀ ਸੇਵਾ ਕਰਦੇ ਰਹੇ ਪਿਪਲੀ ਸਾਹਿਬ ਜਾ ਕੇ ਮਹਾਰਾਜ ਜੀ ਗੁਰੂ ਅਰਜਨ ਦੇਵ ਸਾਹਿਬ। ਉਹਨਾਂ ਦੀ ਬਾਣੀ ਵਿੱਚੋਂ ਉਹਨਾਂ ਦੀ ਨਿਮਰਤਾ ਝਲਕਦੀ ਹੈ। ਦਾਸ ਕਈ ਵਾਰੀ ਇਹ ਕਹਿੰਦਾ ਹੁੰਦਾ ਵੀ ਜੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਨੇ, ਉਹਨਾਂ ਦੀ ਬਾਣੀ ਵਿੱਚੋਂ ਕਰੋ, ਜਪਜੀ ਸਾਹਿਬ ਵਿੱਚੋਂ ਕਰੋ। ਸ਼ਬਦ ਗੁਰੂ ਹੈ ਨਾ ਜੀ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਗੁਰਬਾਣੀ ਨੂੰ ਸੰਪਾਦਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਤੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਗਰੇ ਗਏ ਨਾ, ਜਿੱਥੋਂ ਗ੍ਰਿਫਤਾਰੀ ਹੋਈ ਮਹਾਰਾਜ ਜੀ ਦੀ, ਤੇ ਸਿਪਾਹੀ ਆ ਕੇ ਕਹਿੰਦੇ, ਨਾਮ ਕੀ ਤੁਹਾਡਾ? ਇਹ ਬਚਨ ਬੜੇ ਅਮੋਲਕ ਨੇ, ਇਤਿਹਾਸਕ ਬਚਨ ਗੁਰੂ ਸਾਹਿਬ ਦੇ। ਕਹਿੰਦੇ ਜੀ, ਨਾਮ ਤਾਂ ਸਾਡਾ ਤੇਗ ਬਹਾਦਰ ਹੈ, ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਨੂੰ ਗੁਰੂ ਕਿਹਾ ਜਾਂਦਾ ਹੈ। ਯਾਨੀ ਮੇਰਾ ਨਾਮ ਤੇਗ ਬਹਾਦਰ ਹੈ, ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰਕੇ ਮੈਨੂੰ ਗੁਰੂ ਕਿਹਾ ਜਾਂਦਾ ਹੈ। ਜਿਹੜਾ ਗੁਰੂ ਲਕਬ ਹੈ ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੀ ਸਾਨੂੰ ਪ੍ਰਾਪਤ ਹੋਇਆ। ਉਂਝ ਸਰੀਰ ਦਾ ਨਾਮ ਤਾਂ ਤੇਗ ਬਹਾਦਰ ਹੈ, ਕਿਉਂਕਿ ਗੁਰੂ ਸਰੀਰ ਦਾ ਨਾਮ ਨਹੀਂ ਸੀ, ਗੁਰੂ ਸ਼ਬਦ ਦਾ ਨਾਮ ਸੀਗਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਆਖਿਆ। ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਦੇ ਬਚਨ ਨੇ, ਸ਼ਬਦ ਸਾਡਾ ਗੁਰੂ ਹੈ। ਇਹ ਮੁੱਢ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ ਤੋਂ ਹੀ ਬੰਨ੍ਹ ਦਿੱਤਾ ਸੀਗਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ 15 ਅਗਸਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਜਿਹੜਾ ਉਹ ਸੰਪੰਨ ਕੀਤਾ। ਅਜੇ ਤਤਕਰਾ ਨਹੀਂ ਸੀ ਲਿਖਿਆ ਮਹਾਰਾਜ ਜੀ ਨੇ। ਭਾਦਰੋਂ ਵਧੀ ਏਕਮ ਪ੍ਰਕਾਸ਼ ਕੀਤਾ ਗਿਆ, ਸੁਧੀ ਏਕਮ ਨੂੰ ਸੰਪੂਰਨ ਕੀਤਾ ਗਿਆ 15 ਦਿਨ ਪਹਿਲਾਂ ਪ੍ਰਕਾਸ਼ ਕਰਨ ਤੋਂ। ਇੱਕ ਗੁਰਸਿੱਖ ਹੋਏ ਨੇ ਭਾਈ ਬੰਨੋ ਜੀ, ਗੁਜਰਾਤ ਦੇ ਰਹਿਣ ਵਾਲੇ, ਜ਼ਿਲ੍ਹਾ ਮਾਂਗਟ। ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਤਾਂ ਇਸ ਤਰ੍ਹਾਂ ਬਚਨ ਲਿਖੇ ਜੀ ਕਿ ਭਾਈ ਬੰਨੋ ਨੂੰ ਮਹਾਰਾਜ ਨੇ ਆਪ ਸੱਦਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰੋ। ਭਾਈ ਬੰਨੋ ਨੇ ਉਤਾਰਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਪਰ ਉਹਨਾਂ ਦੀ ਬੀੜ ਦੇ ਅੰਦਰ ਜਿਹੜੇ ਬਚਨ ਲਿਖੇ ਗਏ ਨੇ ਉਹ ਕਈ ਲਿਖਾਰੀਆਂ ਦੀ ਲਿਖਾਈ ਹੈ।
क्योंकि उन्होंने इकल्लियां ने नहीं वो बीड़ का उतारा किया, कई लिखारियां ने किया। दूजा जिहड़ा इतिहासक तत्थ है, इतिहासकार लिखते भी जदों स्वरूप गुरु ग्रंथ साहिब का तैयार होया तो भाई बन्नों हथ जोड़ के खलो गए, महाराज तुहाडा तां बिरध है, तुसीं गरीबां नूं सिखां नूं निवाज दिओ ते बीड़ मैनूं दे दिओ, मैं अपने नगर लैके जानी है। गुरु अर्जन देव जी महाराज विचारन लग पे भी इन्नी कीमती बीड़ भाई बन्नों नूं किवें दित्ती जाए। भाई बन्नों कहंदे पातशाह जदों मंगावांगे उदों लैके हाज़र हो जावांगा। भाई बन्नों बीड़ लैके गए ने, अजे राह विच जांदिआं उहदा उतारा कर ही रहे ने ते पिछों हुक्म आ गया भी बीड़ लै आओ, ते भाई बन्नों बीड़ वापस लैके हाज़र हो गए। उन्होंने वापस आउंदिआं ताईं गुरु ग्रंथ साहिब का उतारा कर लिया सीगा। तीजा जिहड़ा इतिहासक तत्थ है, जदों गुरु ग्रंथ साहिब महाराज सच्चे पातशाह जी की जिलत बनाउण दा काम आया तो सतगुरां ने भाई बन्नों की सेवा लाई भी जाओ लाहौर विचों गुरु ग्रंथ साहिब महाराज जी की जिलत तैयार करा के लैके आओ। भाई बन्नों ने लाहौर जांदिआं ताईं अद्धा स्वरूप लिख लिया, लिखारी ला के उथों जिलत बना के जदों वापस आए तो अद्धा स्वरूप उन्होंने आउंदिआं लिख लिया। पर भाई बन्नों ने उस स्वरूप के अंदर कुछ वाधू बाणियां, कुछ वाधू शब्द दर्ज कर दिते, जिस करके महाराज सच्चे पातशाह ने आख्या भी ये बीड़ प्रवाणित नहीं। भाई बन्नों तुसीं अपनी मर्जी नाल इहदे विच शब्द दर्ज कीते ने। उहनूं कहंदे जी खारी बीड़ कहंदे ने, पर खारी बीड़ इस करके कहंदे उन्हां दा नगर जिहड़ा सी खारा सीगा, उथों नाम प्रचलित होया। जिन्हों आप अजकल करतारपुर साहिब वाली बीड़ कहने, इनू पहला भाई गुरदास की बीड़ कहते सन, क्योंकि इसकी लिखाई भाई गुरदास जी ने की है। तो भाई बन्नों वाली बीड़ नूं खारी बीड़ तां कहण लग पे, नगर खारा सी उन्हां दा, उथों फिर वो नाम प्रसिद्ध हो गया। पर गुरु साहिब जी ने उस बीड़ नूं प्रवाणित इस करके नहीं किया क्योंकि उन्होंने मर्जी नाल जिवें मीरां बाई दा शब्द विच पा दिता, तो ये गल महाराज ने प्रवान नहीं की कि बाणी दे विच किसी तरह की कोई लिखत नहीं लिखी जानी चाहिए। धन श्री गुरु अर्जन देव साहिब जी महाराज के हुक्म नाल भाई गुरदास जी ने फिर तत्करा लिखिया। तत्करा ते जिलत का कारज 15 दिनों के विच होया, ते तत्करे दे उपर लिखिया होया है कि ये जिहड़ा तत्करा भादरों सुधी एकम नूं संपन्न होया, ते संध्या दे वक्त महाराज धन श्री गुरु अर्जन देव साहिब सच्चे पातशाह जी बाबा बुढ़ा जी ते भाई गुरदास जी नूं सद के कहण लगे भी गुरु ग्रंथ साहिब महाराज सच्चे पातशाह जी का प्रकाश किस जगह ते कीता जाए। बाबा बुढ़ा जी हाथ जोड़ के कहंदे पातशाह तुहाडे तो वध इस गल नूं होर कौन जान सकदा है। ते साहिब जी कहंदे फिर जितने समर्थ ते श्रोमणी गुरु ग्रंथ साहिब महाराज ने उतना ही श्रोमणी स्थान कहंदे सचखंड श्री हरमंदर साहिब है। ते सवेरे सचखंड श्री हरमंदर साहिब विखे गुरु ग्रंथ साहिब का प्रकाश किया जाए। अमृत वेले बाबा बुढ़ा साहिब जी ने गुरु ग्रंथ साहिब महाराज जी का पावन स्वरूप सीस ते सजाया। पंजवें पातशाह ने हथ विच चौर लिया, गुरसिख बाणी पढ़ते कीर्तन करते श्री रामसर साहिब तो सचखंड श्री हरमंदर साहिब पहुँचे। धन गुरु ग्रंथ साहिब महाराज जी का पावन पलंग जिहड़ा सचखंड हरमंदर साहिब के अंदर सजाया, सारी संगत बह गई। ते इतिहासक बोलने बाबा बुढ़ा खोलो ग्रंथ लिहो आवाज़ सुनै सब पंथ। बाबा जी प्रकाश करो गुरु ग्रंथ साहिब का, आवाज़ लो। आवाज़ लैण तो भावी हुक्मनामा लो। अदब साथ ग्रंथ तब खोला ले आवाज़ बुढ़ा मुख बोला। बाबा जी ने बड़े अदब नाल प्रकाश किया गुरु ग्रंथ साहिब महाराज जी का। ते आवाज़ लैके बाबा बुढ़ा साहिब जी बोलन लगे, सुही महला पंजवा संता के कारज आप खलोया, हर काम करावण आया राम, तरत सुहावी ताल सुहावा, विच अमृत जल छाया राम। ये पहला श्री मुखवाक है जो गुरु ग्रंथ साहिब महाराज जी के प्रकाश वक्त सचखंड श्री हरमंदर साहिब आया है। तो गुरु अर्जन देव साहिब जी के बोल सन, जिहड़ा सतगुरु जी का शरीर है एक वक्त हर जगह ते नहीं हुंदा, क्योंकि शरीर व्यापक नहीं हुंदा।
गुरु ग्रंथ साहिब जी सतगुरु का हिरदा जानो, भाव गुरु ग्रंथ साहिब नूं गुरु का हिरदा करके जानो। ते गुरु ग्रंथ साहिब जी हर वक्त हर जगह ते मौजूद, हर जगह ते व्यापक ने। इस भाव नूं दास इदां समझदा है, जिथे जिथे गुरु नानक साहिब दे सिख रहिंदे ने, जिन्हां जिन्हां सिखां दे हिरदे विच बाणी वसदी है ना, उस बाणी का प्रकाश सिखां दे हिरदे विच है। ये बाणी व्यापक है। जगत दे विच कोई भी प्राणी मातर है जिहदे हिरदे विच बाणी वसदी, उहदे हिरदे अंदर गुरु ग्रंथ साहिब व्यापक ने। गुरु ग्रंथ साहिब केवल गुरु घर दे विच विराजमान नहीं, वो सिखां दे हिरदे विच ने। क्योंकि शब्द गुरु है ना, ते शब्द गुरु सिख दे हिरदे दे विच वसदा है। ते फिर साहिब जी कहंदे ने, नाम ते नामी विच भेद नहीं हुंदा। नामी कौन? अकाल पुरख। ਉਹਦੇ नाम विच ते अकाल पुरख विच भेद नहीं। यह करतार सुहाए। गुरु ग्रंथ साहिब जी नूं कहण लगे भी ये तां आप करतार इत्थे अज विराजमान होए ने, ते तुसीं जदों भी नमस्कार करनी है इन्हां नूं सतगुरु जान के भाव दे नाल नमस्कार करनी है। गुरु ग्रंथ साहिब दा अदब करना, ये तुहाडे गुरु ने। गुरता गति वेखो 5 जामिਆਂ ਤੋਂ ਬਾਅਦ ਵਿੱਚ ਜਾ ਕੇ ਮਿਲੀ ਸੀ, पर गुरु अर्जन देव साहब सच्चे पातशाह ने ये बचन पहला ही गुरु के सिखां नूं कह दिते, क्योंकि शब्द की महिमा तो पहले जामे तो ही आरंभ हो गई सी। सतगुरु सच्चे पातशाह महाराज गुरु अर्जन देव साहब ने इन्ना सत्कार गुरु ग्रंथ साहिब जी का किया जी, जिथे अज अकाल तख्त साहिब सुशोभित है, उहदे अंदरले पासे स्थान बनया है जिथे महाराज साहब जी का सुखासन किया जाता है। कहते जिस दिन गुरु ग्रंथ साहिब जी का सुखासन उत्थे कीता, उस दिन तो बाद गुरु अर्जन देव जी महाराज सच्चे पातशाह भुंजे पैण लग पे और उस जगह ते आराम करते सन। कई थावां ते जी महाराज दे पलंग दे हेठले पासे चादर विछाई जाती। मैनू नहीं पता भी तुसीं इस भाव नूं किस रूप दे विच लाओगे, पर किसी गुरमुख प्यारे ने दस्सिया, कहते सिख इस भाव दे नाल चादर विछाउंदे सन, इस भाव नाल कि जिस दिन गुरु ग्रंथ साहिब महाराज जी का सुखासन कोठा साहिब किया गया, गुरु अर्जन देव जी महाराज चादर विछा के हेठां पैंदे सन, इन्ना सत्कार करते सन। अज भी सिख उस भाव नूं इसे तरह ही हिरदे विच रखते हैं। तो याद रखिए कि असीं वो भाव हिरदे विच वसावना है, गुरु ग्रंथ साहिब का सत्कार करना है। जे किसी के घर दे विच गुरु ग्रंथ साहिब महाराज जी का स्वरूप जाता है तो इन्ना सत्कार करो, अपने आप को वड्डे भागां वाला समझो कि अज गुर परमेश्वर मेरे घर दे विच आया है। जदों गुरु सिख दे घर विच आवे तो सिख की झोली भरन वास्ते आउंदा जी, कुछ लैण नहीं आउंदा। जे माई भाग भरी दे घर दे विच गुरु हरगोबिंद साहिब सच्चे पातशाह जाते हैं तो माई भाग भरी नूं खुशियां देण जाते हैं। अज उही पातशाह ने 10 पातशाहियां दी जोत है, जे साडे घर विच जांदे ने ते गुरु ग्रंथ साहिब जी साडी झोली विच कुछ पाण वास्ते जांदे ने। चाहे तुसी सुखमणी साहिब जी का जाप कराओ, श्री अखंड पाठ साहिब रखाओ, सहज पाठ रखाओ, जिन्ना समा तुहानूं बने बह के बाणी जरूर सुनिया करिए। यही लाह है साडा सब तो वड्डा, यही लाह ਜਿਹੜਾ ਸਾਡਾ जीवन सुधारेगा, सानू खुशियां देगा। बाणी खुशी आनंद सुख दी पूंजी है। तो गुरु अमरदास महाराज जी कहते दुख रोग संताप उतरे सुनी सच्ची बाणी। ये बचन कमाउणा आपां पढ़दा नहीं कल्ला, कमाउणा भी है कि जदों बाणी नूं आपां सुणीए ना दुख रहिंदा है, ना संताप रहिंदा है, ना कोई कलेश रहिंदा है। सब कुछ मिट जाता है जदों भावना सहित गुरु की बाणी सुनी दी है। इन्ना अदब करिए असीं बाणी दा। मैं अफसोस नाल एक गल जरूर साझी करना चाहुंदा। रायपुरे दे इलाके की गल है, किसी लीडर ने अपने इलैक्शन तो पहला जिहड़ा उन्हां दा ऑफिस सी उहदा उद्घाटन किया। जदों तां स्वरूप लैके गए, उदों आप स्वरूप महाराज दा लिया, संगी साथी नाल लैके प्रकाश किया, पाठ होया। खैर पाठ तां किहने सुनना सी, मैनूं खिमा करिओ। भोग पै गया, अरदास हो गई, उन्हां दुनियावी गल्लां कीतियां। जदों स्वरूप लैके जाण दी वारी आई ना, सच जाणिओ गुरु ग्रंथ साहिब की हजूरी विच बैठा एक भी बंदा नाल चलण लई तैयार नहीं होया। 5 सिंह तां बड़ी दूर की गल ने, एक सिंह भी नाल चलण लई मिन्नतां कीतियां सिंघां ने।
ਇਹ ਸਾਰੀ ਘਟਨਾ ਅੱਖੀਂ ਵੇਖੀ ਜੀ, ਮੈਂ ਕਿਸੇ ਕੋਲੋਂ ਸੁਣੀ ਨਹੀਂ, ਮੈਂ ਅੱਖਾਂ ਨਾਲ ਵੇਖੀ, ਉੱਥੇ ਮੌਜੂਦ ਸੀ। ਮਿੰਨਤਾਂ ਕਰਦੇ ਰਹੇ ਸਿੰਘ ਵੀ ਕੋਈ ਤਾਂ ਨਾਲ ਚੱਲ ਪਾਓ, ਕੋਈ ਚੱਲਣ ਵਾਸਤੇ ਤਿਆਰ ਨਹੀਂ ਸੀ। ਹੈ ਤਾਂ ਸਾਰੇ ਸਿੱਖ ਹੀ ਸਨ ਨਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਭਾਈ ਡੱਲੇ ਦੀ ਪਰਖ ਕਰਦੇ ਨੇ ਤੇ ਡੱਲਿਆ ਲਿਆ ਕੋਈ ਸਿੱਖ, ਲਿਆ ਕੋਈ ਮੱਲ, ਸਾਰੇ ਭੱਜ ਗਏ। ਡੱਲੇ ਨੇ ਵੇਖਿਆ ਵੀ ਸਾਰੇ ਦੌੜ ਗਏ ਤੇ ਡੱਲੇ ਨੇ ਧੌਣ ਵੀ ਕਰ ਲਈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਡੱਲੇ ਨੂੰ ਕਹਿੰਦੇ, ਤੂੰ ਵੀ ਤਾਂ ਸਿੱਖ ਸੀ ਨਾ, ਤੂੰ ਵੀ ਤਾਂ ਸਿੱਖ ਸੀ, ਤੂੰ ਖਲੋ ਜਾਂਦਾ, ਪਰ ਤੇਰੇ ਅੰਦਰ ਸਾਹਸ ਨਹੀਂ ਸੀ, ਤੇਰੇ ਅੰਦਰ ਦਲੇਰੀ ਨਹੀਂ ਸੀ, ਤੂੰ ਮਰਨਾ ਨਹੀਂ ਸੀ ਚਾਹੁੰਦਾ। ਵੇਖ ਵੀਰ ਸਿੰਘ ਤੇ ਧੀਰ ਸਿੰਘ ਆ ਕੇ ਮੂਹਰੇ ਖਲੋ ਗਏ, ਮਹਾਰਾਜ ਪਹਿਲਾਂ ਮੇਰੇ ਗੋਲੀ ਮਾਰੋ। ਦੋਨੇ ਸਾਹਮਣੇ ਖਲੋ ਗਏ ਨਾ, ਮੇਰੇ ਗੋਲੀ ਵੱਜੇ। ਛੋਟਾ ਕਹਿੰਦਾ ਜੀ ਮੇਰੇ ਮਾਰੋ, ਵੱਡਾ ਕਹਿਣ ਲੱਗਾ ਨਹੀਂ ਮੈਂ ਵੱਡਾ ਤੂੰ ਛੋਟਾ ਹੈ। ਮਹਾਰਾਜ ਕਹਿੰਦੇ ਦੋਨੇ ਹੀ ਖਲੋ ਜਾਓ। ਗੁਰੂ ਕਲਗੀਧਰ ਜੀ ਨੇ ਗੋਲੀ ਚਲਾਈ ਤੇ ਸਿਰ ਦੇ ਉੱਪਰੋਂ ਦੀ ਕੱਢ ਦਿੱਤੀ। ਅਸੀਂ ਸਾਰੇ ਸਿੱਖ ਹਾਂ, ਸਾਡਾ ਸਾਰਿਆਂ ਦਾ ਓਨਾ ਹੀ ਫਰਜ਼ ਬਣਦਾ ਹੈ। ਦੂਜੇ ਦੇ ਮੁਖ ਵੱਲ ਨਾ ਵੇਖੇ ਵੀ ਗ੍ਰੰਥੀ ਸਿੰਘ ਜਾਵੇ ਸੇਵਾਦਾਰ ਜਾਏ। ਸਾਰੇ ਸਿੱਖਾਂ, ਗੁਰੂ ਸਾਡਾ ਸਾਰਿਆਂ ਦਾ ਸਾਂਝ ਹੈ। ਡਿਊਟੀ ਸਾਰਿਆਂ ਦੀ ਅਲੱਗ-ਅਲੱਗ ਹੋ ਸਕਦੀ ਹੈ। ਤੁਸੀਂ ਹੈਰਾਨ ਹੋਵੋਗੇ ਵੀ 3 ਸਿੰਘ ਮਹਾਰਾਜ ਦਾ ਸਰੂਪ ਲੈ ਕੇ ਆਏ, ਫਿਰ ਉਹ ਵੀ ਮਹਾਰਾਜ ਦੇ ਜਿਹੜੇ ਸੇਵਾਦਾਰ ਸਨ, ਬਾਕੀ ਕੋਈ ਨਹੀਂ ਆਇਆ। ਮਿੰਨਤਾਂ ਵੀ ਕੀਤੀਆਂ, ਕੋਈ ਨਾਲ ਨਹੀਂ ਚੱਲਿਆ। ਇਸ ਤੋਂ ਵੱਡੀ ਨਰਾਦਰੀ ਕੀ ਹੋ ਸਕਦੀ ਹੈ। ਗੁਰੂ ਘਰਾਂ ਵਿੱਚ ਬੇਅਦਬੀਆਂ ਹੋ ਰਹੀਆਂ ਨੇ, ਆਪਾਂ ਸਾਰਿਆਂ ਨੂੰ ਪਤਾ ਹੈ, ਪਰ ਜਿਹੜੀ ਨਰਾਦਰੀ ਇਸ ਤਰੀਕੇ ਦੀ ਹੋ ਰਹੀ ਹੈ ਉਹਨੂੰ ਠੱਲ ਕਿਵੇਂ ਪਾਵਾਂਗੇ। ਬਾਹਰੋਂ ਕੋਈ ਆ ਕੇ ਬੇਅਦਬੀ ਕਰੇ ਤਾਂ ਬੇਅਦਬੀ ਹੈ, ਜਿਹੜੀ ਨਰਾਦਰੀ ਰੋਜ਼ ਇਸ ਤਰ੍ਹਾਂ ਹੁੰਦੀ ਹੈ ਤਾਂ ਇਹਨੂੰ ਠੱਲ ਕੌਣ ਪਾਵੇਗਾ, ਇਸ ਨਰਾਦਰੀ ਨੂੰ ਕੌਣ ਰੋਕੇਗਾ। ਸਾਡਾ ਫਰਜ਼ ਹੈ ਕਿ ਆਪਾਂ ਇਸ ਚੀਜ਼ ਨੂੰ ਵੀ ਧਿਆਨ ਵਿੱਚ ਲਿਆ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੀਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਹਿਬ ਜਾਣ ਕੇ ਅਦਾਇਬ ਕਰੇ ਹੈ, ਇਹਨੂੰ ਮਾਲਕ ਜਾਣ ਕੇ ਸਤਿਕਾਰ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹਿਰਦਾ ਨੇ। ਭਾਈ ਨੰਦ ਲਾਲ ਜੀ ਨੂੰ ਗੁਰੂ ਕਲਗੀਧਰ ਜੀ ਕਹਿੰਦੇ ਨੇ। ਭਾਈ ਨੰਦ ਲਾਲ ਜੀ ਦੇ ਮੁੱਢਲੇ ਬੋਲ ਨੇ ਜੀ ਉਹਨਾਂ ਦੇ ਰਹਿਤਨਾਮਿਆਂ ਦੇ। ਜਦੋਂ ਉਹਨਾਂ ਨੇ ਮਰਿਆਦਾ ਪੁੱਛੀ ਨਾ ਭਾਈ ਨੰਦ ਲਾਲ ਜੀ ਨੇ ਵੀ ਸਿੱਖ ਦੀ ਮਰਿਆਦਾ ਕੀ ਹੈ, ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਗੁਰੂ ਦੇ ਦਰਸ਼ਨ ਕਰਨੇ, ਸਾਧ ਸੰਗਤ ਕਰਨੀ, ਕਥਾ ਸੁਣਨੀ, ਕੀਰਤਨ ਸੁਣਨਾ। ਤਾਂ ਭਾਈ ਨੰਦ ਲਾਲ ਜੀ ਦਾ ਇੱਕ ਸਵਾਲ ਸੀ, ਮਹਾਰਾਜ ਤੁਹਾਡਾ ਦਰਸ਼ਨ ਕਿਵੇਂ ਕਰੀਏ, ਕਿਸ ਰੂਪ ਦਾ ਦਰਸ਼ਨ ਕਰੀਏ, ਤੁਹਾਡਾ ਸਰੂਪ ਕੀ ਹੈ। ਮਹਾਰਾਜ ਕਹਿੰਦੇ 3 ਰੂਪ ਹੈ, ਮੋਹੇ ਕੋ ਸੁਨੋ ਆਨੰਦ ਚਿਤ ਲਾਏ, ਸਰਗੁਣ ਨਿਰਗੁਣ ਗੁਰ ਸ਼ਬਦ ਹੈ। ਮੇਰਾ ਪਹਿਲਾ ਸਰੂਪ ਸਰਗੁਣ ਹੈ, ਦੂਜਾ ਸਰੂਪ ਨਿਰਗੁਣ ਹੈ, ਤੀਜਾ ਸਰੂਪ ਮੇਰਾ ਗੁਰ ਸ਼ਬਦ ਹੈ। ਨਿਰਗੁਣ ਜਿਹੜਾ ਪਰੇ ਤੋਂ ਪਰੇ, ਸੂਖਮ ਤੋਂ ਸੂਖਮ ਹੈ, ਜਿਹਨੂੰ ਨੇਤ ਨੇਤ ਕਿਹਾ ਜਾਂਦਾ, ਅੰਤ ਨਹੀਂ ਪਾਇਆ ਜਾ ਸਕਦਾ। ਕਹਿੰਦੇ ਜੀ ਸਰਗੁਣ ਰੂਪ, ਮਹਾਰਾਜ ਕਹਿੰਦੇ ਮੇਰੇ ਗੁਰਸਿੱਖ ਬਾਣੀ ਪੜ੍ਹਨ ਵਾਲੇ, ਜਿਹਨੂੰ ਪੰਥ ਕਹਿੰਦੇ ਆ ਆਪਾਂ, ਇਹ ਮੇਰਾ ਸਰਗੁਣ ਰੂਪ ਹੈ। ਤੇ ਸਤਿਗੁਰੂ ਕਹਿੰਦੇ ਤੀਜਾ ਰੂਪ ਹੈ ਮੇਰਾ ਗੁਰੂ ਕਾ ਸ਼ਬਦ ਹੈ। ਜੇ ਤੁਹਾਡੇ ਮਨ ਵਿੱਚ ਚਾਓ ਹੈ, ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਨੇ, ਤੁਸੀਂ ਬਾਣੀ ਪੜ੍ਹੋ। ਇਹ ਰਹਿਤਨਾਮਿਆਂ ਦੇ ਬੋਲ ਨੇ ਜੀ ਭਾਈ ਨੰਦ ਲਾਲ ਜੀ ਦੇ। ਜੇ ਤੁਹਾਡਾ ਜੀ ਕਰਦਾ ਤੁਸੀਂ ਮੇਰਾ ਉਪਦੇਸ਼ ਸੁਣਨਾ, ਫਿਰ ਕਥਾ ਸੁਣੋ। ਗੱਲਾਂ ਕਰਨੀਆਂ ਨੇ, ਬਾਣੀ ਪੜ੍ਹੋ। ਉਪਦੇਸ਼ ਸੁਣਨਾ ਹੈ ਤਾਂ ਤੁਸੀਂ ਕਥਾ ਸੁਣੋ। ਤੇ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ, ਤੁਸੀਂ ਅਰਦਾਸ ਕਰੋ, ਹੁਕਮਨਾਮਾ ਲਓ, ਮੈਂ ਤੁਹਾਨੂੰ ਜਵਾਬ ਦੇਵਾਂਗਾ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਮੇਰਾ ਇੱਕ ਇੱਕ ਅੰਗ ਹੈ। ਇਹਨੂੰ ਮੇਰਾ ਰੂਪ ਜਾਣ ਕੇ ਇਹਦਾ ਸਤਿਕਾਰ ਗੁਰੂ ਕੇ ਸਿੱਖਾਂ ਨੇ ਕਰਨਾ। ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰੀਏ ਉਨਾ ਹੀ ਥੋੜ੍ਹਾ ਹੈ। ਸਮਾਂ ਕਰੀਬਨ ਮੰਜ਼ਿਲ 'ਤੇ ਪਹੁੰਚ ਚੁੱਕਾ, ਪਰ ਮੈਂ ਇੱਕ ਇਤਿਹਾਸਕ ਤੱਥ ਤੁਹਾਡੇ ਸਾਹਮਣੇ ਰੱਖਣਾ ਜੀ। ਸਾਲ ਵਿੱਚ 3 ਦਿਹਾੜੇ ਆਉਂਦੇ ਨੇ, ਪ੍ਰਕਾਸ਼ ਦਿਹਾੜਾ, ਸੰਪੂਰਨਤਾ ਦਿਵਸ ਤੇ ਗੁਰਗੱਦੀ ਦਿਵਸ। ਜਿਹੜਾ ਸੰਪੂਰਨਤਾ ਦਿਵਸ ਹੈ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਸੰਪੂਰਨਤਾ ਦਿੱਤੀ। ਅੱਜ ਜਿਹੜੇ ਸਰੂਪ ਸਾਡੇ ਕੋਲ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਇਹ ਉਹਨਾਂ ਸਰੂਪਾਂ ਦਾ ਉਤਾਰਾ ਹੈ ਜਿਹੜੀ ਸੰਪੂਰਨਤਾ ਗੁਰੂ ਕਲਗੀਧਰ ਜੀ ਕਰਕੇ ਗਏ। ਉਸ ਤੋਂ ਬਾਅਦ ਨਾ ਇਹਨਾਂ ਸਰੂਪਾਂ ਦੇ ਵਿੱਚ ਕੁਝ ਦਰਜ ਕੀਤਾ ਗਿਆ, ਨਾ ਕੁਝ ਕੱਢਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਪੜ੍ਹਦਿਆਂ ਇੱਕ ਪੱਖ ਮੂਹਰੇ ਆਇਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਗਏ, ਪੂਰਬ ਦੇ ਇਲਾਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕਾਫੀ ਸਰੂਪ ਮੌਜੂਦ ਸਨ ਉਤਾਰੇ ਦੇ ਰੂਪ ਦੇ ਅੰਦਰ। ਕੁਝ ਸਾਲ ਪਹਿਲਾਂ ਜੀ ਨੇਪਾਲ ਤੋਂ ਇੱਕ ਸਰੂਪ ਸਿੰਘ ਲੈ ਕੇ ਆਏ, ਉਹਦੇ ਦਰਸ਼ਨ ਹੋਏ। ਉਹ ਸਰੂਪ ਲਿਖੇ ਤਾਂ ਗਏ ਨੇ,
पर राग अगे पिछे सन उन्हां दे। ਜਿਹੜੇ ਉਹ ਲਿਖਾਰੀਆਂ ਨੇ ਉਤਾਰੇ ਕੀਤੇ ਸਨ ਜਾਂ ਸਿੱਖਾਂ ਨੇ, ਉਹਨਾਂ ਨੇ ਉਹ ਰਾਗ ਦੀ ਤਰਤੀਬ ਅੱਗੇ ਪਿੱਛੇ ਕਰ ਦਿੱਤੀ ਸੀ ਸਰੂਪਾਂ ਦੀ। ਉਹ ਜਿਹੜੇ ਸਰੂਪ ਅੱਜ ਵੀ ਬਹੁਤ ਸਾਰੇ ਮੌਜੂਦ ਨੇ ਤੇ ਕਈਆਂ ਨੇ ਬੇਅਦਬੀ ਦੇ ਨਾਂ ਤੇ ਉਹ ਸਰੂਪ ਅਗਨ ਭੇਟ ਕਰ ਦਿੱਤੇ ਪੁਰਾਤਨ। ਤੁਹਾਨੂੰ ਪਤਾ ਹੈ ਪਿੱਛੇ ਜੀ ਕਾਫੀ ਮਸਲਾ ਵੀ ਭਖਿਆ ਸੀ, ਇੱਦਾਂ ਪੁਰਾਣੇ ਸਰੂਪ ਅਗਨ ਭੇਟ ਕਰ ਦਿੱਤੇ ਗਏ। ਉਹ ਸਰੂਪ ਲਿਖੇ ਤਾਂ ਇਹਨੇ ਬਿਨ ਉਸੇ ਤਰ੍ਹਾਂ ਗਏ ਸੀ, ਪਰ ਰਾਗਾਂ ਨੂੰ ਅੱਗੇ ਪਿੱਛੇ ਕਰ ਦਿੱਤਾ ਗਿਆ। ਰਾਗਮਾਲਾ ਕਿਤੇ ਲਿਖ ਦਿੱਤੀ ਤੇ ਜਿਹੜਾ ਰਾਗ ਸੋਰਠ ਉਹ ਕਿਤੇ ਲਿਖ ਦਿੱਤਾ, ਰਾਗ ਮਾਝ ਕਿਤੇ ਲਿਖ ਦਿੱਤਾ। ਇਸ ਤਰੀਕੇ ਨਾਲ ਉਹ ਸਰੂਪਾਂ ਦੀ ਲਿਖਾਈ ਹੋਈ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੇ ਕਿਹਾ ਸੀ, ਜਦੋਂ ਇੱਕ ਸਿੱਖ ਦੱਖਣੀ ਓਂਕਾਰ ਦਾ ਪਾਠ ਕਰਦਾ ਸੀ, ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਇਹ ਸਾਰਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ। ਉਹ ਸਿੱਖ ਨੇ ਪੰਗਤੀ ਪੜ੍ਹ ਦਿੱਤੀ ਵੀ ਕੇ ਜਾਣੈ ਗੁਰਸੂਰਾ, ਇੱਕ ਮਾਤਰਾ ਹਟਾ ਦਿੱਤੀ ਤੇ ਇੱਕ ਸਿੰਘ ਨੇ ਉਹਦੇ ਚਪੇੜ ਮਾਰੀ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਤਾਂ ਕਹਿੰਦੇ ਹੋ ਵੀ ਬਾਣੀ ਪੜ੍ਹਨ ਨਾਲ ਜੰਮਾਂ ਦੀ ਚੋਟ ਨਹੀਂ ਪੈਂਦੀ, ਮੈਨੂੰ ਤਾਂ ਇੱਥੇ ਚਪੇੜ ਪੈ ਗਈ। ਸਤਿਗੁਰੂ ਕਹਿੰਦੇ, ਸਿੱਖਾ ਜਿਹੜੀ ਬਾਣੀ ਗਲਤ ਪੜ੍ਹਦਾ ਪਿਆ ਉਹਦਾ ਕੀ ਹੈ? ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਕਹਿ ਦਾ ਮਤਲਬ ਹੁੰਦਾ ਜੀ ਜਾਂ, ਕਰਤੇ ਦੀ ਮਿਤ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ। ਪਾਤਸ਼ਾਹ ਕਹਿੰਦੇ ਤੂੰ ਕੇ ਪੜ੍ਹ ਰਿਹਾ, ਕੇ ਦਾ ਮਤਲਬ ਵੀ ਕਰਤੇ ਦੀ ਮਿਤ ਕਰਤਾ ਤਾਂ ਜਾਣਦਾ, ਗੁਰੂ ਸੂਰਮਾ ਕੀ ਜਾਣੇ। ਪਾਤਸ਼ਾਹ ਕਹਿੰਦੇ ਪੰਕਤੀ ਦੇ ਅਰਥਾਂ ਦੇ ਅਨਰਥ ਹੋ ਗਏ ਨਾ। ਸਿੰਘ ਕਹਿੰਦੇ ਮਹਾਰਾਜ ਜੀ ਸਾਨੂੰ ਪੜ੍ਹਨੀ ਨਹੀਂ ਆਉਂਦੀ, ਤੁਸੀਂ ਕਿਰਪਾ ਕਰਕੇ ਸਾਨੂੰ ਬਾਣੀ ਪੜ੍ਹਾਓ, ਸ਼ੁੱਧ ਬਾਣੀ ਪੜ੍ਹਾਓ। ਗੁਰੂ ਕਲਗੀਧਰ ਜੀ ਕਹਿੰਦੇ ਸਮਾਂ ਆਵੇਗਾ। ਫਿਰ ਜਦੋਂ ਮਹਾਰਾਜ ਜੀ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਜੀ, ਦਮਦਮਾ ਸਾਹਿਬ ਵਿਖੇ ਸਿੰਘਾਂ ਨੇ ਫਿਰ ਅਰਜ਼ ਗੁਜ਼ਾਰੀ। ਉੱਥੇ ਗੁਰੂ ਕਲਗੀਧਰ ਜੀ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਵਾਸਤੇ ਸਿੰਘਾਂ ਨੂੰ ਭੇਜਿਆ ਜੀ ਕਰਤਾਰਪੁਰ ਸਾਹਿਬ, ਵੀ ਉਹ ਸਰੂਪ ਜਿਹੜਾ ਕਰਤਾਰਪੁਰ ਸਾਹਿਬ ਤੋਂ ਲੈ ਕੇ ਆਓ, ਜਿਹੜਾ ਪੰਜਵੇਂ ਪਾਤਸ਼ਾਹ ਨੇ ਲਿਖਾਇਆ ਸੀ, ਜਿਸ ਸਰੂਪ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ ਸੀ। ਉਹ ਸਰੂਪ ਲੈਣ ਵਾਸਤੇ ਸਿੰਘ ਜਦੋਂ ਆਏ ਤੇ ਧੀਰਮਲ ਨੇ ਸਰੂਪ ਦਿੱਤਾ ਨਹੀਂ, ਤਾਨਾ ਮਾਰ ਦਿੱਤਾ, ਜੇ ਤੁਹਾਡਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਹੈ ਤੇ ਉਹ ਆਪਣੀ ਬਾਣੀ ਆਪ ਕਿਉਂ ਨਹੀਂ ਉਚਾਰ ਲੈਂਦੇ? ਇਹ ਜਾ ਕੇ ਗੱਲ ਸਿੰਘਾਂ ਨੇ ਮਹਾਰਾਜ ਨੂੰ ਦੱਸੀ। ਫਿਰ ਉੱਥੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਣਾ ਆਰੰਭ ਕੀਤਾ। ਭਾਈ ਬਨੀ ਸਿੰਘ ਜੀ ਲਿਖਾਰੀ ਸਨ, ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ ਸਨ, ਸ਼ਾਹੀ ਬਣਾਣੀ, ਕਲਮਾਂ ਕਢਣੀਆਂ, ਇਹ ਸਾਰੀ ਸੇਵਾ ਬਾਬਾ ਦੀਪ ਸਿੰਘ ਜੀ ਨੇ ਕੀਤੀ। ਗੁਰੂ ਕਲਗੀਧਰ ਜੀ ਅੰਮ੍ਰਿਤ ਵੇਲੇ ਬਾਣੀ ਉਚਾਰਦੇ ਨੇ, ਭਾਈ ਮਨੀ ਸਿੰਘ ਜੀ ਬਾਣੀ ਲਿਖਦੇ ਨੇ, ਤੇ ਜਦੋਂ ਦਿਨ ਚੜ੍ਹਦਾ ਹੈ ਗੁਰੂ ਕਲਗੀਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਬਾਣੀ ਦੀ ਸੰਥਿਆ ਵੀ ਸਿੰਘਾਂ ਨੂੰ ਦਿੰਦੇ ਨੇ ਤੇ ਬਾਣੀ ਦੇ ਅਰਥ ਵੀ ਪੜ੍ਹਾਉਂਦੇ ਨੇ। ਉਹਨਾਂ ਸਿੰਘਾਂ ਦੀ ਗਿਣਤੀ ਸੀ 48 ਸਿੰਘਾਂ ਨੇ ਬਾਣੀ ਦੀ ਸ਼ੁੱਧ ਸੰਥਿਆ ਤੇ ਅਰਥ ਪੜ੍ਹੇ ਗੁਰੂ ਕਲਗੀਧਰ ਜੀ ਤੋਂ। 9 ਮਹੀਨੇ 9 ਦਿਨ 9 ਘੜੀਆਂ 9 ਪਲ ਦੇ ਅੰਦਰ ਗੁਰੂ ਕਲਗੀਧਰ ਜੀ ਨੇ ਇਹ ਸਰੂਪ ਜ਼ਬਾਨੀ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਇਆ। ਇਸ ਸਰੂਪ ਦੀ ਇੱਕ ਹੋਰ ਖਾਸੀਅਤ ਹੈ, ਇਸ ਸਰੂਪ ਅੰਦਰ 4 ਸ਼ਬਦ ਰਹਿਰਾਸ ਸਾਹਿਬ ਦੇ ਮਹਾਰਾਜ ਨੇ ਦਰਜ ਕੀਤੇ ਕਲਗੀਧਰ ਜੀ ਨੇ। ਸੋ ਪੁਰਖ ਵਾਲਾ ਸ਼ਬਦ ਹੈ ਜੀ, ਇੱਥੋਂ ਲੈ ਕੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਹ 4 ਸ਼ਬਦ ਜਿਹੜੇ ਨੇ ਗੁਰੂ ਕਲਗੀਧਰ ਜੀ ਨੇ ਦਰਜ ਕਰਕੇ ਰਹਿਰਾਸ ਸਾਹਿਬ ਦੇ 9 ਸ਼ਬਦ ਜਿਹੜੇ ਕੁੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਅੰਦਰ ਦਰਜ ਕੀਤੇ। ਰਾਗ ਜੈ ਜੈਵੰਤੀ ਉਹਨਾਂ ਨੇ ਦਰਜ ਕੀਤਾ। ਫਿਰ 9ਵੇਂ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਸੀ ਸਤਿਗੁਰਾਂ ਨੇ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਤੇ ਭੋਗ ਦੇ ਉੱਤੇ ਜਿਹੜੇ ਸ਼ਲੋਕ ਸਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਉਹਨਾਂ ਨੂੰ ਦਰਜ ਕਰਕੇ ਮੰਦਾਵਣੀ ਲਿਖ ਕੇ ਫਿਰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਰੂਪ ਦਿੱਤਾ। ਇਸ ਕਰਕੇ ਆਪਾਂ ਸੰਪੂਰਨਤਾ ਦਿਵਸ ਮਨਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ। ਜਿਹੜੀ ਸ਼ਾਹੀ ਬਚੀ ਜੀ ਉਹ ਸਰੋਵਰ ਵਿੱਚ ਸੁੱਟ ਦਿੱਤੀ, ਜਿਹੜੀਆਂ ਕਲਮਾਂ ਲਿਖਦਿਆਂ ਘਸ ਜਾਂਦੀਆਂ ਸਨ ਉਹ ਬਾਬਾ ਦੀਪ ਸਿੰਘ ਜੀ ਨੇ ਸੁੱਟੀਆਂ ਨਹੀਂ, ਉਹ ਰੱਖ ਲਈਆਂ ਸੰਭਾਲ ਕੇ। ਜਦੋਂ ਸੰਪੂਰਨਤਾ ਹੋਈ ਕੁਝ ਕਲਮਾਂ ਨਵੀਆਂ ਘੜੀਆਂ ਗਈਆਂ, ਕੁਝ ਘਸੀਆਂ ਕਲਮਾਂ ਮਹਾਰਾਜ ਗੁਰੂ ਕਲਗੀਧਰ ਜੀ ਨੇ ਸਰੋਵਰ ਵਿੱਚ ਸਟਾ ਦਿੱਤੀਆਂ ਤੇ ਵਰ ਦਿੱਤਾ। ਉਸ ਸਥਾਨ ਦਾ ਨਾਮ ਹੈ ਜੀ ਲਿਖਣਸਰ ਸਾਹਿਬ। ਜਿਹੜਾ ਇੱਥੇ ਆ ਕਰਕੇ ਗੁਰਮੁਖੀ ਅੱਖਰ ਲਿਖੇਗਾ ਉਹਦੀ ਬੁੱਧੀ ਕੈਸੀ ਵੀ ਹੋਵੇ ਉਹਨੂੰ ਵਿੱਦਿਆ ਪ੍ਰਾਪਤ ਹੋਵੇਗੀ। ਤੇ ਦਮਦਮਾ ਸਾਹਿਬ ਦੀ ਧਰਤੀ ਨੂੰ ਗੁਰੂ ਕੀ ਕਾਂਸੀ ਕਹਿ ਕੇ ਨਵਾਜਿਆ। ਇਹ ਵਿੱਦਿਆ ਦਾ ਘਰ ਹੈ ਗੁਰੂ ਕੀ ਕਾਂਸੀ।
ਉੱਥੇ ਜਾ ਕੇ ਗੁਰਸਿੱਖ ਅੱਜ ਵੀ ਜਾ ਕੇ ਜੀ ਗੁਰਮੁਖੀ ਅੱਖਰ ਲਿਖ ਕੇ ਆਉਂਦੇ, ਜਿਨ੍ਹਾਂ ਨੂੰ ਨਹੀਂ ਵਿਦਿਆ ਆਉਂਦੀ ਉਹਨਾਂ ਨੂੰ ਵੀ ਆ ਜਾਂਦੀ ਹੈ। ਇਹ ਵਰ ਗੁਰੂ ਕਲਗੀਧਰ ਜੀ ਦੇ ਕੇ ਗਏ। ਉਸੇ ਸਰੂਪ ਨੂੰ ਜਾ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦੇ ਕੇ ਪੰਥ ਨੂੰ ਗੁਰੂ ਸ਼ਬਦ ਦੇ ਲੜ ਲਾਇਆ ਤੇ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਅਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇ। ਕੱਲੇ ਸ਼ਬਦ ਨਹੀਂ, ਪ੍ਰਗਟ ਵੀ ਨੇ। ਜਦੋਂ ਦੇਹ ਸ਼ਬਦ ਆ ਜਾਂਦਾ ਤੇ ਉਹ ਸਰੀਰ ਨਾਲ ਆਪਾਂ ਜੋੜ ਲੈਂਦੇ ਆ। ਦੇਹ ਸਰੂਪ ਨੂੰ ਵੀ ਕਹਿੰਦੇ ਨੇ। ਕੋਸ਼ ਜਦੋਂ ਪੜ੍ਹੀਏ ਨਾ ਜੀ, ਉਹਨਾਂ ਵਿੱਚ ਅਰਥਾਂ ਦਾ ਪਤਾ ਲੱਗਦਾ। ਇਹ ਪ੍ਰਗਟ ਸਰੂਪ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਦਾ। ਇਹ ਚੌਰ ਇੱਦਾਂ ਨਹੀਂ ਝੁਲਦੇ, ਇਹ ਚੰਦੋਏ ਇੱਦਾਂ ਨਹੀਂ ਲੱਗਦੇ, ਨਗਾਰੇ ਇੱਦਾਂ ਨਹੀਂ ਵੱਜਦੇ, ਨਿਸ਼ਾਨ ਇੱਦਾਂ ਨਹੀਂ ਝੂਲਦੇ। ਇਹ ਕਿਸੇ ਬਾਦਸ਼ਾਹਤ ਦੀ ਨਿਸ਼ਾਨੀ ਹੁੰਦੀ ਹੈ। ਨਗਾਰੇ ਝੂਲਣੇ, ਨਿਸ਼ਾਨ ਝੂਲਣੇ, ਚੌਰ ਝੂਲਣੇ, ਚੰਦੋਏ ਲੱਗਣੇ, ਦਰਬਾਰ ਸਜਣੇ ਬਾਦਸ਼ਾਹਤ ਦੀ ਨਿਸ਼ਾਨੀ ਹੈ। ਜਿਹੜਾ ਬਾਦਸ਼ਾਹ ਮਾਰੀ ਗਿਆ ਉਹਦਾ ਨਗਾਰਾ ਨਹੀਂ ਕਦੇ ਖੜਕਦਾ, ਉਹਦਾ ਨਿਸ਼ਾਨ ਨਹੀਂ ਕਦੇ ਝੂਲਦਾ, ਉਹਦਾ ਦਰਬਾਰ ਨਹੀਂ ਕਦੇ ਸਜਦਾ। ਜਿਹੜਾ ਬਾਦਸ਼ਾਹ ਜਿਉਂਦਾ ਹੈ ਦਰਬਾਰ ਉਹਦਾ ਹੀ ਸਜੇਗਾ। ਤੇ ਇਹ ਬਾਦਸ਼ਾਹ ਜਿਹੜਾ ਨਾ, ਇਹਨੂੰ ਮਹਾਰਾਜ ਨੇ ਆਖਿਆ ਇਹ ਜੁਗੋ ਜੁਗ ਅਟਲ ਹੈ। ਇਹਦੀ ਪਾਤਸ਼ਾਹੀ ਸਦਾ ਰਹਿਣੀ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ। ਦੁਨੀਆ ਦੇ ਬਾਦਸ਼ਾਹ ਮਰਨਗੇ, ਜਨਮਣਗੇ, ਉਹਨਾਂ ਦੇ ਛਤਰ ਰੋਲਣਗੇ, ਪਰ ਇਹ ਛਤਰ ਹਮੇਸ਼ਾ ਝੂਲਣਗੇ। ਇਹ ਛਤਰ ਕਦੇ ਝੂਲਣੇ ਬੰਦ ਨਹੀਂ ਹੋਣੇ, ਕਿਉਂਕਿ ਇਹ ਪਾਤਸ਼ਾਹ ਸਰੀਰ ਵਿੱਚ ਨਹੀਂ ਆਉਂਦਾ। ਇਹ ਸਰੀਰ ਵਿੱਚ ਨਹੀਂ, ਇਹ ਸ਼ਬਦ ਗੁਰੂ ਹੈ, ਪ੍ਰਕਾਸ਼ ਗੁਰੂ ਹੈ। ਮਸ਼ਕੀਨ ਜੀ ਇੱਕ ਬਚਨ ਕਹਿੰਦੇ ਸਨ, ਕਹਿੰਦੇ ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਉਹ ਸ਼ਬਦ ਦੇ ਰੂਪ ਵਿੱਚ ਗੁਰੂ ਹੈ। ਉਹਨਾਂ ਨੇ ਬੜੀ ਸੁੰਦਰ ਉਦਾਹਰਨ ਦਿੱਤੀ। ਕਹਿੰਦੇ ਘਰ ਵਿੱਚ ਤੁਸੀਂ ਆਉਣਾ, ਦਰਵਾਜ਼ੇ ਰਾਹੀਂ ਲੰਘਣਾ ਪਏਗਾ ਜੀ, ਤਾਂ ਹੀ ਘਰ ਵਿੱਚ ਆਓਗੇ। ਘਰ ਵਿੱਚ ਆਉਣ ਲਈ ਦਰਵਾਜ਼ੇ ਦੀ ਲੋੜ ਹੈ, ਤੇ ਦਰਵਾਜ਼ਾ ਘਰ ਨਾਲੋਂ ਵੱਖਰਾ ਨਹੀਂ ਹੁੰਦਾ। ਕਹਿੰਦੇ ਪਰਮਾਤਮਾ ਦੇ ਘਰ ਵਿੱਚ ਜਾਣਾ ਤਾਂ ਸ਼ਬਦ ਦੇ ਦਰਵਾਜ਼ੇ ਵਿੱਚੋਂ ਤਾਂ ਲੰਘਣਾ ਹੀ ਪਏਗਾ। ਸ਼ਬਦ ਦੇ ਦਰਵਾਜ਼ੇ ਵਿੱਚੋਂ ਲੰਘ ਕੇ ਸ਼ਬਦ ਦੇ ਰਾਹੀਂ ਪ੍ਰਕਾਸ਼ ਦੇ ਘਰ, ਪਰਮਾਤਮਾ ਦੇ ਘਰ ਪੁੱਜਣਾ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਗ੍ਰੰਥ ਸਾਹਿਬ ਤੇ ਪਰਮੇਸ਼ਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ, ਕਿਸੇ ਤਰ੍ਹਾਂ ਦਾ ਕੋਈ ਅੰਤਰ ਨਹੀਂ। ਅਸੀਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਜੀ। ਜਾਗਦੀ ਜੋਤ ਨੂੰ ਜਪਣਾ, ਪਹਿਲਾਂ ਜਪਣਾ ਜੀ, ਫਿਰ ਜਗਦੀ ਹੈ। ਸੰਤ ਅਤਰ ਸਿੰਘ ਜੀ ਵੀ ਮਹਾਂਪੁਰਖ ਇੱਕ ਵਾਰੀ ਕਹਿੰਦੇ ਵੀ ਮਹਾਰਾਜ ਕਹਿੰਦੇ ਨੇ ਜਾਗਤ ਜੋਤ ਜਪੈ ਨਿਸ ਬਸ, ਕਿ ਇਹ ਜੋਤ ਅੰਦਰ ਵੀ ਜਗ ਸਕਦੀ ਹੈ। ਤਾਂ ਮਹਾਂਪੁਰਖ ਚੌਂਕੜਾ ਮਾਰ ਕੇ ਬਹਿ ਗਏ। ਸਮਾਂ ਨਿਕਲਦਾ ਗਿਆ, 1 ਸਾਲ ਬਾਅਦ ਪ੍ਰਗਟ ਹੋਏ। ਵਿਸਾਖੀ ਤੇ ਬੈਠੇ ਜੀ, ਅਗਲੇ ਸਾਲ ਵਿਸਾਖੀ ਦੇ ਵਿੱਚ ਪ੍ਰਗਟ ਹੋਏ ਬਾਅਦ ਵਿੱਚ। ਤਾਂ ਕਹਿੰਦੇ ਫਿਰ ਚਿਹਰਾ ਉਹਨਾਂ ਦਾ ਦਗ ਦਗ ਕਰਦਾ ਸੀ ਮਹਾਂਪੁਰਖ ਸੰਤ ਅਤਰ ਸਿੰਘ ਹੋਰਾਂ ਦਾ। ਫਿਰ ਉਹ ਸ਼ਬਦ ਪੜ੍ਹਦੇ ਸਨ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ। ਸਾਡੇ ਬਜ਼ੁਰਗ ਵੀ ਪੜ੍ਹਦੇ ਹੁੰਦੇ ਸਨ। ਤਾਂ ਉਹ ਜਾਗਦੀ ਜੋਤ ਨੂੰ ਪਹਿਲਾਂ ਜਪਣਾ ਸ਼ਬਦ ਦੇ ਰੂਪ ਅੰਦਰ। ਜਪਦਿਆਂ ਜਪਦਿਆਂ ਉਹ ਜੋਤ ਸਿੱਖ ਦੇ ਹਿਰਦੇ ਵਿੱਚ ਜਾਗ ਪੈਂਦੀ ਹੈ। ਕਦੋਂ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਭਾਈ ਗੁਰਦਾਸ ਜੀ ਦਾ ਬਚਨ ਆਪਾਂ ਪਹਿਲਾਂ ਵਿਚਾਰਿਆ, ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਬਾਣੀ ਉਚਾਰੀਏ ਤੇ ਰੁਸ਼ਨਾਈ ਅੰਦਰ ਹੋ ਜਾਂਦੀ, ਹਨੇਰਾ ਮਿਟ ਜਾਂਦਾ। ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਆਪਣੇ ਲੜ ਲਾਵਣ। ਇਹ ਅਰਦਾਸ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕਰਨੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਰਬੱਤ ਸੰਗਤਾਂ ਤੇ ਦਇਆ ਕਰਨ। ਨਾਮਦਾਨ, ਗੁਰਸਿੱਖੀ ਜੀਵਨ, ਬਾਣੀ ਬਾਣੇ ਨਾਲ ਸਭਨਾਂ ਨੂੰ ਪ੍ਰੀਤ ਬਖਸ਼ਿਸ਼ ਕਰਨ ਜੀ। ਤੇ ਅਸੀਂ ਸਾਰੇ ਜਾਣੇ ਵੱਧ ਤੋਂ ਵੱਧ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਅਦਬ ਵੀ ਕਰੀਏ, ਸਤਿਗੁਰਾਂ ਦਾ ਸਤਿਕਾਰ ਵੀ ਕਰੀਏ ਵੱਧ ਤੋਂ ਵੱਧ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਸਮਾਂ ਬਖਸ਼ਿਆ। ਆਪ ਸੰਗਤਾਂ ਦਾ ਵੀ ਹਾਰਦਿਕ ਧੰਨਵਾਦ ਹੈ। ਬੜੀ ਇਕਾਗਰਤਾ ਆਪ ਜੀ ਨੇ ਬਣਾ ਕੇ ਰੱਖੀ ਹੈ, ਕਿਉਂਕਿ ਭਗਤਾ ਉਦੋਂ ਹੀ ਕੁਝ ਬੋਲਣ ਦੇ ਯੋਗ ਹੈ ਜਦੋਂ ਸਰੋਤਾ ਇਕਾਗਰਤਾ ਵਿੱਚ ਹੁੰਦਾ ਹੈ।
ਤੇ ਆਪ ਰੱਬ ਵਰਗੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ। ਗੁਰੂ ਘਰ ਦੇ ਪ੍ਰਬੰਧਕ ਸਰਦਾਰ ਅਜੀਤ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਜੀ, ਹੋਰ ਗੁਰਮੁਖ ਪਿਆਰੇ ਜਿਤਨੇ ਵੀ ਗੁਰੂ ਘਰ ਦੇ ਪ੍ਰਬੰਧਕ ਨੇ, ਸਾਰਿਆਂ ਦਾ ਹਾਰਦਿਕ ਧੰਨਵਾਦ ਹੈ। ਅਸੀਸ ਦੇਣੀ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਉਸਤਤ ਕਰਦੇ ਰਹੀਏ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਕੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।